ਨਿਆਂਇਆਂ ਅਧਿਆਇ 1। ਯੋਸ਼ੂਆ ਦੇ ਮਰਨ ਦੇ ਮਗਰੋਂ ਅਜਿਹਾ ਹੋਇਆ ਜੋ ਇਸਰਾਏਲੀਆਂ ਨੇ ਯਹੋਵਾ ਕੋਲੋਂ ਪੁੱਛਿਆ, ਭਲਾ ਕਨਾਨੀ ਨਾਲ ਯੁੱਧ ਕਰਨ ਨੂੰ ਸਾਡੇ ਲਈ ਕੌਣ ਪਹਿਲੇ ਚੜ੍ਹੇਗਾ? ਯਹੋਵਾ ਨੇ ਆਖਿਆ, ਯਹੂਦਾ ਚੜ੍ਹੇਗਾ, ਅਤੇ ਵੇਖੋ ਮੈਂ ਇਹ ਦੇਸ਼ ਉਸਦੇ ਹੱਥ ਕਰ ਦਿੱਤਾ ਹੈ। ਤਦ ਯਹੂਦਾ ਨੇ ਆਪਣੇ ਭਰਾ ਸ਼ਿਮੋਨ ਨੂੰ ਆਖਿਆ, ਮੇਰੇ ਗੁਣੇ ਦੀ ਵੰਡ ਵਿੱਚ ਮੇਰੇ ਨਾਲ ਚੜ੍ਹ, ਜੋ ਅਸੀਂ ਕਨਾਨੀ ਨਾਲ ਲੜਾਈ ਕਰੀਏ, ਅਤੇ ਇਸੇ ਤਰ੍ਹਾਂ ਮੈਂ ਵੀ ਤੇਰੇ ਗੁਣੇ ਦੀ ਵੰਡ ਵਿੱਚ ਤੇਰੇ ਨਾਲ ਚੜ੍ਹਾਂਗਾ। ਸੋ ਸ਼ਿਮੋਨ ਉਸ ਦੇ ਨਾਲ ਗਿਆ। ਤਦ ਯਹੂਦਾ ਚੜ੍ਹਿਆ, ਅਤੇ ਯਹੋਵਾ ਨੇ ਕਨਾਨੀਆਂ ਅਤੇ ਫਰਿਜੀਆਂ ਨੂੰ ਉਹਨਾਂ ਦੇ ਹੱਥੀਂ ਕਰ ਦਿੱਤਾ, ਅਤੇ ਉਹਨਾਂ ਨੇ ਬਜ਼ਕ ਵਿੱਚ 10,000 ਮਨੁੱਖ ਵੱਢੇ। ਉਹਨਾਂ ਨੇ ਅਦੋਨੀ ਬਜ਼ਕ ਨੂੰ ਬਜ਼ਕ ਵਿੱਚ ਲੱਭਾ ਅਤੇ ਉਸ ਨਾਲ ਲੜੇ ਅਤੇ ਕਨਾਨੀਆਂ ਅਰ ਫਰਿਜੀਆਂ ਨੂੰ ਮਾਰਿਆ। ਪਰ ਅਦੋਨੀ ਬਜ਼ਕ ਭੱਜ ਗਿਆ, ਔਰ ਉਹਨਾਂ ਨੇ ਉਸ ਦਾ ਪਿੱਛਾ ਕੀਤਾ ਔਰ ਉਸ ਨੂੰ ਫੜ ਕੇ ਉਸ ਦੇ ਹੱਥਾਂ ਨਾਲੇ ਪੈਰਾਂ ਦੇ ਅੰਗੂਠੇ ਵੱਢ ਸੁੱਟੇ। ਤਦ ਅਦੋਨੀ ਬਜ਼ਕ ਨੇ ਆਖਿਆ, ਹੱਥਾਂ ਪੈਰਾਂ ਦੇ ਅੰਗੂਠੇ ਵੱਢੇ ਹੋਏ 70 ਪਾਤਸ਼ਾਹ ਮੇਰੀ ਮੇਜ਼ ਦੇ ਹੇਠੋਂ ਗਿਰਾਈਆਂ ਚੁੱਕ ਖਾਂਦੇ ਸਨ। ਸੋ ਜਿਹਾ ਮੈਂ ਕੀਤਾ ਸੀ, ਪਰਮੇਸ਼ਰ ਨੇ ਮੈਨੂੰ ਤਿਹਾਈ ਵੱਟਾ ਦਿੱਤਾ। ਫਿਰ ਉਹ ਉਸ ਨੂੰ ਯਰੂਸ਼ਲਮ ਵਿੱਚ ਲੈ ਆਏ ਅਤੇ ਉਹ ਉੱਥੇ ਹੀ ਮਰ ਗਿਆ। ਯਹੂਦੀਆਂ ਨੇ ਯਰੂਸ਼ਲਮ ਨਾਲ ਲੜਾਈ ਕੀਤੀ ਅਤੇ ਉਹਨੂੰ ਜਿੱਤ ਲਿਆ। ਉਹਨੂੰ ਤਲਵਾਰ ਦੀ ਧਾਰ ਨਾਲ ਮਾਰ ਕੇ ਸ਼ਹਿਰ ਨੂੰ ਅੱਗ ਨਾਲ ਫੂਕ ਸੁੱਟਿਆ। ਇਸ ਦੇ ਪਿੱਛੋਂ ਯਹੂਦੀ ਲੈ ਕੇ ਉਹਨਾਂ ਕਨਾਨੀਆਂ ਨਾਲ ਲੜੇ ਜੋ ਪਹਾੜ ਵਿੱਚ ਅਤੇ ਦੱਖਣ ਦੇ ਦੇਸ਼ ਵਿੱਚ ਬੇਟ ਵਿੱਚ ਵਸਦੇ ਸਨ, ਅਤੇ ਯਹੂਦਾ ਉਹਨਾਂ ਕਨਾਨੀਆਂ ਦਾ ਜੋ ਹਬਰੋਨ ਵਿੱਚ ਵਸਦੇ ਸਨ ਸਾਹਮਣਾ ਕਰਨ ਨੂੰ ਗਿਆ। ਉਸ ਹਬਰੋਨ ਦਾ ਨਾਮ ਪਹਿਲੇ ਕਿਰਿਅਤ ਅਰਬਾ ਸੀ। ਉੱਥੇ ਉਹਨਾਂ ਨੇ ਸ਼ਿਸ਼ਈ, ਅਹੀਮਾਨ ਅਤੇ ਤਲਮਈ ਨੂੰ ਮਾਰਿਆ, ਅਤੇ ਉਹ ਉੱਥੋਂ ਤੁਰ ਕੇ ਦਬੀਰੀਆ ਉੱਤੇ ਚੜ੍ਹਿਆ। ਦਬੀਰ ਦਾ ਨਾਮ ਪਹਿਲੇ ਕਿਰਿਅਤ ਸੇਫਰ ਸੀ। ਤਦ ਕਾਲਬ ਨੇ ਆਖਿਆ, ਜਿਹੜਾ ਕਿਰਿਅਤ ਸੇਫਰ ਨੂੰ ਮਾਰ ਕੇ ਲੈ ਲਵੇ ਤਾਂ ਮੈਂ ਉਸ ਨੂੰ ਆਪਣੀ ਧੀ ਅਕਸਾ ਵਿਆਹ ਦਿਆਂਗਾ। ਤਦ ਕਾਲਬ ਦੇ ਨਿੱਕੇ ਭਰਾ ਕਨਜ਼ ਦੇ ਪੁੱਤਰ ਅਥਨੀਏਲ ਨੇ ਉਸ ਨੂੰ ਜਿੱਤ ਲਿਆ ਅਤੇ ਉਹਨੇ ਆਪਣੀ ਧੀ ਅਕਸਾ ਉਸ ਨੂੰ ਵਿਆਹ ਦਿੱਤੀ। ਅਤੇ ਅਜਿਹਾ ਹੋਇਆ ਭਈ ਜਿਸ ਵੇਲੇ ਉਸ ਦੇ ਕੋਲ ਆਈ ਤਾਂ ਉਹਨੇ ਉਸ ਨੂੰ ਚੁੱਕਿਆ ਜੋ ਉਹ ਆਪਣੇ ਪਿਓ ਕੋਲੋਂ ਇੱਕ ਪੈਲੀ ਮੰਗੀ। ਫੇਰ ਉਹ ਛੇਤੀ ਨਾਲ ਆਪਣੇ ਖੋਤੇ ਤੋਂ ਉਤਰੀ। ਤਦ ਕਾਲਬ ਨੇ ਉਸ ਨੂੰ ਆਖਿਆ, ਤੂੰ ਕੀ ਮੰਗਦੀ ਹੈ? ਉਸ ਨੇ ਆਖਿਆ, ਮੈਨੂੰ ਅਸੀਸ ਦੇ, ਤਾਂ ਜੋ ਮੈਨੂੰ ਦੱਖਣ ਦਾ ਇੱਕ ਹਿੱਸਾ ਦਾਨ ਦਿੱਤਾ ਹੈ, ਮੈਨੂੰ ਪਾਣੀ ਦੇ ਸੁੰਬ ਵੀ ਦੇ। ਤਾਂ ਕਾਲਬ ਨੇ ਉਤਲੇ ਸੁੰਬ ਅਤੇ ਹੇਠਲੇ ਸੁੰਬ ਉਸ ਨੂੰ ਦਿੱਤੇ। ਮੂਸਾ ਦੇ ਸਹੁਰੇ ਕੇਨੀ ਦੀ ਸੰਤਾਨ ਖਜੂਰਾਂ ਦੇ ਸ਼ਹਿਰ ਤੋਂ ਯਹੂਦੀਆਂ ਦੇ ਨਾਲ ਯਹੂਦਾ ਦੀ ਉਜਾੜ ਵਿੱਚ ਨੂੰ ਜੋ ਔਰਾਦ ਦੇ ਦੱਖਣ ਵੱਲ ਹੈ ਉਤਾਂ ਆਈ ਅਤੇ ਉਹਨਾਂ ਲੋਕਾਂ ਦੇ ਵਿਚਕਾਰ ਜਾ ਵਸੀ। ਯਹੂਦਾ ਆਪਣੇ ਭਰਾ ਸ਼ਿਮੌਨ ਦੇ ਨਾਲ ਗਿਆ ਅਤੇ ਉਹਨਾਂ ਨੇ ਕਨਾਨੀਆਂ ਨੂੰ ਜਾ ਮਾਰਿਆ ਜੋ ਸਫਾਤ ਵਿੱਚ ਰਹਿੰਦੇ ਸਨ ਅਤੇ ਉਹਦਾ ਨਾਸ ਕਰ ਸੁੱਟਿਆ। ਸੋ ਉਸ ਸ਼ਹਿਰ ਦਾ ਨਾਮ ਹਰਮਾ ਸਦਵਾਇਆ। ਅਤੇ ਯਹੂਦਾ ਨੇ ਅਜ਼ਾ ਔਰ ਉਸਦੇ ਉਦਾਲੇ ਅਤੇ ਅਸਕਲੋਨ ਔਰ ਉਸਦੇ ਉਦਾਲੇ ਅਤੇ ਅਕਰੋਨ ਔਰ ਉਸਦੇ ਉਦਾਲੇ ਨੂੰ ਲੈ ਲਿਆ। ਅਤੇ ਯਹੋਵਾ ਯਹੂਦਾ ਦੇ ਅੰਗ ਸੰਗ ਸੀ ਅਤੇ ਉਸਨੇ ਪਹਾੜੀਆਂ ਨੂੰ ਕੱਢ ਦਿੱਤਾ, ਪਰ ਦੂਨ ਦੇ ਵਾਸੀਆਂ ਨੂੰ ਨਾ ਕੱਢ ਸਕਿਆ, ਕਿਉਂ ਜੋ ਉਹਨਾਂ ਦੇ ਕੋਲ ਲੋਹੇ ਦੇ ਰਥ ਸਨ। ਤਦ ਉਹਨਾਂ ਨੇ ਮੂਸਾ ਦੇ ਆਖਣ ਅਨੁਸਾਰ ਕਾਲਬ ਨੂੰ ਹਬਰੋਨ ਦੇ ਦਿੱਤਾ ਅਤੇ ਉਸਨੇ ਅਨਾਕ ਦੀਆਂ 3 ਪੁੱਤਰਾਂ ਨੂੰ ਉਥੋਂ ਕੱਢ ਦਿੱਤਾ। ਅਤੇ ਬਿਨਯਾਮੀਨੀਆਂ ਨੇ ਉਹਨਾਂ ਯਬੂਸੀਆਂ ਨੂੰ ਜੋ ਯਰੂਸ਼ਲਮ ਵਿੱਚ ਵਸਦੇ ਸਨ ਕੱਢ ਨਾ ਦਿੱਤਾ। ਸੋ ਯਬੂਸੀ ਬਿਨਯਾਮੀਨ ਦੇ ਨਾਲ ਅੱਜ ਦੇ ਦਿਨ ਤੋੜੀ ਯਰੂਸ਼ਲਮ ਵਿੱਚ ਵਸਦੇ ਹਨ। ਯੂਸਫ ਦਾ ਟੱਬਰ ਬੈਤਲ ਉੱਤੇ ਚੜ੍ਹਾਇਆ ਅਤੇ ਯਹੋਵਾ ਉਹਨਾਂ ਦੇ ਅੰਗ ਸੰਗ ਸੀ। ਅਤੇ ਯੂਸਫ ਦੇ ਟੱਬਰ ਨੇ ਬੈਤਲ ਦੇ ਖੋਜ ਕੱਢਣ ਲਈ ਲੋਕ ਕੱਲੇ, ਅਤੇ ਉਸ ਸ਼ਹਿਰ ਦਾ ਨਾਮ ਪਹਿਲੇ ਲੂਜ਼ ਸੀ। ਉਪਰੰਤ ਖੋਜੀਆਂ ਨੇ ਇੱਕ ਮਨੁੱਖ ਨੂੰ ਸ਼ਹਿਰ ਵਿੱਚੋਂ ਨਿਕਲਦਿਆਂ ਡਿੱਠਾ ਤਾਂ ਉਸ ਨੂੰ ਆਖਿਆ, ਭਈ ਸ਼ਹਿਰ ਵਿੱਚ ਵੜਨ ਦਾ ਰਾਹ ਸਾਨੂੰ ਵਿਖਾਈ, ਤਾਂ ਅਸੀਂ ਵੀ ਤੇਰੇ ਨਾਲ ਭਲਾਈ ਕਰਾਂਗੇ। ਸੋ ਉਸਨੇ ਸ਼ਹਿਰ ਵਿੱਚ ਵੜਨ ਦਾ ਰਾਹ ਉਹਨੂੰ ਵਿਖਾਇਆ ਅਤੇ ਉਹਨਾਂ ਨੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ, ਪਰ ਉਸ ਮਨੁੱਖ ਨੂੰ ਉਸਦੇ ਸਾਰੇ ਟੱਬਰ ਸਣੇ ਜਿਉਂਦਾ ਛੱਡਿਆ। ਅਤੇ ਉਸ ਮਨੁੱਖ ਨੇ ਹਿੱਤੀਆਂ ਦੇ ਦੇਸ਼ ਵਿੱਚ ਜਾ ਕੇ ਉੱਥੇ ਇੱਕ ਸ਼ਹਿਰ ਬਣਾਇਆ ਅਤੇ ਉਸਦਾ ਨਾਮ ਲੂਜ਼ ਰੱਖਿਆ। ਸੋ ਅੱਜ ਤੋੜੀ ਉਸਦਾ ਉਹ ਨਾਮ ਹੈ। ਮਨੁਸ਼ਾ ਨੇ ਬੈਤਸ਼ਾਨ ਅਤੇ ਉਸਦੀਆਂ ਪਿੰਡਾਂ ਨੂੰ ਅਤੇ ਤਨਾਕ ਔਰ ਉਸਦੇ ਪਿੰਡਾਂ ਨੂੰ ਅਤੇ ਦੌਰ ਅਤੇ ਉਸਦੇ ਪਿੰਡਾਂ ਦੇ ਵਾਸੀਆਂ ਨੂੰ ਅਤੇ ਯਬਲਾਮ ਔਰ ਉਸਦੇ ਪਿੰਡਾਂ ਦੇ ਵਾਸੀਆਂ ਨੂੰ ਅਤੇ ਮਗੀਦੋ ਔਰ ਉਸਦੇ ਪਿੰਡਾਂ ਦੇ ਵਾਸੀਆਂ ਨੂੰ ਕੱਢ ਨਾ ਦਿੱਤਾ, ਪਰ ਕਨਾਨੀ ਉਸ ਦੇਸ਼ ਵਿੱਚ ਵਸੇ ਰਹੇ। ਅਤੇ ਜਾਂ ਇਸਰਾਏਲੀ ਤਕੜੇ ਹੋਏ ਤਾਂ ਉਹ ਕਨਾਨੀਆਂ ਤੋਂ ਬਗਾਰ ਦਾ ਕੰਮ ਕਰਾਉਂਦੇ ਰਹੇ, ਪਰ ਉਹਨਾਂ ਨੂੰ ਮੂਲੋਂ ਨਾ ਕੱਢਿਆ। ਇਫਰਾਇਮ ਨੇ ਵੀ ਉਹਨਾਂ ਕਨਾਨੀਆਂ ਨੂੰ ਜੋ ਗਜਰ ਵਿੱਚ ਵਸਦੇ ਸਨ ਨਾ ਕੱਢਿਆ। ਸੋ ਕਨਾਨੀ ਗਜਰ ਦਿਆਂ ਵਾਸੀਆਂ ਦੇ ਵਿਚਕਾਰ ਵਸਦੇ ਰਹੇ। ਜਬਲੂਨ ਨੇ ਵੀ ਕਟਰੋ ਅਤੇ ਨਹਲੋਲ ਦੇ ਲੋਕਾਂ ਨੂੰ ਨਾ ਕੱਢਿਆ। ਸੋ ਕਨਾਨੀ ਉਹਨਾਂ ਵਿੱਚ ਵਸਦੇ ਰਹੇ ਅਤੇ ਬਗਾਰ ਦਿੰਦੇ ਰਹੇ। ਅਸ਼ੇਰ ਨੇ ਵੀ ਅਕੋ, ਸਿਦੋਨ, ਅਹਲਾਬ, ਅਕਜ਼ੀਬ, ਹਲਬਾ, ਅਫੀਕ ਅਤੇ ਰੋਹਬ ਦੇ ਵਾਸੀਆਂ ਨੂੰ ਕੱਢ ਨਾ ਦਿੱਤਾ। ਸਗੋਂ ਅਸ਼ੇਰੀ ਉਹਨਾਂ ਕਨਾਨੀ ਦੇ ਵਿਚਕਾਰ ਜੋ ਉਸ ਦੇ ਵਾਸੀ ਸਨ ਵਸਦੇ ਰਹੇ, ਕਿਉਂ ਜੋ ਉਹਨਾਂ ਨੇ ਉਹਨਾਂ ਨੂੰ ਕੱਢ ਨਾ ਦਿੱਤਾ।
ਨਫਤਾਲੀ ਨੇ ਵੀ ਬੈਤ ਸ਼ਮਸ਼ ਅਤੇ ਬੈਤ ਅਨਾਹਦ ਦੇ ਵਾਸੀਆਂ ਨੂੰ ਨਾ ਕੱਢਿਆ, ਸਗੋਂ ਉਹ ਉਹਨਾਂ ਕਨਾਨੀ ਦੇ ਵਿੱਚ ਜੋ ਉੱਥੇ ਰਹਿੰਦੇ ਸਨ ਜਾ ਵਸੇ। ਪਰ ਬੈਤ ਸ਼ਮਸ਼ ਅਤੇ ਬੈਤ ਅਨਾਹਦ ਦੇ ਵਾਸੀ ਉਹਨਾਂ ਨੂੰ ਬਗਾੜ ਦਿੰਦੇ ਰਹੇ। ਅਮੋਰੀਆਂ ਨੇ ਦਾਨੀਆਂ ਨੂੰ ਪਹਾੜ ਵਿੱਚ ਧੱਕ ਦਿੱਤਾ, ਅਜਿਹਾ ਜੋ ਉਹਨਾਂ ਨੇ ਉਹਨਾਂ ਨੂੰ ਦੂਣ ਵਿੱਚ ਨਾ ਲੈਣ ਦਿੱਤਾ। ਪਰ ਅਮੋਰੀ ਹਰਸ ਦੇ ਪਹਾੜ ਉੱਤੇ ਅਯਲੋਨ ਵਿੱਚ ਅਤੇ ਸਲਾਬੀਮ ਵਿੱਚ ਵਸਦੇ ਰਹੇ। ਪਰ ਯੂਸਫ ਦੇ ਘਰਾਣੇ ਦਾ ਹੱਥ ਅਜਿਹਾ ਤਕੜਾ ਹੋਇਆ ਜੋ ਉਹਨਾਂ ਕੋਲੋਂ ਬਗਾੜ ਲੈਂਦੇ ਰਹੇ, ਅਤੇ ਅਮੋਰੀਆਂ ਦਾ ਬੰਨਾ ਅਕਰਬੀਮ ਦੀ ਚੜਾਈ ਦੇ ਪੱਥਰ ਤੋਂ ਲੈ ਕੇ ਉਤਲੀ ਵੱਲ ਸੀ। ਨਿਆਂਇਆਂ ਅਧਿਆਇ 2। ਤਦ ਯਹੋਵਾ ਦਾ ਦੂਤ ਗਿਲਗਾਲ ਤੋਂ ਬੋਕੀਮ ਨੂੰ ਆਇਆ ਅਤੇ ਉਸ ਨੇ ਆਖਿਆ, ਮੈਂ ਤੁਹਾਨੂੰ ਮਿਸਰੋਂ ਕੱਢ ਲਿਆ ਹਾਂ ਅਤੇ ਤੁਹਾਨੂੰ ਇਸ ਦੇਸ਼ ਵਿੱਚ ਜਿਹਦੇ ਲਈ ਮੈਂ ਤੁਹਾਡੇ ਪਿਓ ਦਾਦੇ ਨਾਲ ਸਹੁੰ ਖਾਧੀ ਸੀ ਲੈ ਆਇਆ। ਅਤੇ ਮੈਂ ਆਖਿਆ, ਜੋ ਮੈਂ ਤੁਹਾਡੇ ਨਾਲ ਆਪਣਾ ਨੇਮ ਕਦੀ ਨਾ ਭੰਨਾਂਗਾ। ਸੋ ਤੁਸੀਂ ਇਸ ਦੇਸ਼ ਦੇ ਵਾਸੀ ਨਾਲ ਨੇਮ ਨਾ ਬੰਨੋ, ਸਗੋਂ ਤੁਸੀਂ ਉਹਨਾਂ ਦੀਆਂ ਜਗਵਿਧੀਆਂ ਨੂੰ ਢਾਹ ਸੁੱਟੋ। ਪਰ ਤੁਸੀਂ ਮੇਰੀ ਆਗਿਆ ਨਾ ਮੰਨੀ, ਤੁਸੀਂ ਇਉਂ ਕਾਹਨੂੰ ਕੀਤਾ? ਇਸ ਲਈ ਮੈਂ ਵੀ ਆਖਿਆ, ਜੋ ਮੈਂ ਉਹਨਾਂ ਨੂੰ ਤੁਹਾਡੇ ਅੱਗੋਂ ਨਾ ਕੱਢਾਂਗਾ, ਸਗੋਂ ਉਹ ਤੁਹਾਡੀਆਂ ਵੱਖੀਆਂ ਵਿੱਚ ਕੰਡੇ ਜਾਏ ਅਤੇ ਉਹਨਾਂ ਦੇ ਦਿਓ ਤੇ ਤੁਹਾਡੇ ਲਈ ਫਾਹੀ ਹੋਣਗੇ। ਅਤੇ ਅਜਿਹਾ ਹੋਇਆ, ਪਰ ਜਦੋਂ ਯਹੋਵਾ ਦੇ ਦੂਤ ਨੇ ਸਾਰੇ ਇਸਰਾਏਲੀਆਂ ਨੂੰ ਇਹ ਗੱਲਾਂ ਸੁਣਾਈਆਂ ਤਾਂ ਉਹ ਲੋਕ ਉੱਚੀ ਦੇ ਕੇ ਰੋਣ ਲੱਗੇ। ਉਹਨਾਂ ਨੇ ਉਸ ਥਾਂ ਦਾ ਨਾਮ ਬੋਕੀਮ ਰੱਖਿਆ। ਉੱਥੇ ਉਹਨਾਂ ਨੇ ਯਹੋਵਾ ਦੇ ਲਈ ਬਲੀਆਂ ਚੜਾਈਆਂ। ਜਿਸ ਵੇਲੇ ਯਹੋਸ਼ੂਆ ਨੇ ਲੋਕਾਂ ਨੂੰ ਵਿਦਿਆ ਕੀਤਾ ਤਾਂ ਇਸਰਾਏਲੀਆਂ ਵਿੱਚੋਂ ਸਭ ਮਨੁੱਖ ਆਪੋ ਆਪਣੀ ਪੱਤੀ ਵਿੱਚ ਗਏ ਭਈ ਉਸ ਦੇਸ਼ ਨੂੰ ਆਪਣੇ ਵਸ ਵਿੱਚ ਕਰਨ। ਅਤੇ ਉਹ ਲੋਕ ਯਹੋਸ਼ੂਆ ਦੇ ਜਿਉਂਦੇ ਜੀ ਅਤੇ ਜਦ ਤੱਕ ਉਹ ਬਜ਼ੁਰਗ ਜਿਉਂਦੇ ਰਹੇ ਜਿਹੜੇ ਯਹੋਸ਼ੂਆ ਦੇ ਪਿੱਛੇ ਜਿਉਂਦੇ ਸਨ, ਜਿਨ੍ਹਾਂ ਨੇ ਯਹੋਵਾ ਦੇ ਸਾਰੇ ਵੱਡੇ ਕੰਮ ਡਿੱਠੇ ਜੋ ਉਸਨੇ ਇਸਰਾਏਲ ਦੇ ਲਈ ਕੀਤੇ, ਤਦ ਤੱਕ ਯਹੋਵਾ ਦੀ ਉਪਾਸਨਾ ਕਰਦੇ ਰਹੇ। ਅਤੇ ਨੂਨ ਦਾ ਪੁੱਤਰ ਯਹੋਵਾ ਦਾ ਦਾਸ ਯਹੋਸ਼ੂਆ 110 ਵਰ੍ਹਿਆਂ ਦਾ ਹੋ ਕੇ ਮਰ ਗਿਆ ਅਤੇ ਉਹਨਾਂ ਨੇ ਉਸ ਦੀ ਪੱਤੀ ਦੀ ਧਰਤੀ ਤਿਮਨਤ ਹਰਸ ਵਿੱਚ ਇਫਰਾਇਮ ਦੇ ਪਹਾੜ ਉੱਤੇ ਜੋ ਗਾਸ਼ ਦੇ ਪਹਾੜ ਦੇ ਉੱਤਰ ਵੱਲ ਹੈ ਉਸ ਨੂੰ ਦੱਬ ਦਿੱਤਾ। ਗੱਲ ਕਾਦੀ, ਉਸ ਪੀੜ੍ਹੀ ਦੇ ਸਾਰੇ ਲੋਕ ਆਪਣੇ ਪਿਤਰਾਂ ਨਾਲ ਜਾ ਰਲੇ ਅਤੇ ਉਹਨਾਂ ਦੇ ਪਿੱਛੋਂ ਇੱਕ ਹੋਰ ਪੀੜ੍ਹੀ ਉੱਠੀ ਜਿਸ ਨੇ ਨਾ ਯਹੋਵਾ ਨੂੰ ਨਾ ਉਸ ਕੰਮ ਨੂੰ ਜੋ ਉਸ ਨੇ ਇਸਰਾਏਲ ਦੇ ਲਈ ਕੀਤਾ ਸੀ ਜਾਤਾ। ਤਦ ਇਸਰਾਏਲੀਆਂ ਨੇ ਯਹੋਵਾ ਦੇ ਅੱਗੇ ਬੁਰਾਈ ਕੀਤੀ ਅਤੇ ਬਾਲਾਂ ਦੀ ਪੂਜਾ ਕਰਨ ਲੱਗੇ। ਉਹਨਾਂ ਨੇ ਯਹੋਵਾ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਰ ਨੂੰ ਜੋ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆ ਸੀ ਛੱਡ ਦਿੱਤਾ ਅਤੇ ਓਪਰਿਆਂ ਦਿਉਤਿਆਂ ਦੀ ਉਹਨਾਂ ਲੋਕਾਂ ਦੇ ਦਿਉਤਿਆਂ ਦੇ ਵਿੱਚੋਂ ਜੋ ਉਹਨਾਂ ਦੇ ਆਲੇ ਦੁਆਲੇ ਸਨ ਪੂਜਾ ਕੀਤੀ ਅਤੇ ਉਹਨਾਂ ਦੇ ਅੱਗੇ ਮੱਥਾ ਟੇਕਿਆ ਅਤੇ ਯਹੋਵਾ ਦਾ ਕ੍ਰੋਧ ਉਕਸਾਇਆ। ਸੋ ਉਹਨਾਂ ਨੇ ਯਹੋਵਾ ਨੂੰ ਛੱਡ ਦਿੱਤਾ ਅਰ ਬਾਲ ਅਤੇ ਅਸ਼ਤਾਰੋਤ ਦੀ ਪੂਜਾ ਕੀਤੀ। ਤਦ ਯਹੋਵਾ ਦਾ ਕ੍ਰੋਧ ਇਸਰਾਏਲੀਆਂ ਤੇ ਭੜਕਿਆ ਅਤੇ ਉਹਨੇ ਉਹਨਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਦਿੱਤਾ, ਜਿਨ੍ਹਾਂ ਨੇ ਉਹਨਾਂ ਨੂੰ ਲੁੱਟ ਲਿੱਤਾ ਅਤੇ ਉਹਨਾਂ ਦੇ ਵੈਰੀਆਂ ਦੇ ਹੱਥ ਜੋ ਚੁਫੇਰੇ ਸਨ ਉਹਨਾਂ ਨੂੰ ਵੇਚ ਦਿੱਤਾ, ਜੋ ਫੇਰ ਆਪਣੇ ਵੈਰੀਆਂ ਅੱਗੇ ਨਾ ਖਲੋ ਸਕੇ। ਅਤੇ ਜਿੱਥੇ ਕਿਤੇ ਉਹ ਬਾਹਰ ਨਿਕਲੇ ਯਹੋਵਾ ਦਾ ਹੱਥ ਉਹਨਾਂ ਉੱਤੇ ਬੁਰਾਈ ਦੇ ਲਈ ਸੀ, ਜਿਕਰ ਯਹੋਵਾ ਨੇ ਆਖਿਆ ਸੀ ਅਤੇ ਜਿਕਰ ਯਹੋਵਾ ਨੇ ਉਹਨਾਂ ਨਾਲ ਸਹੁੰ ਖਾਧੀ ਸੀ, ਸੋ ਉਹ ਬਹੁਤ ਔਖੇ ਹੋਏ। ਤਦ ਯਹੋਵਾ ਨੇ ਨਿਆਂਇਆਂ ਨੂੰ ਠਹਿਰਾਇਆ ਜਿਨ੍ਹਾਂ ਨੇ ਲੁਟੇਰਿਆਂ ਦੇ ਹੱਥੋਂ ਉਹਨੂੰ ਛੁਡਾ ਦਿੱਤਾ। ਪਰ ਉਹਨਾਂ ਨੇ ਆਪਣੇ ਨਿਆਂਇਆਂ ਨੂੰ ਵੀ ਨਾ ਮੰਨਿਆ, ਸਗੋਂ ਓਪਰਿਆਂ ਦਿਉਤਿਆਂ ਦੇ ਮਗਰ ਲੱਗ ਕੇ ਅਪਰਾਧੀ ਹੋਏ ਅਤੇ ਉਹਨਾਂ ਨੂੰ ਮੱਥਾ ਟੇਕਿਆ ਅਤੇ ਉਹ ਉਸ ਰਾਹੋਂ ਛੇਤੀ ਨਾਲ ਮੁੜ ਗਏ ਜਿਸ ਦੇ ਵਿੱਚ ਉਹਨਾਂ ਦੇ ਪਿਓ ਦਾਦੇ ਯਹੋਵਾ ਦੀ ਆਗਿਆਕਾਰੀ ਕਰਦੇ ਤੁਰਦੇ ਸਨ ਅਤੇ ਉਹਨਾਂ ਵਾਂਗੂ ਨਾ ਵਰਤੇ। ਜਦ ਯਹੋਵਾ ਨੇ ਉਹਨਾਂ ਦੇ ਲਈ ਨਿਆਂਇਆਂ ਨੂੰ ਠਹਿਰਾਇਆ ਤਾਂ ਯਹੋਵਾ ਉਹਨਾਂ ਨਿਆਂਇਆਂ ਦੇ ਸੰਗ ਸੀ ਅਤੇ ਜਦ ਠੀਕ ਨਿਆਂਈ ਜਿਉਂਦਾ ਸੀ ਉਹਨਾਂ ਦੇ ਵੈਰੀਆਂ ਦੇ ਹੱਥੋਂ ਉਹਨੂੰ ਛੁਡਾਉਂਦਾ ਰਿਹਾ। ਇਸ ਲਈ ਜੋ ਯਹੋਵਾ ਨੇ ਉਹਨਾਂ ਦੀ ਦੁਹਾਈ ਤੋਂ ਜੇ ਉਹ ਆਪਣੇ ਦੁਖਦਾਈ ਅਤੇ ਲੁਟੇਰਿਆਂ ਦੇ ਕਾਰਨ ਦਿੰਦੇ ਸਨ ਰੰਜ ਕੀਤਾ। ਅਤੇ ਅਜਿਹਾ ਹੋਇਆ ਕਿ ਜਦ ਉਹ ਨਿਆਈ ਮਰ ਗਿਆ ਤਾਂ ਉਹ ਫੇਰ ਬੇਮੁਖ ਹੋਏ ਅਤੇ ਉਹ ਆਪਣੇ ਪਿਓ ਦਾਦਿਆਂ ਨਾਲੋਂ ਆਪ ਵਧੇਕ ਅਪਰਾਧੀ ਬਣੇ। ਇਸ ਲਈ ਜੋ ਉਹ ਓਪਰਿਆਂ ਦਿਉਤਿਆਂ ਦੀ ਪੂਜਾ ਕਰਨ ਲਈ ਉਹਨਾਂ ਦੇ ਮਗਰ ਲੱਗੇ ਅਤੇ ਉਹਨਾਂ ਦੇ ਅੱਗੇ ਮੱਥੇ ਟੇਕੇ ਔਰ ਆਪੋ ਆਪਣੇ ਕੰਮਾਂ ਔਰ ਆਪੋ ਆਪਣੇ ਕੁਰਾਹ ਤੋਂ ਮੁੜਦੇ ਨਹੀਂ ਸਨ, ਤਾਂ ਯਹੋਵਾ ਦਾ ਕ੍ਰੋਧ ਇਸਰਾਏਲ ਉੱਤੇ ਫੇਰ ਭੜਕਿਆ ਅਤੇ ਉਸ ਨੇ ਆਖਿਆ, ਇਸ ਲਈ ਜੋ ਇਸ ਕੌਮ ਨੇ ਮੇਰੇ ਉਸ ਨੇਮ ਨੂੰ ਜੋ ਮੈਂ ਉਹਨਾਂ ਦੇ ਪਿਓ ਦਾਦੇ ਨਾਲ ਬੰਨਿਆ ਸੀ ਤੋੜ ਸੁੱਟਿਆ ਅਤੇ ਮੇਰੀ ਆਗਿਆ ਨਾ ਸੁਣੀ, ਤਾਂ ਮੈਂ ਵੀ ਹੁਣ ਉਹਨਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਯਹੋਸ਼ੂਆ ਛੱਡ ਕੇ ਮਰ ਗਿਆ ਸੀ ਕਿਸ ਨੂੰ ਵੀ ਉਹਨਾਂ ਦੇ ਅੱਗੋਂ ਨਾ ਕੱਢਾਂਗਾ, ਭਈ ਮੈਂ ਉਹਨਾਂ ਦੇ ਲੋਕਾਂ ਦੇ ਰਾਹੀਂ ਇਸਰਾਏਲ ਦਾ ਪਰਤਾਵਾ ਲਵਾਂ ਜੋ ਯਹੋਵਾ ਦੇ ਰਾਹ ਉੱਤੇ ਤੁਰਨ ਲਈ ਜੇਕਰ ਉਹਨਾਂ ਦੇ ਪਿਓ ਦਾਦੇ ਰਾਜੀ ਹੁੰਦੇ ਸਨ ਉਹ ਰਾਜੀ ਹੋਣਗੇ ਜਾਂ ਨਹੀਂ। ਸੋ ਯਹੋਵਾ ਨੇ ਉਹਨਾਂ ਲੋਕਾਂ ਨੂੰ ਰਹਿਣ ਦਿੱਤਾ ਅਤੇ ਉਹਨਾਂ ਨੂੰ ਛੇਤੀ ਨਾਲ ਨਾ ਕੱਢਿਆ ਅਤੇ ਯਹੋਸ਼ੂਆ ਦੇ ਹੱਥ ਵਿੱਚ ਵੀ ਉਹਨਾਂ ਨੂੰ ਨਾ ਦਿੱਤਾ। ਨਿਆਂਇਆਂ ਅਧਿਆਇ 3। ਇਹ ਉਹ ਕੌਮਾਂ ਹਨ ਜਿਨ੍ਹਾਂ ਨੂੰ ਯਹੋਵਾ ਨੇ ਰਹਿਣ ਦਿੱਤਾ ਜੋ ਇਸਰਾਏਲ ਦਾ ਅਰਥਾਤ ਉਹਨਾਂ ਦਾ ਜਿਨ੍ਹਾਂ ਨੇ ਕਨਾਨ ਦੀਆਂ ਸਾਰੀ ਲੜਾਈਆਂ ਨੂੰ ਨਹੀਂ ਜਾਣਿਆ ਸੀ,
ਉਹਨਾਂ ਦੇ ਰਾਹੀਂ ਪਰਤਾਵਾ ਲਵੇ। ਨਿਰਾ ਇਸੇ ਲਈ ਜੋ ਇਸਰਾਏਲੀਆਂ ਦੀਆਂ ਪੀੜ੍ਹੀਆਂ ਨੂੰ, ਜਿਨ੍ਹਾਂ ਨੂੰ ਅੱਗੇ ਲੜਾਈ ਦਾ ਵੱਲ ਨਹੀਂ ਆਉਂਦਾ ਸੀ, ਉਹ ਸਿਖਾਵੇ, ਅਰਥਾਤ ਫਿਲਿਸਤੀਨ ਦੇ 5 ਸਰਦਾਰ ਅਤੇ ਸਾਰੇ ਕਨਾਨੀ ਔਰ ਸਿਦੋਨੀ ਔਰ ਹਿੱਵੀ ਜਿਹੜੇ ਲਬਾਨੋਨ ਦੇ ਪਹਾੜ ਵਿੱਚ ਬਾਲ ਹਰਮੋਨ ਦੇ ਪਹਾੜੋਂ ਲੈ ਕੇ ਹਮਾਤ ਤੇ ਲਾਂਘੇ ਤੋੜੀ ਵਸਦੇ ਸਨ। ਇਹ ਇਸ ਲਈ ਰਹੇ ਜੋ ਉਹਨਾਂ ਦੇ ਰਾਹੀਂ ਇਸਰਾਏਲ ਦਾ ਪਰਤਾਵਾ ਲਿਆ ਜਾਵੇ ਅਤੇ ਮਾਲੂਮ ਹੋਵੇ ਜੋ ਉਹ ਯਹੋਵਾ ਦੀਆਂ ਆਗਿਆ ਨੂੰ ਜੋ ਉਹਨੇ ਮੂਸਾ ਦੇ ਰਾਹੀਂ ਉਹਨਾਂ ਦੇ ਪਿਓ ਦਾਦਿਆਂ ਨੂੰ ਆਖੀਆਂ ਸਨ ਸੁਣਨਗੇ ਜਾਂ ਨਹੀਂ। ਸੋ ਇਸਰਾਏਲੀ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਵਿਚਕਾਰ ਵਸਦੇ ਸਨ। ਔਰ ਉਹਨਾਂ ਨੇ ਉਹਨਾਂ ਦੀਆਂ ਧੀਆਂ ਨਾਲ ਆਪ ਵਿਆਹ ਕੀਤੇ ਔਰ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਨੂੰ ਦਿੱਤੀਆਂ ਅਤੇ ਉਹਨਾਂ ਦੇ ਦੇਵਤਿਆਂ ਦੀ ਪੂਜਾ ਕੀਤੀ। ਸੋ ਇਸਰਾਏਲੀਆਂ ਨੇ ਯਹੋਵਾ ਦੇ ਅੱਗੇ ਬੁਰਾਈ ਕੀਤੀ ਅਤੇ ਯਹੋਵਾ ਆਪਣੇ ਪਰਮੇਸ਼ਰ ਨੂੰ ਵਿਸਾਰਿਆ ਅਤੇ ਬਾਲਾਂ ਤੇ ਅਸ਼ੇਰਾ ਦੇਵੀ ਦੀ ਪੂਜਾ ਕੀਤੀ। ਇਸ ਲਈ ਯਹੋਵਾ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸਨੇ ਉਹਨਾਂ ਨੂੰ ਮੇਸੋਪੋਟਾਮੀਆ ਦੇ ਪਾਤਸ਼ਾਹ ਕੁਸ਼ਨ-ਰਿਸ਼ਤੇਮ ਦੇ ਹੱਥ ਵਿੱਚ ਦਿੱਤਾ। ਸੋ ਉਹ ਕੁਸ਼ਨ-ਰਿਸ਼ਤੇਮ ਦੀ ਟਹਿਲ 8 ਵਰੇ ਕਰਦੇ ਰਹੇ। ਜਦ ਇਸਰਾਏਲੀਆਂ ਨੇ ਯਹੋਵਾ ਅੱਗੇ ਬੇਨਤੀ ਕੀਤੀ ਤਦ ਯਹੋਵਾ ਨੇ ਇੱਕ ਬਚਾਉਣ ਵਾਲਾ ਅਥਨੀਏਲ ਅਰਥਾਤ ਕਾਲਬ ਦੇ ਨਿੱਕੇ ਭਰਾ ਕਨਜ਼ ਦੇ ਪੁੱਤਰ ਅਥਨੀਏਲ ਨੂੰ, ਜਿਹਨੇ ਉਹਨਾਂ ਨੂੰ ਬਚਾਇਆ, ਠਹਿਰਾਇਆ ਅਤੇ ਯਹੋਵਾ ਦਾ ਆਤਮਾ ਉਸ ਦੇ ਉੱਤੇ ਆਇਆ ਔਰ ਉਹ ਇਸਰਾਏਲ ਦਾ ਨਿਆਈ ਬਣਿਆ ਔਰ ਲੜਾਈ ਕਰਨ ਨੂੰ ਨਿਕਲਿਆ ਅਤੇ ਯਹੋਵਾ ਨੇ ਆਰਾਮ ਦੇ ਪਾਤਸ਼ਾਹ ਕੁਸ਼ਨ-ਰਿਸ਼ਤੇਮ ਨੂੰ ਉਹਦੇ ਹੱਥ ਵਿੱਚ ਕਰ ਦਿੱਤਾ ਅਤੇ ਉਸ ਦਾ ਹੱਥ ਕੁਸ਼ਨ-ਰਿਸ਼ਤੇਮ ਦੇ ਉੱਤੇ ਬਲਵਾਨ ਹੋਇਆ ਅਤੇ 40 ਵਰ੍ਹਿਆਂ ਤੀਕਰ ਉਹ ਦੇਸ਼ ਸੁਖੀ ਰਿਹਾ। ਤਾਂ ਕਨਜ਼ ਦਾ ਪੁੱਤਰ ਅਥਨੀਏਲ ਮਰ ਗਿਆ। ਇਸਰਾਏਲ ਨੇ ਫੇਰ ਯਹੋਵਾ ਦੇ ਅੱਗੇ ਬੁਰਾਈ ਕੀਤੀ ਤਾਂ ਯਹੋਵਾ ਨੇ ਮੁਆਬ ਦੇ ਰਾਜਾ ਅਗਲੋਨ ਨੂੰ ਇਸਰਾਏਲ ਦੇ ਉੱਤੇ ਪ੍ਰਬਲ ਕੀਤਾ, ਇਸ ਲਈ ਜੋ ਉਹਨਾਂ ਨੇ ਯਹੋਵਾ ਦੀ ਨਿਗਾਹ ਵਿੱਚ ਬੁਰਾਈ ਕੀਤੀ ਸੀ। ਅਤੇ ਉਸਨੇ ਅਮੋਨੀਆ ਅਤੇ ਅਮਾਲੇਕੀਆਂ ਨੂੰ ਆਪਣੇ ਨਾਲ ਰਲਾਇਆ ਅਤੇ ਇਸਰਾਏਲ ਨੂੰ ਜਾ ਮਾਰਿਆ ਅਤੇ ਖਜੂਰਾਂ ਦਾ ਸ਼ਹਿਰ ਲੈ ਲਿਆ। ਸੋ ਇਸਰਾਏਲੀ 18 ਵਰ੍ਹੇ ਤੀਕ ਮੁਆਬ ਦੇ ਰਾਜਾ ਅਗਲੋਨ ਦੀ ਟਹਿਲ ਕਰਦੇ ਰਹੇ। ਫੇਰ ਇਸਰਾਏਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ ਅਤੇ ਯਹੋਵਾ ਨੇ ਉਹਨਾਂ ਦੇ ਲਈ ਇੱਕ ਬਚਾਉਣ ਵਾਲੇ ਨੂੰ ਅਰਥਾਤ ਇੱਕ ਬਿਨਯਾਮੀਨੀ ਗੇਰਾ ਦੇ ਪੁੱਤਰ ਇਹੂਦ ਨੂੰ ਜੋ ਖੱਬਾ ਸੀ ਉਠਾਇਆ ਅਤੇ ਇਸਰਾਏਲੀਆਂ ਨੇ ਉਸ ਦੇ ਹੱਥੀਂ ਮੁਆਬ ਦੇ ਰਾਜਾ ਅਗਲੋਨ ਕੋਲ ਨਜ਼ਰਾਨਾ ਕਰ ਲਿਆ। ਪਰ ਇਹੂਦ ਨੇ ਆਪਣੇ ਲਈ ਇੱਕ ਹੱਥ ਲੰਮੀ ਦੁਧਾਰੀ ਕਟਾਰ ਬਣਵਾਈ ਅਤੇ ਉਹਨੂੰ ਰੀੜੇ ਹੇਠ ਸੱਜੇ ਪੱਟ ਨਾਲ ਬੰਨਿਆ ਅਤੇ ਉਹ ਨਜ਼ਰਾਨਾ ਮੁਆਬ ਦੇ ਰਾਜਾ ਕੋਲ ਲਿਆਇਆ ਅਤੇ ਅਗਲੋਨ ਇੱਕ ਵੱਡਾ ਘੁੱਗੜ ਮਨੁੱਖ ਸੀ। ਅਤੇ ਅਜਿਹਾ ਹੋਇਆ ਜਾਂ ਉਹ ਨਜ਼ਰਾਨਾ ਦੇ ਚੁੱਕਿਆ ਤਾਂ ਜਿਹੜੇ ਨਜ਼ਰਾਨਾ ਚੁੱਕ ਲਿਆਏ ਸਨ ਉਹਨਾਂ ਲੋਕਾਂ ਨੂੰ ਉਸਨੇ ਵਿਦਿਆ ਕੀਤਾ। ਪਰ ਉਹ ਆਪ ਪੱਥਰ ਦੀ ਖਾਨ ਕੋਲੋਂ ਜੋ ਗਿਲਗਾਲ ਵਿੱਚ ਹੈ ਮੁੜ ਆਇਆ ਅਤੇ ਆਖਿਆ, ਹੇ ਮਹਾਰਾਜ, ਤੇਰੇ ਲਈ ਇੱਕ ਗੁੱਝਾ ਸੰਦੇਸ਼ਾ ਮੇਰੇ ਕੋਲ ਹੈ। ਉਹ ਬੋਲਿਆ, ਸਾਰੇ ਚੁੱਪ ਕਰ ਰਹੋ। ਤਾਂ ਜਿਹੜੇ ਉਹਦੇ ਦੁਆਲੇ ਖਲੋਤੇ ਸਨ ਸਭ ਬਾਹਰ ਨਿਕਲ ਗਏ। ਤਾਂ ਇਹੂਦ ਉਹਦੇ ਕੋਲ ਆਇਆ। ਉਸ ਵੇਲੇ ਉਹ ਵਾਖੋਰੀ ਚੁਬਾਰੇ ਵਿੱਚ ਜੋ ਨਿਰਾ ਉਹਦੇ ਲਈ ਸੀ ਬੈਠਾ ਹੋਇਆ ਸੀ। ਤਾਂ ਇਹੂਦ ਨੇ ਆਖਿਆ, ਤੇਰੇ ਲਈ ਮੇਰੇ ਕੋਲ ਪਰਮੇਸ਼ਰ ਦੇ ਵੱਲੋਂ ਇੱਕ ਸੰਦੇਸ਼ਾ ਹੈ। ਤਾਂ ਉਹ ਚੌਂਕੀ ਉੱਥੋਂ ਉੱਠ ਖਲੋਤਾ। ਤਾਂ ਇਹੂਦ ਨੇ ਆਪਣਾ ਖੱਬਾ ਹੱਥ ਲੰਮਾ ਕੀਤਾ ਅਤੇ ਸੱਜੇ ਪੱਟ ਉੱਤੋਂ ਕਟਾਰ ਫੜ ਕੇ ਉਹਦੀ ਤੋਂਦ ਦੇ ਵਿੱਚ ਘਸੋੜ ਦਿੱਤੀ ਅਤੇ ਫਲਦੇ ਸਮੇਂ ਮੁੱਠਵੀ ਵਿੱਚ ਧਸ ਗਈ ਅਤੇ ਕਟਾਰ ਚਰਬੀ ਦੇ ਵਿੱਚ ਜਾ ਖੁੱਭੀ, ਕਿਉਂ ਜੋ ਉਸਨੇ ਉਹਦੀ ਤੋਂਦ ਵਿੱਚੋਂ ਉਹਨੂੰ ਨਹੀਂ ਕੱਢਿਆ ਅਤੇ ਬਿਸ਼ਟਾ ਨਿਕਲ ਪਿਆ। ਤਦ ਇਹੂਦ ਨੇ ਬਾਹਰ ਸੂਫੇ ਵਿੱਚ ਆ ਕੇ ਚੁਬਾਰੇ ਦਾ ਬੂਹਾ ਆਪਣੇ ਮਗਰੋਂ ਭੇੜਿਆ ਅਤੇ ਜੰਦਰਾ ਮਾਰ ਦਿੱਤਾ। ਜਦੋਂ ਨਿਕਲ ਗਿਆ ਤਾਂ ਉਹਦੇ ਟਹਿਲੂਏ ਆਏ ਤਾਂ ਜਾਂ ਉਹਨਾਂ ਨੇ ਡਿੱਠਾ, ਵੇਖੋ ਚੁਬਾਰੇ ਦੇ ਬੂਹੇ ਵੱਜੇ ਹੋਏ ਸਨ। ਤਾਂ ਉਹ ਬੋਲੇ, ਉਹ ਵਾਖੋਰੀ ਚੁਬਾਰੇ ਵਿੱਚ ਸੁਚੇਤੇ ਬੈਠਾ ਹੋ। ਅਤੇ ਉਹ ਇੱਥੋਂ ਤੱਕ ਉਹਨੂੰ ਉਡੀਕਦੇ ਰਹੇ ਜੋ ਲੱਜਾਵਾਨ ਹੋਏ ਅਤੇ ਜੋ ਡਿੱਠਾ ਜੋ ਚੁਬਾਰੇ ਦਾ ਬੂਹਾ ਨਹੀਂ ਖੁੱਲਦਾ ਤਾਂ ਉਹਨਾਂ ਨੇ ਕੁੰਜੀ ਲਾ ਕੇ ਆਪ ਬੂਹਾ ਖੋਲਿਆ ਅਤੇ ਵੇਖੋ ਉਹਨਾਂ ਦਾ ਸੁਆਮੀ ਧਰਤੀ ਉੱਤੇ ਮੋਇਆ ਪਿਆ ਸੀ। ਉਹਨਾਂ ਦੇ ਉਡੀਕਣ ਦੇ ਚਿਰ ਵਿੱਚ ਇਹੂਦ ਭੱਜ ਗਿਆ ਅਤੇ ਪੱਥਰ ਦੀ ਖਾਨ ਤੋਂ ਲੰਘ ਗਿਆ ਅਤੇ ਸਹੀ ਰਾਹ ਦੇ ਵਿੱਚ ਜਾ ਕੇ ਬਚ ਗਿਆ। ਤਾਂ ਅਜਿਹਾ ਹੋਇਆ ਕਿ ਜਦੋਂ ਉੱਥੇ ਅੱਪੜਿਆ ਤਾਂ ਉਹਨੇ ਇਫਰਾਇਮ ਦੇ ਪਹਾੜ ਉੱਤੇ ਤੁਰਰੀ ਵਜਾਈ। ਤਾਂ ਇਸਰਾਏਲੀ ਉਸ ਦੇ ਨਾਲ ਪਹਾੜੋਂ ਉਤਰ ਆਏ ਅਤੇ ਉਹ ਉਹਨਾਂ ਦੇ ਅੱਗੇ ਅੱਗੇ ਹੋਇਆ। ਉਸ ਨੇ ਉਹਨਾਂ ਨੂੰ ਆਖਿਆ, ਮੇਰੇ ਮਗਰ ਮਗਰ ਤੁਰੋ, ਕਿਉਂ ਜੋ ਯਹੋਵਾ ਨੇ ਤੁਹਾਡੇ ਮੁਆਬੀ ਵੈਰੀਆਂ ਨੂੰ ਤੁਹਾਡੇ ਹੱਥ ਕਰ ਦਿੱਤਾ ਹੈ। ਸੋ ਉਹ ਉਸ ਦੇ ਪਿੱਛੇ ਲੱਥੇ ਅਤੇ ਯਰਦਨ ਦੀਆਂ ਪਤਨਾਂ ਨੂੰ ਜੋ ਮੁਆਬ ਦੇ ਵੱਲ ਸਨ ਮੱਲ ਲਿਆ ਅਤੇ ਇੱਕ ਨੂੰ ਵੀ ਪਾਰ न ਲੱਗਣ ਦਿੱਤਾ। ਉਸ ਵੇਲੇ ਮੁਆਬ ਦੇ 10,000 ਮਨੁੱਖ ਉਹਨਾਂ ਨੇ ਵੱਢ ਸੁੱਟੇ ਜੋ ਸਾਰੇ ਮੋਟੇ ਅਤੇ ਤਕੜੇ ਜਣੇ ਸਨ ਔਰ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ। ਸੋ ਉਸ ਦਿਨ ਇਸਰਾਏਲ ਦੇ ਹੱਥ ਵਿੱਚ ਮੁਆਬ ਆਇਆ ਅਤੇ 80 ਵਰ੍ਹਿਆਂ ਤੋੜੀ ਉਹ ਦੇਸ਼ ਸੁਖ ਭੋਗਦਾ ਰਿਹਾ। ਉਹਦੇ ਪਿੱਛੋਂ ਅਨਾਦ ਦਾ ਪੁੱਤਰ ਸ਼ਮਗਰ ਉੱਠਿਆ ਅਤੇ ਉਸਨੇ ਫਿਲਿਸਤੀਆਂ ਵਿੱਚੋਂ 600 ਮਨੁੱਖਾਂ ਨੂੰ ਬਲਦ ਦੀ ਪਰਾਇਣ ਨਾਲ ਮਾਰਿਆ। ਸੋ ਉਸਨੇ ਵੀ ਇਸਰਾਏਲ ਨੂੰ ਬਚਾਇਆ।
ਨਿਆਂਇਆਂ ਅਧਿਆਇ 4। ਇਹੂਦ ਦੇ ਮਰਨ ਦੇ ਮਗਰੋਂ ਇਸਰਾਏਲ ਨੇ ਯਹੋਵਾ ਦੇ ਅੱਗੇ ਫੇਰ ਬੁਰਾਈ ਕੀਤੀ, ਸੋ ਯਹੋਵਾ ਨੇ ਉਹਨਾਂ ਨੂੰ ਕਨਾਨ ਦੇ ਰਾਜਾ ਯਾਬੀਨ ਦੇ ਹੱਥ ਵਿੱਚ ਵੇਚ ਦਿੱਤਾ, ਜੋ ਹਸੋਰ ਵਿੱਚ ਰਾਜ ਕਰਦਾ ਸੀ, ਅਤੇ ਉਸ ਦੇ ਸੈਨਾਪਤੀ ਦਾ ਨਾਮ ਸਿਸਰਾ ਸੀ, ਜੋ ਓਪਰੀਆਂ ਕੌਮਾਂ ਦੇ ਹਰਸ਼ਤ ਵਿੱਚ ਵਸਦਾ ਸੀ। ਤਾਂ ਇਸਰਾਏਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ, ਕਿਉਂਕਿ ਉਸ ਦੇ ਕੋਲ 900 ਰਥ ਲੋਹੇ ਦੇ ਸਨ, ਅਤੇ ਉਸ ਨੇ 20 ਵਰ੍ਹਿਆਂ ਤੀਕਰ ਇਸਰਾਏਲੀਆਂ ਨੂੰ ਡਾਢਾ ਦੁੱਖ ਦਿੱਤਾ। ਉਸ ਵੇਲੇ ਲਪੀਦੋਤ ਦੀ ਪਤਨੀ ਦਬੋਰਾ ਨਬੀਆ ਇਸਰਾਏਲੀਆਂ ਦਾ ਨਿਆਂ ਕਰਦੀ ਹੁੰਦੀ ਸੀ। ਉਹ ਇਫਰਾਇਮ ਦੇ ਪਹਾੜ ਵਿੱਚ ਰਾਮਾ ਅਤੇ ਬੈਤਲ ਦੇ ਵਿਚਕਾਰ ਦਬੋਰਾ ਦੀ ਖਜੂਰ ਦੇ ਹੇਠ ਰਹਿੰਦੀ ਸੀ, ਅਤੇ ਇਸਰਾਏਲੀ ਉਸ ਦੇ ਕੋਲ ਨਿਆਂ ਦੇ ਲਈ ਆਉਂਦੇ ਸਨ। ਤਦ ਉਸ ਨੇ ਕਦਸ਼ ਨਫਤਾਲੀ ਤੋਂ ਅਬੀਨੋਮ ਦੇ ਪੁੱਤਰ ਬਾਰਾਕ ਨੂੰ ਸੱਦ ਕਰ ਲਿਆ, ਅਤੇ ਉਸ ਨੂੰ ਆਖਿਆ, ਭਲਾ ਯਹੋਵਾ ਇਸਰਾਏਲ ਦੇ ਪਰਮੇਸ਼ਰ ਨੇ ਆਗਿਆ ਨਹੀਂ ਦਿੱਤੀ ਭਈ ਜਾ ਅਤੇ ਤਬੋਰ ਦੇ ਪਹਾੜ ਵੱਲ ਲੋਕਾਂ ਨੂੰ ਪਰੇਰ ਅਤੇ ਨਫਤਾਲੀਆਂ ਤੇ ਜਬਲੂਨੀਆਂ ਵਿੱਚੋਂ 10,000 ਜਵਾਨ ਆਪਣੇ ਨਾਲ ਲੈ, ਅਰ ਮੈਂ ਕਿਸ਼ੋਨ ਦੀ ਨਦੀ ਕੋਲ ਯਾਬੀਨ ਦੇ ਸੈਨਾਪਤੀ ਸਿਸਰਾ ਅਤੇ ਉਸ ਦੇ ਰਥਾਂ ਨੂੰ ਅਤੇ ਉਸ ਦੀ ਭੀੜ ਭਾੜ ਨੂੰ ਤੇਰੇ ਕੋਲ ਖਿੱਚ ਲਿਆਵਾਂਗਾ, ਅਤੇ ਤੇਰੇ ਹੱਥਾਂ ਵਿੱਚ ਉਹਨੂੰ ਕਰ ਦਿਆਂਗਾ। ਬਾਰਾਕ ਨੇ ਉਹਨੂੰ ਆਖਿਆ, ਜੇ ਤੂੰ ਮੇਰੇ ਨਾਲ ਚੱਲੇਗੀ ਤਾਂ ਮੈਂ ਜਾਵਾਂਗਾ, ਪਰ ਜੇ ਤੂੰ ਮੇਰੇ ਨਾਲ ਨਾ ਚੱਲੇ ਤਾਂ ਮੈਂ ਵੀ ਨਹੀਂ ਜਾਂਦਾ। ਉਹ ਬੋਲੀ, ਜ਼ਰੂਰ ਮੈਂ ਤੇਰੇ ਨਾਲ ਤੁਰਾਂਗੀ, ਪਰ ਇਸ ਪੈਂਡੇ ਵਿੱਚ ਜੋ ਤੂੰ ਕਰਦਾ ਹੈ ਤੇਰਾ ਆਦਰ ਪਾਉ ਕੁਝ ਨਾ ਹੋਵੇਗਾ, ਕਿਉਂ ਜੋ ਯਹੋਵਾ ਸਿਸਰਾ ਨੂੰ ਇੱਕ ਤੀਵੇਂ ਦੇ ਹੱਥ ਵੇਚ ਦੇਵੇਗਾ। ਸੋ ਦਬੋਰਾ ਉੱਠੀ ਔਰ ਬਰਾਕ ਦੇ ਨਾਲ ਕੇਦਿਸ਼ ਨੂੰ ਗਈ। ਬਾਰਾਕ ਨੇ ਜਬਲੂਨ ਔਰ ਨਫਤਾਲੀ ਨੂੰ ਕੇਦਿਸ਼ ਵਿੱਚ ਇਕੱਠੇ ਸੱਦ ਲਿਆ, ਅਤੇ ਉਹ ਆਪਣੇ ਨਾਲ 10,000 ਮਨੁੱਖ ਲੈ ਕੇ ਚੜਿਆ, ਔਰ ਦਬੋਰਾ ਵੀ ਉਸ ਦੇ ਨਾਲ ਚੜੀ। ਹਬਰ ਕੇਨੀ ਨੇ, ਜੋ ਮੂਸਾ ਦੇ ਸਹੁਰੇ ਹੁਬਾਬ ਦੀ ਸੰਤਾਨ ਵਿੱਚੋਂ ਸੀ, ਆਪਣੇ ਆਪ ਨੂੰ ਕੀਨੀ ਤੋਂ ਅੱਡ ਕੀਤਾ, ਅਤੇ ਸਨੀਮ ਦੇ ਬਲੂਦ ਤੱਕ ਜੋ ਕੇਦਸ਼ ਦੇ ਲਾਗੇ ਹੈ ਆਪਣਾ ਤੰਬੂ ਲਾਇਆ ਸੀ। ਤਦ ਸਿਸਰਾ ਨੂੰ ਖਬਰ ਹੋਈ, ਜੋ ਅਬੀਨੋਮ ਦਾ ਪੁੱਤਰ ਬਾਰਾਕ ਤਾਬੋਰ ਦੇ ਪਹਾੜ ਉੱਤੇ ਚੜਿਆ ਹੈ। ਸਿਸਰਾ ਨੇ ਆਪਣੇ ਸਾਰੇ ਰਥ, ਜੋ ਲੋਹੇ ਦੇ 900 ਰਥ ਸਨ, ਅਤੇ ਆਪਣੇ ਨਾਲ ਦੇ ਸਾਰੇ ਲੋਕ ਓਪਰੀਆਂ ਕੌਮਾਂ ਦੇ ਹਰਸ਼ਤ ਤੋਂ ਕਿਸ਼ੋਨ ਦੀ ਨਦੀ ਤੋੜੀ ਇਕੱਠੇ ਕੀਤੇ। ਤਦ ਦਬੋਰਾ ਨੇ ਬਾਰਾਕ ਨੂੰ ਆਖਿਆ, ਭਈ ਉੱਠ, ਕਿਉਂ ਜੋ ਇਹ ਉਹ ਦਿਨ ਹੈ ਜਿਸ ਦੇ ਵਿੱਚ ਯਹੋਵਾ ਨੇ ਸਿਸਰਾ ਨੂੰ ਤੇਰੇ ਵੱਸ ਕਰ ਦਿੱਤਾ ਹੈ। ਭਲਾ ਯਹੋਵਾ ਤੇਰੇ ਮੋਰੇ ਨਹੀਂ ਨਿਕਲਿਆ? ਤਾਂ ਬਾਰਾਕ ਤੋਬੇਰ ਦੀ ਪਹਾੜੋਂ ਲੱਥਾ, ਔਰ 10,000 ਮਨੁੱਖ ਉਸ ਦੇ ਮਗਰ ਲੱਗੇ। ਤਾਂ ਯਹੋਵਾ ਨੇ ਸਿਸਰਾ ਨੂੰ ਅਤੇ ਉਹਦੇ ਸਾਰੇ ਰਥਾਂ ਨੂੰ ਅਤੇ ਉਹਦੀ ਸਾਰੀ ਫੌਜ ਨੂੰ ਬਾਰਾਕ ਦੇ ਅੱਗੇ ਤਲਵਾਰ ਦੀ ਤਾਰ ਨਾਲ ਹਰਾ ਦਿੱਤਾ, ਜੋ ਸਿਸਰਾ ਰਥੋਂ ਹੇਠਾਂ ਉਤਰ ਕੇ ਪੈਦਲ ਨੱਠਾ। ਅਤੇ ਬਾਰਾਕ ਨੇ ਫੌਜ ਅਤੇ ਰਥਾਂ ਦਾ ਪਿੱਛਾ ਓਪਰੀਆਂ ਕੌਮਾਂ ਦੇ ਹਰੋਸ਼ਤ ਤੋੜੀ ਕੀਤਾ, ਅਤੇ ਸਿਸਰਾ ਦੀ ਸਾਰੀ ਫੌਜ ਤਲਵਾਰ ਨਾਲ ਇਉਂ ਵੱਡੀ ਕਿ ਇੱਕ ਵੀ ਨਾ ਬਚਿਆ। ਅਤੇ ਸਿਸਰਾ ਪੈਦਲ ਭੱਜ ਕੇ ਹਬਰ ਕੇਨੀ ਦੀ ਵਹੁਟੀ ਯਾਇਲ ਦੇ ਤੰਬੂ ਵੱਲ ਗਿਆ, ਕਿਉਂ ਜੋ ਹਸੋਰ ਦੇ ਰਾਜਾ ਯਾਬੀਨ ਅਤੇ ਹਬਰ ਕੇਨੀ ਦੇ ਟੱਬਰ ਵਿੱਚ ਮੇਲ ਸੀ। ਤਦ ਯਾਇਲ ਸਿਸਰਾ ਦੇ ਮਿਲਣ ਨੂੰ ਨਿਕਲੀ, ਅਤੇ ਉਹਨੂੰ ਬੋਲੀ, ਆਓ ਮਹਾਰਾਜ, ਮੇਰੇ ਘਰ ਆਓ, ਅਰ ਡਰੋ ਨਾ। ਜਦੋਂ ਤੰਬੂ ਵਿੱਚ ਉਸਦੇ ਕੋਲ ਗਿਆ ਤਾਂ ਉਸਨੇ ਭੂਰੇ ਨਾਲ ਉਹਨੂੰ ਢੱਕ ਲਿਆ। ਤਾਂ ਉਸਨੇ ਉਸ ਨੂੰ ਆਖਿਆ, ਮੈਨੂੰ ਥੋੜਾ ਜਿਹਾ ਪਾਣੀ ਪਿਵਾ ਲੈ, ਕਿਉਂ ਜੋ ਮੈਨੂੰ ਤੇਹ ਲੱਗੀ ਹੈ। ਸੋ ਉਸਨੇ ਇੱਕ ਦੁੱਧ ਦੀ ਕਾੜਨੀ ਖੋਲ ਕੇ ਪਿਆਈ ਔਰ ਉਹਨੂੰ ਢੱਕ ਦਿੱਤਾ। ਫਿਰ ਉਹਨੇ ਉਸ ਨੂੰ ਆਖਿਆ, ਤੰਬੂ ਦੇ ਬੂਹੇ ਤੇ ਖਲੋ ਜਾ, ਅਤੇ ਅਜਿਹਾ ਹੋਵੇ ਕਿ ਜਾਂ ਕੋਈ ਆਵੇ ਔਰ ਤੇਥੋਂ ਪੁੱਛੇ ਭਈ ਇੱਥੇ ਕੋਈ ਮਨੁੱਖ ਹੈ, ਤਾਂ ਤੂੰ ਆਖੀ ਨਹੀਂ। ਤਦ ਹਬਰ ਦੀ ਵਹੁਟੀ ਯਾਇਲ ਨੇ ਤੰਬੂ ਦੀ ਇੱਕ ਕਿੱਲੀ ਚੱਕੀ ਅਤੇ ਇੱਕ ਮੁਗਲੀ ਹੱਥ ਵਿੱਚ ਲੈ ਲਈ, ਅਤੇ ਮਲਕੜੇ ਉਹਦੇ ਕੋਲ ਜਾ ਕੇ ਉਹਦੀ ਪੁਰਪਰੀ ਵਿੱਚ ਕਿੱਲੀ ਨੂੰ ਵਾੜ ਕੇ ਅਜਿਹਾ ਠੋਕਿਆ ਜੋ ਧਰਤੀ ਦੇ ਵਿੱਚ ਜਾ ਖੁੱਭੀ, ਇਸ ਲਈ ਜੋ ਉਹ ਥਕਾਵਟ ਤੋਂ ਕੂਕ ਸੁੱਤਾ ਪਿਆ ਸੀ ਸੋ ਮਰ ਗਿਆ। ਅਤੇ ਵੇਖੋ, ਜਾਂ ਬਾਰਾਕ ਸਿਸਰਾ ਦੇ ਮਗਰ ਤੁਰਿਆ ਤਾਂ ਯਾਇਲ ਉਹਦੇ ਮਿਲਣ ਨਿਕਲੀ, ਅਤੇ ਉਹਨੂੰ ਆਖਿਆ, ਆ ਅਤੇ ਤੈਨੂੰ ਮੈਂ ਉਹ ਮਨੁੱਖ ਵਿਖਾਵਾਂਗੀ ਜਿਹਨੂੰ ਤੂੰ ਭਾਲਦਾ ਹੈ। ਅਤੇ ਜਦ ਉਸ ਦੇ ਕੋਲ ਗਿਆ ਤਾਂ ਵੇਖੋ, ਸਿਸਰਾ ਮੋਇਆ ਪਿਆ ਸੀ, ਅਤੇ ਕਿੱਲੀ ਉਸ ਦੀ ਪੁਰਪੜੀ ਵਿੱਚ ਸੀ। ਸੋ ਉਸ ਦਿਨ ਪਰਮੇਸ਼ਰ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਇਸਰਾਏਲੀਆਂ ਦੇ ਅੱਗੇ ਹਰਾ ਦਿੱਤਾ, ਅਤੇ ਇਸਰਾਏਲੀਆਂ ਦਾ ਹੱਥ ਬਹੁਤ ਤਕੜਾ ਹੋਇਆ, ਅਤੇ ਕਨਾਨ ਦੇ ਰਾਜਾ ਯਾਬੀਨ ਉੱਤੇ ਸਮਰਥ ਹੋਇਆ, ਇੱਥੋਂ ਤੋੜੀ ਜੋ ਉਹਨਾਂ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਨਾਸ਼ ਕਰ ਸੁੱਟਿਆ। ਨਿਆਂਇਆਂ ਅਧਿਆਇ 5। ਉਸੇ ਦਿਨ ਦਬੋਰਾ ਤੇ ਅਬੀਨੋਅਮ ਦੇ ਪੁੱਤਰ ਬਾਰਾਕ ਨੇ ਇਉਂ ਗਾਇਆ, ਇਸਰਾਏਲ ਦੇ ਸਰਦਾਰਾਂ ਦੀ ਸਰਦਾਰੀ ਲਈ ਅਤੇ ਲੋਕਾਂ ਦੇ ਆਪੇ ਹੀ ਭਰਤੀ ਹੋਣ ਲਈ ਯਹੋਵਾ ਨੂੰ ਧੰਨ ਆਖੋ। ਹੇ ਰਾਜਿਓ, ਸੁਣੋ, ਅਤੇ ਹੇ ਰਾਜਪੁੱਤਰੋ, ਕੰਨ ਲਾਓ। ਮੈਂ ਯਹੋਵਾ ਲਈ ਗਾਵਾਂਗੀ, ਮੈਂ ਯਹੋਵਾ ਇਸਰਾਏਲ ਦੇ ਪਰਮੇਸ਼ਰ ਦੀ ਉਸਤਤ ਕਰਾਂਗੀ। ਹੇ ਯਹੋਵਾ, ਜਦ ਤੂੰ ਸੇਰ ਤੋਂ ਨਿਕਲਿਆ, ਜਦ ਤੂੰ ਅਦੋਮ ਦੀ ਭੂਮੀ ਤੋਂ ਤੁਰਿਆ, ਤਾਂ ਧਰਤੀ ਵੀ ਕੰਬ ਉੱਠੀ, ਆਕਾਸ਼ ਵੀ ਚੋ ਪਏ, ਘਟਾਂ ਤੋਂ ਵੀ ਕਣੀਆਂ ਵਰੀਆਂ, ਪਹਾੜ ਯਹੋਵਾ ਦੇ ਅੱਗਿਓਂ ਟਲ ਗਏ,
ਇਹ ਸਿਨਈ ਵੀ ਯਹੋਵਾ ਇਸਰਾਏਲ ਦੇ ਪਰਮੇਸ਼ਰ ਦੀ ਅੱਗਿਓਂ ਅਨਾਥ ਦੇ ਪੁੱਤਰ ਸ਼ਮਗਰ ਦੇ ਦਿਨਾਂ ਵਿੱਚ, ਯਾਇਲ ਦੇ ਦਿਨਾਂ ਵਿੱਚ ਸੜਕਾਂ ਵਿਹਲੀਆਂ ਰਹਿੰਦੀਆਂ ਸਨ ਅਤੇ ਰਾਹੀ ਪਿਆਂ ਦੇ ਰਾਹ ਤੁਰਦੇ ਸਨ। ਇਸਰਾਏਲ ਵਿੱਚ ਆਗੂ ਮੁੱਕ ਗਏ, ਉਹ ਉੱਕਾ ਹੀ ਮੁੱਕ ਗਏ, ਜਦ ਤੀਕ ਮੈਂ ਦੁਬਾਰਾ ਨਾ ਉੱਠੀ, ਜਦ ਤੀਕ ਮੈਂ ਇਸਰਾਏਲ ਵਿੱਚ ਮਾਤਾ ਬਣ ਕੇ ਨਾ ਉੱਠੀ। ਉਹਨਾਂ ਨੇ ਨਵੇਂ ਦਿਉਤੇ ਚੁਣੇ। ਤਦ ਫਾਟਕਾਂ ਕੋਲ ਲੜਾਈ ਹੋਈ। ਭਲਾ ਇਸਰਾਏਲ ਦੀਆਂ 40,000 ਵਿੱਚੋਂ ਇੱਕ ਢਾਲ ਜਾਂ ਇੱਕ ਬਰਛੀ ਵੀ ਦਿਸੀ। ਮੇਰਾ ਮਨ ਇਸਰਾਏਲ ਦੇ ਹਾਕਮਾਂ ਵੱਲ ਲੱਗਿਆ ਹੋਇਆ ਹੈ, ਜਿਨ੍ਹਾਂ ਨੇ ਆਪੋ ਆਪ ਨੂੰ ਲੋਕਾਂ ਵਿੱਚ ਖੁਸ਼ੀ ਨਾਲ ਪੇਸ਼ ਕੀਤਾ। ਯਹੋਵਾ ਨੂੰ ਧੰਨ ਆਖੋ। ਹੇ ਬੱਗਿਆਂ ਖੋਤਿਆਂ ਉੱਤੇ ਚੜ੍ਹਨ ਵਾਲਿਓ, ਹੇ ਨਫੀਸ ਗਲੀਚਿਆਂ ਉੱਤੇ ਬੈਠਣ ਵਾਲਿਓ, ਹੇ ਰਾਹ ਦੇ ਤੁਰਨ ਵਾਲਿਓ, ਤੁਸੀਂ ਇਹਦਾ ਚਰਚਾ ਕਰੋ। ਬੌਲੀਆਂ ਉੱਤੇ ਤੀਰ ਬਾਜ਼ਾਂ ਦੀ ਆਵਾਜ਼ ਤੋਂ ਦੂਰ ਉੱਥੇ ਉਹ ਯਹੋਵਾ ਦੇ ਧਰਮੀ ਕੰਮਾਂ ਨੂੰ ਸੁਣਾਉਣਗੇ, ਇਸਰਾਏਲ ਵਿੱਚ ਉਹਦੇ ਧਰਮੀ ਕੰਮਾਂ ਨੂੰ। ਤਦ ਯਹੋਵਾ ਦੇ ਲੋਕ ਫਾਟਕਾਂ ਕੋਲ ਗਏ। ਜਾਗ ਜਾਗ ਹੇ ਦਬੋਰਾ, ਜਾਗ ਜਾਗ ਤੇ ਗੀਤ ਗਾ। ਉੱਠ ਹੇ ਬਾਰਾਕ, ਅਬੀਨੋਮ ਦੇ ਪੁੱਤਰ, ਅਤੇ ਆਪਣੇ ਬੰਧੂਆਂ ਨੂੰ ਬੰਨ। ਤਦ ਮੁਖੀਆਂ ਦੇ ਬਕੀਏ ਨੇ ਪ੍ਰਜਾ ਦੇ ਉੱਤੇ ਰਾਜ ਕੀਤਾ। ਯਹੋਵਾ ਨੇ ਮੈਨੂੰ ਬਲਵਾਨਾਂ ਉੱਤੇ ਰਾਜ ਦਿੱਤਾ। ਇਫਰਾਇਮ ਵਿੱਚੋਂ ਉਹ ਆਏ ਜਿਨ੍ਹਾਂ ਦੀ ਜੜ ਅਮਾਲੇਕ ਵਿੱਚ ਸੀ। ਤੇਰੇ ਪਿੱਛੇ ਹੇ ਬਿਨਯਾਮੀਨ, ਤੇਰੇ ਲੋਕਾਂ ਵਿੱਚ ਮਾਕੀਰ ਵਿੱਚੋਂ ਹਾਕਮ ਉਤਰ ਆਏ, ਅਤੇ ਜ਼ਬੂਲੂਨ ਵਿੱਚੋਂ ਉਹ ਜਿਹੜੇ ਸੈਨਾਪਤੀ ਦਾ ਡੰਡਾ ਵਰਤਦੇ ਹਨ, ਅਤੇ ਇਸਕਾਰ ਦੇ ਸਰਦਾਰ ਦਬੋਰਾ ਦੇ ਨਾਲ ਸਨ। ਇਸਾਕਾਰ ਤੇ ਬਾਰਾਕ ਵੀ ਉਹ ਖੱਡ ਵਿੱਚ ਪੈਦਲ ਘੱਲਿਆ ਗਿਆ। ਰੂਬੇਨ ਦੇ ਜੱਥਿਆਂ ਵਿੱਚ ਵੱਡੀਆਂ ਵੱਡੀਆਂ ਚਿਤਮਣੀਆਂ ਹੋਈਆਂ। ਤੂੰ ਕਿਉਂ ਵਾੜਾਂ ਦੇ ਵਿੱਚ ਰਿਹਾ, ਇਜੜਾਂ ਦੇ ਮਿਆਂਕਣ ਨੂੰ ਸੁਣਨ ਲਈ? ਰੂਬੇਨ ਦੇ ਜੱਥਿਆਂ ਲਈ ਵੱਡੀਆਂ ਵੱਡੀਆਂ ਚਿਤਮਣੀਆਂ ਹੋਈਆਂ। ਗਿਲਿਆਦ ਯਰਦਨ ਪਾਰ ਵਸਿਆ, ਅਤੇ ਦਾਨ ਕਿਉਂ ਜਹਾਜ਼ਾਂ ਵਿੱਚ ਰਿਹਾ? ਅਸ਼ੇਰ ਸਮੁੰਦਰ ਦੇ ਕੰਢੇ ਉੱਤੇ ਵਸਿਆ ਅਤੇ ਆਪਣੇ ਘਾਟਾਂ ਵਿੱਚ ਬੈਠਾ ਰਿਹਾ। ਜਬਲੂਨ ਅਤੇ ਨਫਤਾਲੀ ਉਹ ਲੋਕ ਸਨ ਜਿਨ੍ਹਾਂ ਨੇ ਰੜੇ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੇ ਪ੍ਰਾਣਾਂ ਨੂੰ ਤੁੱਛ ਜਾਣਿਆ। ਰਾਜੇ ਆਣ ਕੇ ਲੜੇ, ਤਦ ਕਨਾਨ ਦੇ ਰਾਜੇ ਲੜੇ। ਤਨਾਕ ਵਿੱਚ ਮੱਗੀਦੋ ਦੇ ਪਾਣੀਆਂ ਕੋਲ ਉਹਨਾਂ ਨੇ ਚਾਂਦੀ ਦੀ ਲੁੱਟ ਨਾਲ ਲੁੱਟੀ। ਉਹ ਆਕਾਸ਼ੋਂ ਲੜੇ, ਤਾਰੇ ਆਪਣੀਆਂ ਦੌੜਾਂ ਵਿੱਚ ਸਿਸਰ ਨਾਲ ਲੜੇ। ਕਿਸ਼ੋਨ ਦੀ ਨਦੀ ਉਹਨਾਂ ਨੂੰ ਰੋੜ ਕੇ ਲੈ ਗਈ। ਉਹ ਪੁਰਾਣੀ ਨਦੀ, ਕਿਸ਼ੋਨ ਦੀ ਨਦੀ, ਹੇ ਮੇਰੀ ਜਾਨ, ਤੂੰ ਬਲ ਨਾਲ ਅੱਗੇ ਚੱਲ। ਤਦ ਘੋੜਿਆਂ ਦੇ ਖੁਰ ਟਾਪਾਂ ਮਾਰਦੇ ਸਨ ਬਲਵਾਨਾਂ ਦੇ ਕੁੱਦ ਕੁੱਦਣ ਤੋਂ। ਮੇਰੋਜ਼ ਨੂੰ ਸ਼ਰਾਪ ਦਿਓ। ਯਹੋਵਾ ਦੇ ਦੂਤ ਨੇ ਆਖਿਆ, ਉਹਦੇ ਵਸਨੀਕਾਂ ਨੂੰ ਕਰੜਾ ਸ਼ਰਾਪ ਦਿਓ, ਕਿਉਂ ਜੋ ਉਹ ਯਹੋਵਾ ਦੀ ਸਹਾਇਤਾ ਨੂੰ ਨਾ ਆਏ। ਯਹੋਵਾ ਦੀ ਸਹਾਇਤਾ ਨੂੰ ਸੂਰਬੀਰਾਂ ਦੇ ਵਿਰੁੱਧ। ਹਬਰ ਕੇਨੀ ਦੀ ਤੀਵੀਂ ਯਾਇਲ ਸਭਨਾਂ ਤੀਵੀਆਂ ਨਾਲੋਂ ਮੁਬਾਰਕ ਹੋਵੇ, ਉਸ ਤੰਬੂ ਦੀਆਂ ਤੀਵੀਂ ਨਾਲੋਂ ਮੁਬਾਰਕ। ਉਹਨੇ ਪਾਣੀ ਮੰਗਿਆ, ਉਸਨੇ ਦੁੱਧ ਦਿੱਤਾ। ਉਹ ਧਨੀਆ ਦੇ ਥਾਲ ਵਿੱਚ ਦਹੀਂ ਲਿਆਈ। ਉਸਨੇ ਆਪਣਾ ਹੱਥ ਕਿੱਲੀ ਉੱਤੇ ਲਾਇਆ ਅਤੇ ਆਪਣਾ ਸੱਜਾ ਹੱਥ ਕਾਰੀਗਰ ਦੀ ਮੁਗਲੀ ਉੱਤੇ ਅਤੇ ਸਿਸਰਾਂ ਨੂੰ ਠੋਕਿਆ। ਉਹਦੇ ਸਿਰ ਨੂੰ ਭੰਨ ਸੁੱਟਿਆ, ਉਹਦੀ ਪੁਰਪਟੀ ਨੂੰ ਦੁਸਾਰ ਪਾਰ ਬੰਨ੍ਹ ਦਿੱਤਾ। ਉਸਦੇ ਪੈਰਾਂ ਵਿੱਚ ਉਹ ਨਿਵਿਆ, ਉਹ ਡਿੱਗਿਆ, ਉਹ ਲੰਮਾ ਪਿਆ। ਉਸਦੇ ਪੈਰਾਂ ਵਿੱਚ ਉਹ ਨਿਵਿਆ, ਉਹ ਡਿੱਗ ਪਿਆ। ਜਿੱਥੇ ਉਹ ਨਿਵਿਆ ਉੱਥੇ ਹੀ ਉਹ ਮੁਰਦਾ ਡਿੱਗਿਆ। ਸਿਸਰਾ ਦੀ ਮਾਤਾ ਬਾਰੀ ਵਿੱਚੋਂ ਝਾਕ ਮਾਰ ਕੇ ਚੁਰਖੀ ਵਿੱਚੋਂ ਚਿল্ਲਾਈ, ਉਹਦੇ ਰੱਥ ਤੇ ਆਉਣ ਵਿੱਚ ਏਡਾ ਚਿਰ ਕਿਉਂ ਲੱਗਾ? ਉਹਦੇ ਰੱਥਾਂ ਦੇ ਪਹੀਏ ਢਿੱਲ ਕਿਉਂ ਲਾਉਂਦੇ ਹਨ? ਉਹਦੀਆਂ ਸਿਆਣੀਆਂ ਸਰਦਾਰਨੀਆਂ ਨੇ ਉਹਨੂੰ ਉੱਤਰ ਦਿੱਤਾ, ਸਗੋਂ ਉਸਨੇ ਆਪਣੇ ਆਪ ਨੂੰ ਉੱਤਰ ਦਿੱਤਾ। ਭਲਾ ਉਹ ਨਹੀਂ ਲੁੱਟ ਪਾ ਪਾ ਕੇ ਉਹਨੂੰ ਵੰਡਦੇ ਹਨ? ਇੱਕ ਇੱਕ ਵੀਰ ਨੂੰ ਇੱਕ ਦੋ ਕੁੜੀਆਂ ਅਤੇ ਸਿਸਰਾਂ ਨੂੰ ਰੰਗ ਬਰੰਗੇ ਬਸਤਰ ਦੀ ਲੁੱਟ, ਰੰਗ ਬਰੰਗੇ ਕੱਢਿਆ ਹੋਇਆਂ ਬਸਤਰਾਂ ਦੀ ਲੁੱਟ, ਲੁੱਟਿਆ ਹੋਇਆਂ ਦੀਆਂ ਧੌਣਾਂ ਦਾ ਦੋ ਪਾਸਾਂ ਕੰਢਿਆ ਹੋਇਆ ਰੰਗ ਬਰੰਗਾ ਬਸਤਰ। ਇਸੇ ਤਰ੍ਹਾਂ ਹੇ ਯਹੋਵਾ, ਤੇਰੇ ਸਾਰੇ ਵੈਰੀ ਨਾਸ ਹੋ ਜਾਣ, ਪਰ ਉਹਦੇ ਪ੍ਰੇਮੀ ਸੂਰਜ ਵਾਂਗਰ ਹੋਣ, ਜਦ ਉਹ ਆਪਣੇ ਬਲ ਨਾਲ ਚੜ੍ਹਦਾ ਹੈ। ਅਤੇ ਦੇਸ਼ ਨੂੰ 40 ਵਰ੍ਹੇ ਸੁਖ ਰਿਹਾ। ਨਿਆਂਇਆਂ ਅਧਿਆਇ 6। ਇਸਰਾਏਲੀਆਂ ਨੇ ਯਹੋਵਾ ਅੱਗੇ ਬੁਰਾਈ ਕੀਤੀ। ਤਦ ਯਹੋਵਾ ਨੇ ਉਹਨਾਂ ਨੂੰ 7 ਵਰ੍ਹੇ ਤੋੜੀ ਮਿਦਿਆਨੀਆਂ ਦੇ ਹੱਥ ਵਿੱਚ ਕਰ ਦਿੱਤਾ। ਮਿਦਿਆਨੀਆਂ ਦਾ ਹੱਥ ਇਸਰਾਏਲੀਆਂ ਉੱਤੇ ਤਕੜਾ ਹੋਇਆ, ਅਤੇ ਮਿਦਿਆਨੀਆਂ ਦੇ ਕਾਰਨ ਇਸਰਾਏਲੀਆਂ ਨੇ ਆਪਣੇ ਲਈ ਪਹਾੜਾਂ ਵਿੱਚ ਕੁਰੇ ਅਤੇ ਗੁਫਾ ਔਰ ਕੋਟ ਬਣਾਏ। ਅਤੇ ਅਜਿਹਾ ਹੁੰਦਾ ਸੀ, ਪਰ ਜਿਸ ਵੇਲੇ ਇਸਰਾਏਲੀ ਕੁਝ ਬੀਜਦੇ ਸਨ ਤਾਂ ਮਿਦਿਆਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਉਹਨਾਂ ਉੱਤੇ ਚੜਾਉਂਦੇ ਸਨ, ਅਤੇ ਉਹਨਾਂ ਦੇ ਸਾਹਮਣੇ ਤੰਬੂ ਲਾ ਕੇ ਪੈਲੀਆਂ ਦਾ ਫਲ ਆਜ਼ਾਦ ਦੇ ਅਪੜਨ ਤੋੜੀ ਉਜਾੜ ਦਿੰਦੇ ਸਨ। ਅਤੇ ਇਸਰਾਏਲ ਦੇ ਵਿੱਚ ਆਹਾਰ ਨਹੀਂ ਰਹਿਣ ਦਿੰਦੇ ਸਨ, ਨਾ ਭੇਡ, ਨਾ ਬਲਦ, ਨਾ ਖੋਤਾ, ਕਿਉਂ ਜੋ ਆਪਣੇ ਡੰਗਰ ਅਤੇ ਆਪਣੇ ਤੰਬੂਆਂ ਸਣੇ ਟਿੱਡੀ ਦੇ ਦਲ ਵਾਂਗ ਆਉਂਦੇ ਸਨ। ਅਤੇ ਉਹ ਔਰ ਉਹਨਾਂ ਦੇ ਊਠ ਅਣਗਿਣਤ ਸਨ, ਅਤੇ ਉਸ ਦੇਸ਼ ਵਿੱਚ ਵੜ ਕੇ ਉਹਨੂੰ ਉਜਾੜਦੇ ਸਨ। ਸੋ ਮਿਦਿਆਨੀਆਂ ਦੇ ਕਾਰਨ ਇਸਰਾਏਲੀ ਅਤ ਨਿਰਧਨ ਹੋ ਗਏ, ਅਤੇ ਇਸਰਾਏਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ।
ਅਜਿਹਾ ਹੋਇਆ ਜਾਂ ਇਸਰਾਏਲੀਆਂ ਨੇ ਮਿਦਿਆਨੀਆਂ ਦੇ ਕਾਰਨ ਯਹੋਵਾ ਅੱਗੇ ਦੁਹਾਈ ਦਿੱਤੀ ਤਾਂ ਯਹੋਵਾ ਨੇ ਇਸਰਾਏਲੀਆਂ ਕੋਲ ਇੱਕ ਨਬੀ ਘੱਲਿਆ, ਜਿਸ ਨੇ ਉਹਨਾਂ ਨੂੰ ਆਖਿਆ, ਯਹੋਵਾ ਇਸਰਾਏਲ ਦਾ ਪਰਮੇਸ਼ਰ ਇਹ ਆਖਦਾ ਹੈ, ਮੈਂ ਤੁਹਾਨੂੰ ਮਿਸਰ ਤੋਂ ਉਤਾਹ ਲਿਆਇਆ ਅਤੇ ਮੈਂ ਤੁਹਾਨੂੰ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ ਅਤੇ ਮਿਸਰੀਆਂ ਦੇ ਹੱਥੋਂ ਔਰ ਉਹਨਾਂ ਸਭਨਾਂ ਦੇ ਹੱਥੋਂ ਜਿਹੜੇ ਤੁਹਾਨੂੰ ਦੁੱਖ ਦਿੰਦੇ ਸਨ ਮੈਂ ਛੁਡਾਇਆ ਅਤੇ ਤੁਹਾਡੇ ਅੱਗੋਂ ਉਹਨਾਂ ਨੂੰ ਕੱਢ ਦਿੱਤਾ ਔਰ ਉਹਨਾਂ ਦਾ ਦੇਸ਼ ਤੁਹਾਨੂੰ ਦਿੱਤਾ ਅਤੇ ਮੈਂ ਤੁਹਾਨੂੰ ਆਖਿਆ, ਯਹੋਵਾ ਤੁਹਾਡਾ ਪਰਮੇਸ਼ਰ ਮੈਂ ਹਾਂ। ਸੋ ਤੁਸੀਂ ਅਮੋਰੀਆਂ ਦੇ ਦੇਵਤਿਆਂ ਕੋਲੋਂ ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਵਸਦੇ ਹੋ ਨਾ ਡਰੋ, ਪਰ ਤੁਸੀਂ ਮੇਰੇ ਬਚਨ ਦੇ ਸਰੋਤੇ ਨਾ ਬਣੇ। ਫਿਰ ਯਹੋਵਾ ਦਾ ਦੂਤ ਆਇਆ ਅਤੇ ਆਫਰਾ ਵਿੱਚ ਬਲੂਤ ਦੇ ਇੱਕ ਬਿਰਛ ਹੇਠ ਬੈਠਾ ਜਿਹੜਾ ਯੋਆਸ਼ ਅਬੀਅਜ਼ਰ ਦਾ ਸੀ। ਉਸ ਵੇਲੇ ਉਸ ਦਾ ਪੁੱਤਰ ਗਿਦੌਨ ਇੱਕ ਚਬੱਚੇ ਵਿੱਚ ਕਣਕ ਨੂੰ ਛੱਟ ਰਿਹਾ ਸੀ, ਇਸ ਕਰਕੇ ਜੋ ਮਿਦਿਆਨੀਆਂ ਦੇ ਹੱਥੋਂ ਲੁਕਾਵੇ। ਸੋ ਯਹੋਵਾ ਦੇ ਦੂਤ ਨੇ ਉਹਨੂੰ ਦਰਸ਼ਨ ਦਿੱਤਾ ਅਤੇ ਉਹਨੂੰ ਆਖਿਆ, ਹੇ ਤਕੜੇ ਸੂਰਬੀਰ, ਯਹੋਵਾ ਤੇਰੇ ਨਾਲ ਹੈ। ਗਿਦੌਨ ਨੇ ਉਸ ਨੂੰ ਆਖਿਆ, ਹੇ ਪ੍ਰਭੂ, ਜੋ ਯਹੋਵਾ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਵਿਪਤਾ ਸਾਡੇ ਉੱਤੇ ਕਾਹਨੂੰ ਪੈਂਦੀ ਅਤੇ ਉਹ ਸਾਰੇ ਅਚਰਜ ਕੰਮ ਕਿੱਥੇ ਹਨ ਜਿਹੜੇ ਸਾਡੇ ਪਿਓ ਦਾਦੇ ਸਾਨੂੰ ਬਾਤਾਂ ਪਾ ਕੇ ਇਉਂ ਸੁਣਾਉਂਦੇ ਸਨ, ਜੋ ਭਲਾ ਯਹੋਵਾ ਸਾਨੂੰ ਮਿਸਰ ਤੋਂ ਨਹੀਂ ਕੱਢ ਲਿਆ। ਪਰ ਹੁਣ ਯਹੋਵਾ ਨੇ ਸਾਨੂੰ ਤਿਆਗ ਦਿੱਤਾ ਅਤੇ ਸਾਨੂੰ ਮਿਦਿਆਨੀ ਦੇ ਹੱਥ ਕਰ ਦਿੱਤਾ। ਤਦ ਯਹੋਵਾ ਨੇ ਉਸ ਦੇ ਵੱਲ ਵੇਖ ਕੇ ਆਖਿਆ, ਤੂੰ ਆਪਣੇ ਇਸੇ ਬਲ ਨਾਲ ਜਾ ਅਤੇ ਤੂੰ ਇਸਰਾਏਲੀਆਂ ਨੂੰ ਮਿਦਿਆਨੀ ਦੇ ਹੱਥ ਛੁਡਾ, ਭਲਾ ਮੈਂ ਤੈਨੂੰ ਘੱਲਿਆ ਨਹੀਂ। ਉਹਨੇ ਉਸ ਨੂੰ ਆਖਿਆ, ਹੇ ਪ੍ਰਭੂ, ਮੈਂ ਇਸਰਾਏਲ ਨੂੰ ਕਿੱਕਰ ਬਚਾਵਾਂ? ਵੇਖ, ਮੇਰੇ ਟੱਬਰ ਮਨੁੱਸ਼ਾਂ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਓ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿੱਕਾ ਹਾਂ। ਤਾਂ ਯਹੋਵਾ ਨੇ ਉਹਨੂੰ ਆਖਿਆ, ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ ਅਤੇ ਤੂੰ ਮਿਦਿਆਨੀਆਂ ਨੂੰ ਇੱਕੋ ਮਨੁੱਖ ਵਾਂਗਰ ਵੱਢ ਸੁੱਟੇਂਗਾ। ਤਾਂ ਉਹਨੇ ਉਸ ਨੂੰ ਆਖਿਆ, ਜੇ ਕਦੀ ਮੈਂ ਤੇਰੇ ਅੱਗੇ ਹੁਣ ਕਿਰਪਾ ਪਾਈ ਹੈ ਤਾਂ ਕੋਈ ਨਿਸ਼ਾਨੀ ਮੈਨੂੰ ਵਿਖਾ, ਜੋ ਮੈਂ ਜਾਣਾ ਭਈ ਤੂੰ ਹੀ ਹੈ ਜਿਹੜਾ ਮੇਰੇ ਨਾਲ ਬੋਲਦਾ ਹੈ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਪਰ ਜਦ ਤੱਕ ਮੈਂ ਤੇਰੇ ਕੋਲ ਮੁੜ ਨਾ ਆਵਾਂ, ਆਪਣੀ ਭੇਟਾਂ ਨਾ ਲਿਆਵਾਂ ਅਤੇ ਤੇਰੇ ਅੱਗੇ ਉਹਨੂੰ ਅਰਪਣ ਨਾ ਕਰਾਂ, ਤਦ ਤੋੜੀ ਤੂੰ ਇੱਥੋਂ ਪੈਰ ਨਾ ਚੁੱਕੀ। ਸੋ ਉਸਨੇ ਆਖਿਆ, ਜਦ ਤੱਕ ਤੂੰ ਨਾ ਮੁੜੇਂਗਾ ਤਦ ਤੱਕ ਮੈਂ ਇੱਥੇ ਰਹਾਂਗਾ। ਤਦ ਗਿਦੌਨ ਗਿਆ ਅਤੇ ਉਹਨੇ ਇੱਕ ਪਠੋਰਾ, ਇੱਕ ਏਫਾ ਆਟੇ ਦੀਆਂ ਪਤੀਲੀ ਰੋਟੀਆਂ ਪਕਾਈਆਂ ਅਤੇ ਮਾਸ ਉਹਨੇ ਟੋਕਰੀ ਵਿੱਚ ਧਰਿਆ ਅਤੇ ਤਰੀਰ ਇੱਕ ਦੇਗਤੇ ਵਿੱਚ ਪਾ ਕੇ ਉਸ ਦੇ ਲਈ ਬਲੂਤ ਦੇ ਬਿਰਛ ਹੇਠ ਲਿਆ ਰੱਖੀ। ਤਦ ਯਹੋਵਾ ਦੇ ਦੂਤ ਨੇ ਉਹਨੂੰ ਕਿਹਾ, ਇਸ ਮਾਸ ਅਤੇ ਪਤੀਲੀਆਂ ਰੋਟੀਆਂ ਨੂੰ ਚੁੱਕ ਕੇ ਉਸ ਦੇ ਪੱਥਰ ਉੱਤੇ ਰੱਖ ਦੇ ਔਰ ਤਰੀਰ ਉਸ ਦੇ ਉੱਤੇ ਡੋਲ ਦੇ। ਸੋ ਉਸਨੇ ਉਸੇ ਤਰ੍ਹਾਂ ਕੀਤਾ। ਤਾਂ ਯਹੋਵਾ ਦੇ ਦੂਤ ਨੇ ਉਸ ਚਿੱਟੀ ਦੇ ਸਿਰੇ ਨਾਲ ਜਿਹੜੀ ਉਸ ਦੇ ਹੱਥ ਵਿੱਚ ਸੀ ਮਾਸ ਅਤੇ ਪਤੀਲੀ ਰੋਟੀਆਂ ਨੂੰ ਛੋਇਆ ਅਤੇ ਉਸ ਪੱਥਰ ਵਿੱਚੋਂ ਅੱਗ ਨਿਕਲੀ ਅਤੇ ਮਾਸ ਅਤੇ ਪਤੀਲੀ ਰੋਟੀ ਨੂੰ ਖਾ ਗਈ। ਤਦ ਯਹੋਵਾ ਦਾ ਦੂਤ ਉਹਦੇ ਨੇਤਰਾਂ ਤੋਂ ਅਲੋਪ ਹੋ ਗਿਆ। ਜਦ ਗਿਦੌਨ ਨੇ ਡਿੱਠਾ ਜੋ ਉਹ ਯਹੋਵਾ ਦਾ ਦੂਤ ਸੀ, ਤਾਂ ਗਿਦੌਨ ਨੇ ਆਖਿਆ, ਹਾਏ ਹਾਏ, ਹੇ ਪ੍ਰਭੂ ਯਹੋਵਾ, ਕਿਉਂ ਜੋ ਮੈਂ ਯਹੋਵਾ ਦੇ ਦੂਤ ਨੂੰ ਆਮੋ ਸਾਹਮਣੇ ਡਿੱਠਾ। ਤਦ ਯਹੋਵਾ ਨੇ ਉਹਨੂੰ ਆਖਿਆ, ਤੈਨੂੰ ਸੁਖ ਹੋਵੇ, ਡਰ ਨਾ, ਤੂੰ ਮਰੇਗਾ ਨਹੀਂ। ਤਦ ਗਿਦੌਨ ਨੇ ਉੱਥੇ ਯਹੋਵਾ ਦੇ ਲਈ ਜਗਵੇਦੀ ਬਣਾਈ ਔਰ ਉਸ ਦਾ ਨਾਮ ਯਹੋਵਾ ਸ਼ਲੋਮ ਧਰਿਆ। ਸੋ ਉਹ ਅਬੀ ਅਜ਼ੂਰੀਆਂ ਦੇ ਅਫਰਾ ਵਿੱਚ ਅੱਜ ਦੇ ਦਿਨ ਤੋੜੀ ਹੈ। ਤਾਂ ਅਜਿਹਾ ਹੋਇਆ ਜੋ ਉਸੇ ਰਾਤ ਯਹੋਵਾ ਨੇ ਉਹਨੂੰ ਆਖਿਆ, ਆਪਣੇ ਪਿਓ ਦਾ ਬਲਦ ਲੈ, ਅਰਥਾਤ ਉਹ ਦੂਜਾ ਬਲਦ ਜਿਹੜਾ 7 ਵਰ੍ਹਿਆਂ ਦਾ ਹੈ, ਅਤੇ ਬਾਲ ਦੀ ਜਗਵੇਦੀ ਜੋ ਤੇਰੇ ਪਿਓ। ਨਿਆਂਇਆਂ ਅਧਿਆਇ 7। ਤਦ ਯਰੁਬਾਲ ਜੋ ਗਿਦੌਨ ਹੈ ਸਾਰੇ ਲੋਕਾਂ ਸਣੇ ਜੋ ਉਹਦੇ ਨਾਲ ਸਨ ਪ੍ਰਭਾਤ ਵੇਲੇ ਉੱਠਿਆ ਅਤੇ ਹੈਰੋਦ ਦੇ ਸੋਤੇ ਕੋਲ ਤੰਬੂ ਲਾਏ ਅਤੇ ਮਿਦਿਆਨੀਆਂ ਦੀ ਛਾਉਣੀ ਉਹਨਾਂ ਦੇ ਉੱਤਰ ਵੱਲ ਮੋਰੀ ਪਹਾੜ ਦੇ ਕੋਲ ਦੂਣ ਵਿੱਚ ਸੀ। ਤਾਂ ਯਹੋਵਾ ਨੇ ਗਿਦੌਨ ਨੂੰ ਆਖਿਆ, ਮਿਦਿਆਨੀਆਂ ਨੂੰ ਤੇਰੇ ਵੱਸ ਵਿੱਚ ਕਰਨ ਲਈ ਲੋਕ ਤੇਰੇ ਨਾਲ ਬਹੁਤ ਵੱਧ ਹਨ। ਅਜਿਹਾ ਨਾ ਹੋਵੇ ਜੋ ਇਸਰਾਏਲ ਮੇਰੇ ਸਾਹਮਣੇ ਆਕੜ ਕੇ ਆਖੇ, ਭਈ ਮੇਰੀ ਹੱਥ ਨੇ ਮੈਨੂੰ ਬਚਾਇਆ। ਸੋ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਢੰਡੋਰਾ ਫੇਰ ਅਤੇ ਆਖ, ਭਈ ਜਿਹੜਾ ਘਾਬਰਦਾ ਹੈ ਅਤੇ ਡਰਦਾ ਹੈ ਸੋ ਮੁੜ ਜਾਏ ਅਤੇ ਗਿਲਿਆਦ ਪਹਾੜ ਤੋਂ ਛੇਤੀ ਵਿਦਿਆ ਹੋਵੇ। ਸੋ ਲੋਕਾਂ ਵਿੱਚੋਂ 22,000 ਮਨੁੱਖ ਮੁੜ ਗਏ ਅਤੇ 10,000 ਪਿੱਛੇ ਰਹੇ। ਤਦ ਯਹੋਵਾ ਨੇ ਗਿਦੌਨ ਨੂੰ ਆਖਿਆ, ਅਜੇ ਵੀ ਲੋਕ ਵਧੀਕ ਹਨ, ਸੋ ਉਹਨਾਂ ਨੂੰ ਪਾਣੀ ਦੇ ਕੋਲ ਹੇਠਾਂ ਲਿਆ ਅਤੇ ਮੈਂ ਤੇਰੇ ਲਈ ਉੱਥੇ ਉਹਨਾਂ ਦਾ ਪਰਤਾਵਾ ਲਵਾਂਗਾ। ਅਤੇ ਅਜਿਹਾ ਹੋਵੇਗਾ ਕਿ ਜਿਹਦੇ ਲਈ ਮੈਂ ਤੈਨੂੰ ਆਖਾਂ ਭਈ ਇਹ ਤੇਰੇ ਨਾਲ ਜਾਵੇ ਅਤੇ ਉਹ ਸਭੇ ਜਿਨ੍ਹਾਂ ਦੇ ਲਈ ਮੈਂ ਆਖਾਂ ਭਈ ਇਹ ਤੇਰੇ ਨਾਲ ਨਾ ਜਾਣ ਸੋ ਤੇਰੇ ਨਾਲ ਨਾ ਜਾਣ। ਸੋ ਉਹ ਲੋਕਾਂ ਨੂੰ ਹੇਠਾਂ ਪਾਣੀ ਕੋਲ ਲੈ ਆਇਆ ਅਤੇ ਯਹੋਵਾ ਨੇ ਗਿਦੌਨ ਨੂੰ ਆਖਿਆ, ਜਿਹੜਾ ਮਨੁੱਖ ਕੁੱਤੇ ਵਾਂਗੂ ਲੱਕ ਲੱਕ ਕਰਕੇ ਪਾਣੀ ਪੀਵੇ ਤਾਂ ਅਜਿਹਾ ਤੂੰ ਵੱਖਰਾ ਰੱਖ, ਅਰ ਤੇਰਾ ਹੀ ਜੋ ਆਪਣੇ ਗੋਡੇ ਨਿਵਾ ਕੇ ਪਾਣੀ ਪੀਵੇ। ਸੋ ਉਹਨੇ ਆਪਣਾ ਹੱਥ ਮੂੰਹ ਲਾ ਕੇ ਲੱਕ ਲੱਕ ਕਰਕੇ ਪਾਣੀ ਪੀਤਾ। ਉਹ ਗਿਣਤੀ ਵਿੱਚ 300 ਮਨੁੱਖ ਸਨ, ਪਰ ਰਹਿੰਦੇ ਸਭਨਾਂ ਲੋਕਾਂ ਨੇ ਪਾਣੀ ਪੀਣ ਲਈ ਗੋਡੇ ਨਿਵਾਏ। ਤਦ ਯਹੋਵਾ ਨੇ ਗਿਦੌਨ ਨੂੰ ਆਖਿਆ, ਮੈਂ ਇਹਨਾਂ 300 ਮਨੁੱਖਾਂ ਨਾਲ ਜਿਨ੍ਹਾਂ ਨੇ ਲੱਕ ਲੱਕ ਕਰਕੇ ਪਾਣੀ ਪੀਤਾ ਹੈ ਤੁਹਾਨੂੰ ਬਚਾਵਾਂਗਾ
ਅਤੇ ਮਿਦਿਆਨੀਆਂ ਨੂੰ ਤੇਰੇ ਹੱਥ ਵਿੱਚ ਕਰ ਦਿਆਂਗਾ ਅਤੇ ਰਹਿੰਦੇ ਸਭਨਾਂ ਲੋਕਾਂ ਨੂੰ ਆਪੋ ਆਪਣੇ ਘਰ ਮੁੜਨ ਦੇ। ਤਦ ਉਹਨਾਂ ਲੋਕਾਂ ਨੇ ਆਪਣੀ ਰਸਤ ਔਰ ਆਪਣੀਆਂ ਤੁਰੀਆਂ ਚੁੱਕ ਲਈਆਂ ਅਤੇ ਰਹਿੰਦੇ ਸਭੇ ਇਸਰਾਏਲ ਵਿੱਚੋਂ ਆਪੋ ਆਪਣੇ ਤੰਬੂ ਵੱਲ ਉਹ ਨਿਕਲੇ। ਪਰ ਉਹਨਾਂ 300 ਨੂੰ ਉਹਨੇ ਆਪਣੇ ਕੋਲ ਰੱਖਿਆ ਅਤੇ ਮਿਦਿਆਨੀਆਂ ਦੀ ਛਾਉਣੀ ਉਸ ਦੀ ਹੇਠ ਦੂਣ ਵਿੱਚ ਸੀ। ਤਾਂ ਅਜੇ ਹੋਇਆ ਜੋ ਉਸ ਰਾਤ ਯਹੋਵਾ ਨੇ ਉਹਨੂੰ ਆਖਿਆ, ਉੱਠ ਅਤੇ ਉਸ ਦਲ ਦੇ ਕੋਲ ਜਾ, ਕਿਉਂ ਜੋ ਮੈਂ ਉਸ ਨੂੰ ਤੇਰੇ ਅਧੀਨ ਕਰ ਦਿੱਤਾ ਹੈ। ਜੇ ਤੂੰ ਇਕੱਲਾ ਲੈਣ ਤੋਂ ਡਰਦਾ ਹੈ ਤਾਂ ਤੂੰ ਆਪਣੇ ਟਹਿਲੂਏ ਫੁਰਾ ਦੇ ਨਾਲ ਦਲ ਵੱਲ ਰਹਿ ਜਾ। ਤੂੰ ਸੁਣ ਲਵੇਂਗਾ ਜੋ ਕੀ ਆਖਦੇ ਹਨ। ਇਹਦੇ ਪਿੱਛੋਂ ਤੇਰੇ ਹੱਥਾਂ ਵਿੱਚ ਜ਼ੋਰ ਆਵੇਗਾ ਅਤੇ ਤੂੰ ਉਸ ਨੂੰ ਪੜਾਅ ਦੇ ਕੋਲ ਲੈ ਸਕੇਗਾ। ਸੋ ਉਸ ਆਪਣੇ ਟਹਿਲੂਏ ਫੁਰਾ ਨੂੰ ਨਾਲ ਲੈ ਕੇ ਉਹਨਾਂ ਸਿਪਾਹੀਆਂ ਤੱਕ ਗਿਆ ਜਿਹੜੇ ਪੜਾਅ ਦੇ ਬੰਨੇ ਉੱਤੇ ਸਨ। ਮਿਦਿਆਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਦੂਣ ਦੇ ਵਿੱਚ ਟਿੱਡੀਆਂ ਵਾਂਗਰ ਢੇਰ ਸਾਰੇ ਪਏ ਸਨ ਅਤੇ ਉਹਨਾਂ ਦੇ ਊਠ ਸਮੁੰਦਰ ਦੇ ਕੰਢੇ ਦੇ ਰੇਤ ਵਰਗੇ ਅਣਗਿਣਤ ਸਨ। ਜਦ ਗਿਦੌਨ ਅਪੜਿਆ ਤਾਂ ਵੇਖੋ, ਉੱਥੇ ਇੱਕ ਮਨੁੱਖ ਸੀ ਜੋ ਆਪਣੇ ਨਾਲ ਦੇ ਨੂੰ ਇੱਕ ਸੁਪਨਾ ਸੁਣਾਉਂਦਾ ਪਿਆ ਸੀ ਅਤੇ ਉਹਨੇ ਆਖਿਆ, ਵੇਖੋ ਮੈਂ ਇੱਕ ਸੁਪਨਾ ਡਿੱਠਾ ਹੈ ਵੀ ਜਵਾਂ ਦਾ ਇੱਕ ਫੁਲਕਾ ਮਿਦਿਆਨੀ ਡੇਰੇ ਵਿੱਚ ਰੁੜ ਆਇਆ ਅਤੇ ਇੱਕ ਤੰਬੂ ਨਾਲ ਆ ਲੱਗਾ ਔਰ ਉਸ ਤੰਬੂ ਨੂੰ ਅਜਿਹਾ ਮਾਰਿਆ ਜੋ ਡਿੱਗ ਪਿਆ ਅਤੇ ਮੁੱਦਾ ਕਰ ਸੁੱਟਿਆ, ਅਜਿਹਾ ਜੋ ਉਹ ਤੰਬੂ ਵਿਚ ਗਿਆ। ਤਾਂ ਉਹਦੇ ਨਾਲ ਦੇ ਨੇ ਉੱਤਰ ਦੇ ਕੇ ਆਖਿਆ, ਯੋਆਸ਼ ਦੇ ਪੁੱਤਰ ਗਿਦੌਨ ਇਸਰਾਏਲੀ ਮਨੁੱਖ ਦੀ ਤਲਵਾਰ ਖੁਣੋ, ਹੋਰ ਇਹਦਾ ਕੋਈ ਅਰਥ ਨਹੀਂ। ਪਰਮੇਸ਼ਰ ਨੇ ਮਿਦਿਆਨ ਅਤੇ ਸਾਰੀ ਫੌਜ ਉਹਦੇ ਹੱਥ ਕਰ ਦਿੱਤੀ। ਅਜਿਹਾ ਹੋਇਆ ਭਈ ਜਿਸ ਵੇਲੇ ਗਿਦੌਨ ਨੇ ਇਹ ਸੁਪਨਾ ਤੇ ਉਸ ਦਾ ਅਰਥ ਸੁਣਿਆ ਤਾਂ ਮੱਥਾ ਟੇਕਿਆ ਔਰ ਇਸਰਾਏਲੀ ਫੌਜ ਨੂੰ ਮੁੜ ਆਇਆ ਔਰ ਬੋਲਿਆ, ਉੱਠੋ, ਕਿਉਂ ਜੋ ਯਹੋਵਾ ਨੇ ਮਿਦਿਆਨੀ ਫੌਜ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ। ਤਦ ਉਹਨੇ 300 ਮਨੁੱਖਾਂ ਦੀਆਂ 3 ਟੋਲੀਆਂ ਕੀਤੀਆਂ ਅਤੇ ਇੱਕ ਇੱਕ ਦੇ ਹੱਥ ਵਿੱਚ ਇੱਕ ਤੁਰਰੀ ਔਰ ਸਖਣਾ ਕੜਾ ਦਿੱਤਾ ਔਰ ਇੱਕ ਇੱਕ ਮਸ਼ਾਲ ਕੜਨ ਦੇ ਵਿੱਚ ਰੱਖ ਦਿੱਤੀ ਅਤੇ ਉਹਨਾਂ ਨੂੰ ਆਖਿਆ, ਮੇਰੇ ਵੱਲ ਵੇਖ ਕੇ ਮੇਰੇ ਵਾਂਗੂ ਕੰਮ ਕਰਨਾ ਅਤੇ ਸੁਚੇਤ ਰਹੋ। ਜਦ ਮੈਂ ਪੜਾਅ ਦੇ ਬੰਨੇ ਉੱਤੇ ਜਾ ਪੁੱਜਾਂ ਤਾਂ ਜੋ ਕੁਝ ਮੈਂ ਕਰਾਂ ਸੋ ਤੁਸੀਂ ਵੀ ਕਰਨਾ। ਜਦ ਮੈਂ ਅਤੇ ਉਹ ਸਭੇ ਜੋ ਮੇਰੇ ਨਾਲ ਦੇ ਹਨ ਤੁਰੀਆਂ ਵਜਾਈਏ ਤਾਂ ਤੁਸੀਂ ਸਭਨਾਂ ਨੇ ਵੀ ਪੜਾਅ ਦੇ ਸਭਨੇ ਬੰਨੀ ਤੁਰੀਆਂ ਵਜਾਉਣੀਆਂ ਅਤੇ ਇਹ ਜੈਕਾਰਾ ਬੁਲਾਇਓ, ਯਹੋਵਾ ਅਤੇ ਗਿਦੌਨ ਦੀ ਜੈ। ਉਪਰੰਤ ਗਿਦੌਨ ਅਤੇ ਉਹ 100 ਮਨੁੱਖ ਜੋ ਉਹਦੇ ਨਾਲ ਸਨ ਦੂਜੇ ਪਹਿਰੇ ਦੇ ਵੇਲੇ ਪੜਾਅ ਦੇ ਕੰਢੇ ਉੱਤੇ ਆਏ। ਉਸ ਵੇਲੇ ਪਹਿਰੇ ਅਜੇ ਹੁਣੇ ਬਦਲੇ ਸਨ ਤਾਂ ਉਹਨਾਂ ਨੇ ਤੁਰੀਆਂ ਵਜਾਈਆਂ ਅਤੇ ਉਹਨੇ ਘੜਿਆਂ ਨੂੰ ਜੋ ਉਹਨਾਂ ਦੇ ਹੱਥ ਵਿੱਚ ਸਨ ਭੰਨ ਸੁੱਟਿਆ ਅਤੇ ਉਹਨਾਂ 3 ਟੋਲੀਆਂ ਨੇ ਤੁਰੀਆਂ ਵਜਾਈਆਂ ਅਤੇ ਘੜੇ ਭੰਨ ਸੁੱਟੇ ਅਤੇ ਮਛਾਲਾਂ ਨੂੰ ਆਪਣੇ ਖੱਬੇ ਹੱਥ ਵਿੱਚ ਫੜ ਲਿੱਤਾ ਅਤੇ ਤੁਰੀਆਂ ਵਜਾਉਣ ਲਈ ਆਪਣੇ ਸੱਜੇ ਹੱਥ ਵਿੱਚ ਅਤੇ ਜੈਕਾਰਾ ਬੁਲਾਇਆ, ਪਰਮੇਸ਼ਰ ਦੀ ਅਤੇ ਗਿਦੌਨ ਦੀ ਤੇਗ। ਅਤੇ ਉਹਨਾਂ ਵਿੱਚੋਂ ਸਭ ਕੋਈ ਮਨੁੱਖ ਆਪਣੇ ਆਪਣੇ ਥਾਂ ਸਿਰ ਛਾਉਣੀ ਦੇ ਚੁਫੇਰੇ ਖਲੋਤਾ ਸੀ। ਤਦ ਸਾਰੀ ਫੌਜ ਦੌੜੀ ਅਤੇ ਢਾਡਾ ਮਾਰਦੀ ਭੱਜ ਨਿਕਲੀ। ਉਹਨਾਂ ਨੇ ਉਹ 300 ਤੁਰੀਆਂ ਵਜਾਈਆਂ ਅਤੇ ਯਹੋਵਾ ਨੇ ਸਭਨਾਂ ਦੀ ਤਲਵਾਰ ਉਹਨਾਂ ਦੇ ਨਾਲ ਦਿਆਂ ਅਤੇ ਸਾਰੀ ਫੌਜ ਤੇ ਚਲਵਾਈ ਅਤੇ ਫੌਜ ਬੈਤਸ਼ਟਾ ਨੂੰ ਸਰੇਰਾ ਦੀ ਵੱਲ ਅਬੇਲ ਮੁਲਾ ਤੱਕ ਜੋ ਟਬਾਤ ਕੋਲ ਹੈ ਭੱਜ ਗਈ। ਤਦ ਇਸਰਾਏਲੀ ਲੋਕ ਨਫਤਾਲੀ ਅਤੇ ਅਸ਼ੇਰ ਅਤੇ ਸਾਰੇ ਮਨੁੱਸ਼ਾਂ ਦੇ ਇਕੱਠੇ ਹੋ ਕੇ ਨਿਕਲੇ ਅਤੇ ਮਿਦਿਆਨੀਆਂ ਦੇ ਮਗਰ ਪੈ ਗਏ। ਤਾਂ ਗਿਦੌਨ ਨੇ ਇਫਰਾਇਮ ਦੇ ਸਾਰੇ ਪਹਾੜ ਵਿੱਚ ਹਲਕਾਰੇ ਘੱਲੇ ਅਤੇ ਆਖਿਆ, ਮਿਦਿਆਨੀਆਂ ਦਾ ਸਾਹਮਣਾ ਕਰਨ ਨੂੰ ਲੈ ਆਓ ਅਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਾਣੀਆਂ ਨੂੰ ਬੈਤ ਬਾਹਰ ਤੋੜੀ ਅਤੇ ਯਰਦਨ ਨੂੰ ਮੱਲ ਲਓ। ਤਦ ਸਾਰੇ ਇਫਰਾਇਮੀਆਂ ਨੇ ਇਕੱਠੇ ਹੋ ਕੇ ਪਾਣੀਆਂ ਨੂੰ ਬੈਤ ਬਰਾ ਅਤੇ ਯਰਦਨ ਤੋੜੀ ਮੱਲ ਲਿਆ ਅਤੇ ਉਹਨਾਂ ਨੇ ਮਿਦਿਆਨ ਦੀਆਂ 2 ਸਰਦਾਰਾਂ ਨੂੰ ਓਰੇਬ ਅਤੇ ਜ਼ੇਬ ਨੂੰ ਫੜਿਆ ਅਤੇ ਓਰੇਬ ਦੇ ਪੱਥਰਾਂ ਉੱਤੇ ਓਰੇਬ ਨੂੰ ਅਤੇ ਜ਼ੇਬ ਦੇ ਵੇਲਣੇ ਕੋਲ ਜ਼ੇਬ ਨੂੰ ਵੱਢ ਸੁੱਟਿਆ ਅਤੇ ਮਿਦਿਆਨ ਦੇ ਮਗਰ ਪਏ ਅਤੇ ਓਰੇਬ ਔਰ ਜ਼ੇਬ ਦੇ ਸਿਰ ਯਰਦਨ ਦੇ ਪਾਰ ਗਿਦੌਨ ਕੋਲ ਲੈ ਆਏ। ਨਿਆਂਇਆਂ ਅਧਿਆਇ 8। ਇਫਰਾਇਮ ਦੇ ਲੋਕਾਂ ਨੇ ਉਹਨੂੰ ਆਖਿਆ, ਤੈਂ ਸਾਡੇ ਨਾਲ ਇਹ ਕੀ ਕੀਤਾ? ਜਿਸ ਵੇਲੇ ਤੂੰ ਮਿਦਿਆਨੀ ਨਾਲ ਲੜਨ ਲਈ ਗਿਆ ਤਾਂ ਸਾਨੂੰ ਨਾ ਦੱਸਿਆ। ਤਾਂ ਉਹਨਾਂ ਨੇ ਉਹਦੇ ਨਾਲ ਡਾਢਾ ਝਗੜਾ ਕੀਤਾ। ਤਾਂ ਉਹਨੇ ਉਹਨਾਂ ਨੂੰ ਆਖਿਆ, ਹੁਣ ਮੈਂ ਤੁਹਾਡੇ ਸਮਾਨ ਕੀ ਕੀਤਾ ਹੈ? ਭਲਾ ਇਫਰਾਇਮ ਦੇ ਦਾਖਾਂ ਦੀ ਰਹਿੰਦ ਖੂੰਦ ਅਬੀ ਅਜ਼ਰ ਦੇ ਦਾਖਾਂ ਦੀ ਫਸਲ ਨਾਲੋਂ ਚੰਗੀ ਨਹੀਂ? ਪਰਮੇਸ਼ਰ ਨੇ ਮਿਦਿਆਨ ਦੇ ਸਰਦਾਰ ਓਰੇਬ ਅਤੇ ਜ਼ੇਬ ਨੂੰ ਤੁਹਾਡੇ ਵਸ ਕਰ ਦਿੱਤਾ। ਹੋਰ ਤੁਹਾਡੇ ਸਮਾਨ ਕੰਮ ਕਰਨ ਦੀ ਮੇਰੀ ਕੀ ਸਮਰੱਥਾ ਸੀ? ਜਦ ਉਹਨੇ ਇਹ ਆਖਿਆ ਤਾਂ ਉਹਨਾਂ ਦਾ ਕ੍ਰੋਧ ਉਸ ਤੋਂ ਘਟ ਗਿਆ। ਗਿਦੌਨ ਯਰਦਨ ਕੋਲ ਆਇਆ ਅਤੇ ਉਹ 300 ਆਪਣੇ ਨਾਲ ਦੇ ਨਾਲ ਪਾਰ ਲੰਘਿਆ। ਉਹ ਹੁੱਸੇ ਹੋਏ ਤੇ ਸਨ ਪਰ ਮਗਰ ਲੱਗੀ ਗਏ। ਤਦ ਉਹਨੇ ਸਕੋਤ ਦੇ ਲੋਕਾਂ ਨੂੰ ਆਖਿਆ, ਵੀ ਜਿਹੜੇ ਮੇਰੇ ਨਾਲ ਹਨ ਇਹਨਾਂ ਲੋਕਾਂ ਨੂੰ ਰੋਟੀਆਂ ਦਿਓ, ਕਿਉਂ ਜੋ ਇਹ ਹੁੱਸੇ ਹੋਏ ਹਨ ਅਤੇ ਮੈਂ ਮਿਦਿਆਨ ਦੇ 2 ਰਾਜਿਆਂ ਜ਼ਬਾ ਅਤੇ ਸੁਲਮੁਨਾ ਦੇ ਮਗਰ ਪਿਆ ਹੋਇਆ ਹਾਂ। ਤਾਂ ਸਕੋਤ ਦੇ ਸਰਦਾਰਾਂ ਨੇ ਆਖਿਆ, ਭਲਾ ਜ਼ਬਾ ਅਤੇ ਸਲਮੁਨਾ ਦੇ ਹੱਥ ਅਜੇ ਤੇਰੇ ਹੱਥ ਵਿੱਚ ਆ ਗਏ ਹਨ
ਜੋ ਅਸੀਂ ਤੇਰੀ ਫੌਜ ਨੂੰ ਰੋਟੀਆਂ ਦੇਈਏ। ਗਿਦੌਨ ਬੋਲਿਆ, ਅੱਛਾ, ਜਿਸ ਵੇਲੇ ਯਹੋਵਾ ਜ਼ਬਾ ਅਤੇ ਸਲਮੁਨਾ ਨੂੰ ਮੇਰੇ ਹੱਥਾਂ ਹੇਠ ਕਰ ਦੇਵੇਗਾ ਤੇ ਮੈਂ ਤੁਹਾਡੇ ਮਾਸ ਨੂੰ ਕਰੀਰ ਅਤੇ ਮਲਿਆਂ ਨਾਲ ਛਿੱਲਾਂਗਾ। ਉਥੋਂ ਪਨੂਏਲ ਨੂੰ ਗਿਆ ਅਤੇ ਉੱਥੋਂ ਦੇ ਲੋਕਾਂ ਤੋਂ ਇਸੇ ਤਰ੍ਹਾਂ ਮੰਗਿਆ। ਸੋ ਪਨੂਏਲ ਦੇ ਲੋਕਾਂ ਨੇ ਵੀ ਉਹ ਉੱਤਰ ਦਿੱਤਾ ਜੋ ਸਕੋਥੇ ਨੇ ਦਿੱਤਾ ਸੀ। ਸੋ ਪਨੂਏਲ ਦੇ ਵਾਸੀ ਨੂੰ ਵੀ ਉਹਨੇ ਆਖਿਆ, ਭਈ ਜਦ ਮੈਂ ਸੁਖ ਸਾਂਦ ਨਾਲ ਮੁੜਾਂਗਾ ਤਾਂ ਮੈਂ ਇਸ ਬੁਰਜ ਨੂੰ ਢਾਵਾਂਗਾ। ਜ਼ਬਾ ਅਰ ਸਲਮੁਨਾ ਆਪਣੀ ਫੌਜ ਸਣੇ, ਜੋ ਪੂਰਬ ਦੇ ਲੋਕਾਂ ਵਿੱਚੋਂ 15,000 ਰਹਿੰਦੇ ਸਨ, ਕਰਕੋਰ ਦੇ ਵਿੱਚ ਸਨ, ਕਿਉਂ ਜੋ ਉਹ 1,20,000 ਹਥਿਆਰਬੰਦ ਵੱਡੇ ਗਏ ਸਨ। ਤਦ ਗਿਦੌਨ ਉਹਨਾਂ ਦੇ ਰਾਹ ਥਾਣੀ ਗਿਆ ਜੋ ਨਬੋ ਅਤੇ ਯਾਗਬਾਹਾ ਦੇ ਚੜ੍ਹਦੇ ਰੁੱਖ ਤੰਬੂਆਂ ਦੇ ਵਿੱਚ ਰਹਿੰਦੇ ਸਨ, ਅਤੇ ਉਸ ਦਲ ਨੂੰ ਮਾਰਿਆ, ਕਿਉਂ ਜੋ ਉਹ ਦਲ ਨਿਚਿੰਤ ਸੀ। ਅਤੇ ਜ਼ਬਾ ਅਤੇ ਸਲਮੁਨਾ ਭੱਜੇ ਔਰ ਉਹ ਉਹਨਾਂ ਦੇ ਮਗਰ ਪਿਆ, ਅਤੇ ਉਹਨਾਂ ਮਿਦਿਆਨੀ ਰਾਜਿਆਂ ਜ਼ਬਾ ਅਤੇ ਸਲਮੁਨਾ ਨੂੰ ਫੜਿਆ ਔਰ ਸਾਰੀ ਫੌਜ ਨੂੰ ਹਰਾ ਦਿੱਤਾ। ਯੋਆਸ਼ ਦਾ ਪੁੱਤਰ ਗਿਦੌਨ ਹਰਸ ਦੀ ਚੜ੍ਹਾਈ ਤੋਂ ਲੜਾਈਆਂ ਮੁੜ ਗਿਆ ਅਤੇ ਸਕੋਥੀਆਂ ਵਿੱਚੋਂ ਇੱਕ ਗੱਭਰੂ ਨੂੰ ਫੜ ਕੇ ਉਸ ਕੋਲ ਪੁੱਛਿਆ, ਤਾਂ ਉਸਨੇ ਉਹਨੂੰ 77 ਮਨੁੱਖਾਂ ਦਾ ਥਹੁ ਦੱਸਿਆ। ਇਹ ਸਭੇ ਸਕੋਥ ਦੇ ਸਰਦਾਰ ਅਤੇ ਬਜ਼ੁਰਗ ਸਨ। ਤਦ ਉਹ ਸਕੋਥੀਆਂ ਕੋਲ ਆਇਆ ਤੇ ਬੋਲਿਆ, ਵੇਖੋ, ਜ਼ਬਾ ਅਤੇ ਸਲਮੁਨਾ ਜਿਨ੍ਹਾਂ ਦੇ ਲਈ ਤੁਸੀਂ ਮੈਨੂੰ ਉਲਾਂਭਾ ਦਿੱਤਾ ਸੀ ਅਤੇ ਮੈਨੂੰ ਆਖਦੇ ਸੋ, ਭਲਾ ਜ਼ਬਾ ਅਤੇ ਸਲਮੁਨਾ ਅੱਜ ਤੇ ਹੱਥ ਵਿੱਚ ਆ ਗਏ ਹਨ, ਜੋ ਅਸੀਂ ਤੇ ਥੱਕਿਆ ਹੋਇਆ ਜਵਾਨਾਂ ਨੂੰ ਰੋਟੀ ਦੇਈਏ। ਤਾਂ ਉਹਨੇ ਸ਼ਹਿਰ ਦੇ ਬਜ਼ੁਰਗਾਂ ਨੂੰ ਫੜਿਆ ਅਤੇ ਕਰੀਰਾਂ ਅਤੇ ਮਲਿਆਂ ਨਾਲ ਸਕੋਥ ਦੇ ਲੋਕਾਂ ਨੂੰ ਸੁਧਾਰਿਆ ਅਤੇ ਪਨੂਏਲ ਦਾ ਬੁਰਜ ਢਾ ਦਿੱਤਾ ਅਤੇ ਸ਼ਹਿਰੀ ਨੂੰ ਵੱਢ ਸੁੱਟਿਆ। ਫਿਰ ਉਹਨੇ ਜ਼ਬਾ ਅਤੇ ਸਲਮੁਨਾ ਨੂੰ ਆਖਿਆ, ਭਈ ਜਿੰਦਾਂ ਨੂੰ ਤੁਸਾਂ ਤਬੋਰ ਵਿੱਚ ਵੱਢਿਆ ਸੀ, ਉਹ ਲੋਕ ਕਿਹੋ ਜਿਹੇ ਸਨ? ਉਹ ਬੋਲੇ, ਅਜੇ ਸਨ ਜਿਹਾ ਤੂੰ ਹੈ। ਸਭੇ ਰਾਜਪੁੱਤਰਾਂ ਦੀ ਡੋਲ ਦੇ ਸਨ। ਤਾਂ ਉਹਨੇ ਆਖਿਆ, ਉਹ ਮੇਰੇ ਸਕੇ ਭਰਾ ਮੇਰੀ ਮਾਂ ਦੇ ਪੁੱਤਰ ਸਨ। ਸੋ ਜਿਉਂਦੇ ਯਹੋਵਾ ਦੀ ਸਹੁੰ, ਜੇ ਕਦੀ ਤੁਸਾਂ ਉਹਨਾਂ ਨੂੰ ਜਿਉਂਦੇ ਛੱਡਦੇ ਤਾਂ ਮੈਂ ਤੁਹਾਨੂੰ ਨਾ ਵੱਢਦਾ। ਫਿਰ ਉਹਨੇ ਆਪਣੇ ਜੇਠੇ ਪੁੱਤਰ ਯਥਰ ਨੂੰ ਆਖਿਆ, ਉੱਠ, ਇਹਨਾਂ ਨੂੰ ਵੱਢ ਸੁੱਟ। ਪਰ ਉਸ ਜਵਾਨ ਨੇ ਡਰ ਦੇ ਮਾਰੇ ਆਪਣੀ ਤਲਵਾਰ ਨਾ ਧੋਈ। ਨਿਆਂਇਆਂ ਅਧਿਆਇ 9। ਤਦ ਯਰੂਬਾਲ ਦਾ ਪੁੱਤਰ ਅਬੀਮਲਕ ਸ਼ਕਮ ਵਿੱਚ ਆਇਆ, ਮਾਮਿਆਂ ਦੇ ਕੋਲ ਜਾ ਕੇ ਉਹਨਾਂ ਨੂੰ ਅਤੇ ਆਪਣੇ ਸਾਰੇ ਨਾਨਕੇ ਟੱਬਰ ਨੂੰ ਆਖਣ ਲੱਗਾ, ਜੋ ਸ਼ਕਮ ਦੇ ਸਾਰਿਆਂ ਵਾਸੀਆਂ ਦੇ ਕੰਨਾਂ ਵਿੱਚ ਇਹ ਗੱਲ ਪਾਓ, ਭਲਾ ਤੁਹਾਡੇ ਲਈ ਚੰਗਾ ਹੈ ਜੋ 70 ਮਨੁੱਖ ਜਿਹੜੇ ਯਰੂਬਾਲ ਦੇ ਪੁੱਤਰ ਹਨ ਸਭੇ ਤੁਹਾਡੇ ਉੱਤੇ ਰਾਜ ਕਰਨ, ਜਾਂ ਇੱਕ ਹੀ ਨਰ ਇੱਕੋ ਹੀ ਰਾਜ ਕਰੇ? ਨਾਲੇ ਚੇਤੇ ਰੱਖੋ, ਜੋ ਮੈਂ ਵੀ ਤੁਹਾਡੀ ਹੱਡੀ ਤੇ ਤੁਹਾਡਾ ਮਾਸ ਹਾਂ। ਉਹਦੇ ਮਾਮਿਆਂ ਨੇ ਉਹਦੇ ਲਈ ਸ਼ਕਮ ਦੇ ਸਾਰੇ ਲੋਕਾਂ ਦੇ ਕੰਨੀ ਇਹ ਗੱਲਾਂ ਪਾ ਦਿੱਤੀਆਂ। ਉਹਨਾਂ ਦੇ ਮਨ ਅਬੀਮਲਕ ਦੇ ਮਗਰ ਤੁਰਨ ਵੱਲ ਰਾਜੀ ਹੋਏ, ਕਿਉਂ ਜੋ ਉਹ ਬੋਲੇ, ਇਹ ਸਾਡਾ ਭਰਾ ਹੈ। ਉਹਨਾਂ ਨੇ ਬੁਆਲ ਬਰੀਦ ਦੇ ਘਰ ਵਿੱਚ 70 ਤੋਲੇ ਚਾਂਦੀ ਕੱਢ ਕੇ ਉਹਨੂੰ ਦਿੱਤੀ। ਸੋ ਉਹਦੇ ਨਾਲ ਅਬੀਮਲਕ ਨੇ ਗੁੰਡੇ ਅਤੇ ਲੁੱਚੇ ਲੋਕ ਟਹਿਲੂਏ ਰੱਖੇ ਅਤੇ ਉਸ ਦੇ ਮਗਰ ਹੋਏ। ਉਹਨੇ ਆਫਰਾ ਵਿੱਚ ਜਾ ਕੇ ਆਪਣੇ ਪਿਓ ਦੇ ਘਰ ਜਾ ਕੇ ਆਪਣੇ ਭਰਾਵਾਂ ਯਰੂਬਾਲ ਦੇ ਪੁੱਤਰਾਂ ਨੂੰ, ਜੋ 70 ਜਣੇ ਸਨ, ਇੱਕੇ ਪੱਥਰ ਉੱਤੇ ਵੱਢ ਸੁੱਟਿਆ। ਪਰ ਯਰੂਬਾਲ ਦਾ ਨਿੱਕਾ ਪੁੱਤਰ ਯੁਥਾਮ ਲੁਕ ਜੋ ਗਿਆ ਸੀ, ਸੋ ਬਚ ਰਿਹਾ। ਤਦ ਸ਼ਕਮ ਦੇ ਸਾਰੇ ਲੋਕ ਅਤੇ ਮੀਲੋ ਦਾ ਸਾਰਾ ਟੱਬਰ ਇਕੱਠਾ ਹੋਇਆ ਅਤੇ ਬਲੂਦ ਦੇ ਥੰਮ ਦੇ ਕੋਲ, ਜਿਹੜਾ ਸ਼ਕਮ ਵਿੱਚ ਸੀ, ਜਾ ਕੇ ਉਹਨਾਂ ਨੇ ਅਬੀਮਲਕ ਨੂੰ ਪਾਤਸ਼ਾਹ ਬਣਾਇਆ। ਜਦ ਇਹਦੀ ਖਬਰ ਯੁਥਾਮ ਨੂੰ ਹੋਈ ਤਾਂ ਉਹ ਜਾ ਕੇ ਗ੍ਰਿਜ਼ੀਮ ਪਹਾੜ ਦੀ ਟੀਸੀ ਤੇ ਚੜ੍ਹ ਖਲੋਤਾ ਅਤੇ ਉੱਚੀ ਆਵਾਜ਼ ਕੱਢ ਕੇ ਬੋਲਿਆ ਅਤੇ ਉਹਨਾਂ ਨੂੰ ਆਖਣ ਲੱਗਾ, ਹੇ ਸ਼ਕਮ ਦੇ ਲੋਕੋ, ਮੇਰੀ ਸੁਣੋ, ਭਈ ਪਰਮੇਸ਼ਰ ਤੁਹਾਡੀ ਵੀ ਸੁਣੇ। ਇੱਕ ਵਾਰੀ ਬਿਰਛ ਆਪਣੇ ਉੱਤੇ ਰਾਜਾ ਮਸਾ ਕਰਨ ਨਿਕਲੇ। ਸੋ ਉਹਨਾਂ ਨੇ ਕਊ ਦੇ ਬਿਰਛ ਨੂੰ ਜਾ ਕੇ ਆਖਿਆ, ਤੂੰ ਸਾਡਾ ਰਾਜਾ ਬਣ। ਤਦ ਕਊ ਬਿਰਛ ਨੇ ਉਹਨਾਂ ਨੂੰ ਆਖਿਆ, ਭਲਾ ਮੈਂ ਆਪਣੀ ਥੰਧਿਆਈ ਨੂੰ, ਜਿਹਦੇ ਨਾਲ ਪਰਮੇਸ਼ਰ ਅਤੇ ਮਨੁੱਖ ਦਾ ਆਦਰ ਕਰੀਦਾ ਹੈ, ਛੱਡ ਦਿਆਂ ਅਤੇ ਜਾ ਕੇ ਬਿਰਛਾਂ ਉੱਤੇ ਝੂਲਦਾ ਫਿਰਾਂ? ਤਾਂ ਬਿਰਛਾਂ ਨੇ ਹੰਜੀਰ ਦੇ ਬਿਰਛ ਨੂੰ ਆਖਿਆ, ਆ ਤੂੰ ਸਾਡਾ ਰਾਜਾ ਬਣ। ਪਰ ਹੰਜੀਰ ਨੇ ਉਹਨਾਂ ਨੂੰ ਆਖਿਆ, ਭਲਾ ਮੈਂ ਆਪਣੀ ਮਿਠਾਸ ਅਤੇ ਆਪਣਾ ਚੰਗਾ ਫਲ ਛੱਡ ਦਿਆਂ ਅਤੇ ਬਿਰਛਾਂ ਉੱਤੇ ਝੂਲਦਾ ਫਿਰਾਂ? ਤਦ ਬਿਰਛਾਂ ਨੇ ਦਾਖ ਨੂੰ ਆਖਿਆ, ਚੱਲ ਤੂੰ ਸਾਡਾ ਰਾਜਾ ਬਣ। ਅਤੇ ਦਾਖ ਨੇ ਉਹਨਾਂ ਨੂੰ ਆਖਿਆ, ਭਲਾ ਮੈਂ ਆਪਣੇ ਰਸ ਨੂੰ, ਜਿਹਦੇ ਨਾਲ ਪਰਮੇਸ਼ਰ ਤੇ ਮਨੁੱਖ ਰਾਜੀ ਹੁੰਦੇ ਹਨ, ਛੱਡਾਂ ਅਤੇ ਬਿਰਛਾਂ ਉੱਤੇ ਚਾਹ ਝੂਲਦੀ ਫਿਰਾਂ? ਤਦ ਉਹਨਾਂ ਸਭਨਾਂ ਬਿਰਛਾਂ ਨੇ ਕਰੀਰ ਨੂੰ ਆਖਿਆ, ਭਈ ਚੱਲ ਤੂੰ ਸਾਡਾ ਰਾਜਾ ਬਣ। ਤਾਂ ਕਰੀਰ ਨੇ ਬਿਰਛਾਂ ਨੂੰ ਆਖਿਆ, ਜੇ ਤੁਸੀਂ ਸੱਚਮੁੱਚ ਮੈਨੂੰ ਮਸਾ ਕਰਕੇ ਆਪਣਾ ਰਾਜਾ ਬਣਾਉਂਦੇ ਹੋ ਤਾਂ ਆਓ ਮੇਰੇ ਪਰਛਾਵੇਂ ਦੀ ਹੇਠ ਆਸਰਾ ਲਓ, ਅਤੇ ਜੇ ਨਹੀਂ ਤਾਂ ਕਰੀਰ ਦੇ ਵਿੱਚੋਂ ਇੱਕ ਅੱਗ ਨਿਕਲ ਕੇ ਲਬਨੋਨ ਦੀਆਂ ਦਿਆਰਾਂ ਨੂੰ ਭਖ ਲਵੇ। ਸੋ ਹੁਣ ਜੇ ਕਦੀ ਤੁਸੀਂ ਸੱਚਾਈ ਅਤੇ ਭਲਮਣ ਸਹੁੰ ਨਾਲ ਅਬੀਮਲਕ ਨੂੰ ਆਪਣਾ ਰਾਜਾ ਬਣਾਇਆ, ਅਤੇ ਜੇ ਕਦੀ ਤੁਸੀਂ ਯਰੂਬਾਲ ਨਾਲ ਅਤੇ ਉਹਦੇ ਟੱਬਰ ਨਾਲ ਚੰਗਾ ਵਰਤਾਓ ਕੀਤਾ, ਅਤੇ ਜੇ ਕਦੀ ਉਹਨੂੰ ਉਸਦੇ ਦਇਆ ਦੇ ਸਮਾਨ ਜੋ ਉਹਦੇ ਹੱਥਾਂ ਨੇ ਕੀਤੀ ਤੁਸੀਂ ਇਹ ਵਟਾ ਦਿੱਤਾ ਹੈ, ਕਿਉਂ ਜੋ ਮੇਰਾ ਪਿਓ ਤੁਹਾਡੇ ਲਈ ਲੜਿਆ
ਅਤੇ ਆਪਣੀ ਜਿੰਦ ਨੂੰ ਤਲੀ ਉੱਤੇ ਰੱਖ ਕੇ ਤੁਹਾਨੂੰ ਮਿਦਿਆਨ ਦੇ ਹੱਥੋਂ ਛੁਡਾਇਆ। ਅਤੇ ਅੱਜ ਤੁਸਾਂ ਮੇਰੇ ਪਿਓ ਦੇ ਟੱਬਰ ਉੱਤੇ ਹੱਥ ਚਲਾ ਕੇ ਉਹਦੇ 70 ਪੁੱਤਰ ਇੱਕੋ ਪੱਥਰ ਉੱਤੇ ਵੱਢ ਸੁੱਟੇ ਅਤੇ ਉਹਦੀ ਟਹਿਲਣ ਦੇ ਪੁੱਤਰ ਅਬੀਮੈਲਕ ਨੂੰ ਸ਼ਕਮ ਦੇ ਲੋਕਾਂ ਦੇ ਪਾਤਸ਼ਾਹ ਬਣਾਇਆ। ਇਸ ਲਈ ਜੋ ਤੁਹਾਡਾ ਭਰਾ ਹੈ, ਸੋ ਜੇ ਤੁਸਾਂ ਸੱਚਾਈ ਅਤੇ ਪਰਮਨਸਾਉ ਤੋਂ ਯਰੁਬਾਲ ਅਤੇ ਉਹਦੇ ਘਰ ਨਾਲ ਅੱਜ ਵਰਤਿਆ ਤਾਂ ਤੁਸੀਂ ਅਬੀਮੈਲਕ ਨਾਲ ਆਨੰਦ ਰਹੋ ਅਤੇ ਉਹ ਤੁਹਾਡੇ ਨਾਲ ਆਨੰਦ ਰਹੇ। ਜੇ ਨਹੀਂ ਤਾਂ ਅਬੀਮੈਲਕ ਤੋਂ ਇੱਕ ਅੱਗ ਨਿਕਲੇ ਅਤੇ ਸ਼ਕਮ ਦੇ ਲੋਕਾਂ ਨੂੰ ਅਤੇ ਮਿਲੋ ਦੀ ਸੰਤਾਨ ਨੂੰ ਖਾ ਜਾਵੇ, ਅਤੇ ਸ਼ਕਮ ਦੇ ਲੋਕਾਂ ਅਤੇ ਮਿਲੋ ਦੀ ਸੰਤਾਨ ਵੱਲੋਂ ਵੀ ਇੱਕ ਅੱਗ ਨਿਕਲੇ ਅਤੇ ਅਬੀਮੈਲਕ ਨੂੰ ਖਾ ਜਾਵੇ। ਤਾਂ ਯੋਥਾਮ ਉੱਥੋਂ ਭੱਜ ਕੇ ਨੱਠਾ ਔਰ ਆਪਣੇ ਭਾਈ ਅਬੀਮੈਲਕ ਦੇ ਡਰ ਦੇ ਮਾਰੇ ਬੇਰ ਨੂੰ ਗਿਆ, ਉੱਥੇ ਰਿਹਾ। ਅਬੀਮੈਲਕ ਨੇ ਇਸਰਾਏਲੀਆਂ ਵਿੱਚ 3 ਵਰੇ ਸਰਦਾਰੀ ਕੀਤੀ, ਔਰ ਪਰਮੇਸ਼ਰ ਨੇ ਅਬੀਮੈਲਕ ਅਤੇ ਸ਼ਕਮ ਦੇ ਲੋਕਾਂ ਦੇ ਵਿਚਕਾਰ ਇੱਕ ਦੁਸ਼ਟ ਆਤਮਾ ਕਰ ਲਿਆ ਅਤੇ ਸ਼ਕਮ ਦੇ ਵਾਸੀ ਅਬੀਮੈਲਕ ਨਾਲ ਛਲ ਕਰਨ ਲੱਗੇ। ਭਾਈ ਉਹ ਅਨੇਰ ਜਿਹੜਾ ਯਰੁਬਾਲ ਦੇ 17 ਪੁੱਤਰਾਂ ਨਾਲ ਹੋਇਆ ਸੀ, ਮੁੜ ਕੇ ਉਹਨਾਂ ਦਾ ਖੂਨ ਉਹਨਾਂ ਦੇ ਭਰਾ ਅਬੀਮੈਲਕ ਦੇ ਸਿਰ ਉੱਤੇ ਆ ਪਵੇ, ਜਿਸ ਨੇ ਉਹਨਾਂ ਨੂੰ ਵੱਢ ਸੁੱਟਿਆ, ਅਤੇ ਸ਼ਕਮ ਦੇ ਵਾਸੀਆਂ ਦੇ ਸਿਰ ਉੱਤੇ ਵੀ, ਜਿਨ੍ਹਾਂ ਨੇ ਉਹਦੇ ਭਰਾਵਾਂ ਦੇ ਵੱਢਣ ਵਿੱਚ ਉਪਰਾਲਾ ਕੀਤਾ। ਅਤੇ ਸ਼ਕਮ ਦੇ ਲੋਕਾਂ ਨੇ ਪਹਾੜ ਦੀਆਂ ਟੀਸੀਆਂ ਉੱਤੇ ਉਸਦੇ ਫੜਨ ਲਈ 6 ਲਾਉਣ ਵਾਲੇ ਬਿਠਾਏ। ਅਤੇ ਉਹ ਨਿਆਂਇਆਂ ਅਧਿਆਇ 10। ਅਬੀਮੈਲਕ ਦੇ ਪਿੱਛੋਂ ਦੋਦੋ ਦੇ ਪੁੱਤਰੇ ਪੁਆ ਦਾ ਪੁੱਤਰ ਤੋਲਾ, ਜੋ ਇਸਕਾਰ ਦੇ ਗੋਤ ਸੀ, ਸੋ ਇਸਰਾਏਲ ਦੇ ਬਚਾਅ ਲਈ ਉੱਠਿਆ, ਅਤੇ ਉਹ ਇਫਰਾਇਮ ਪਹਾੜ ਦੇ ਵਿਚਕਾਰ ਸ਼ਾਮੀਰ ਦੇ ਵਿੱਚ ਰਹਿੰਦਾ ਸੀ। ਉਹ 23 ਵਰੇ ਇਸਰਾਏਲ ਦਾ ਨਿਆਂ ਕਰਕੇ ਮਰ ਗਿਆ ਅਤੇ ਸ਼ਾਮੀਰ ਵਿੱਚ ਦਬਿਆ ਗਿਆ। ਉਹਦੇ ਪਿੱਛੋਂ ਇੱਕ ਗਿਲਾਦੀ ਯਾਇਰ ਉੱਠਿਆ ਅਤੇ ਉਹਨੇ 22 ਵਰੇ ਇਸਰਾਏਲ ਦਾ ਨਿਆਂ ਕੀਤਾ। ਉਹਦੇ 30 ਪੁੱਤਰ ਸਨ, ਜੋ 30 ਖੋਤਿਆਂ ਦੀਆਂ ਬੱਚਿਆਂ ਉੱਤੇ ਚੜ੍ਹਦੇ ਸਨ, ਅਤੇ ਉਹਨਾਂ ਦੇ 30 ਨਗਰ ਸਨ, ਜਿਨ੍ਹਾਂ ਦੇ ਨਾਮ ਅੱਜ ਦੇ ਦਿਨ ਤੋੜੀ ਯਾਇਰ ਦੀਆਂ ਬਸਤੀਆਂ ਹਨ, ਜੋ ਗਿਲਾਦ ਦੇਸ਼ ਵਿੱਚ ਹਨ। ਅਤੇ ਯਾਇਰ ਮਰ ਗਿਆ ਔਰ ਕਾਮੋਨ ਵਿੱਚ ਦਬਿਆ ਗਿਆ। ਤਦ ਇਸਰਾਏਲੀ ਯਹੋਵਾ ਅੱਗੇ ਫੇਰ ਬੁਰਾਈ ਕਰਨ ਲੱਗੇ, ਔਰ ਉਹਨਾਂ ਨੇ ਬਾਲ ਔਰ ਅਸ਼ਤਾਰੋਥਾਂ, ਅਰਾਮ ਦੀਆਂ ਦਿਉਤਿਆਂ, ਮੁਆਬ ਦੀਆਂ ਦਿਉਤਿਆਂ, ਅਮੋਨੀਆਂ ਦੇ ਦਿਉਤਿਆਂ ਅਤੇ ਫਲਸਤੀਨ ਦੇ ਦਿਉਤਿਆਂ ਦੀ ਪੂਜਾ ਕੀਤੀ, ਔਰ ਯਹੋਵਾ ਨੂੰ ਛੱਡ ਦਿੱਤਾ ਅਤੇ ਉਸ ਦੀ ਭਗਤੀ ਨਾ ਕੀਤੀ। ਤਦ ਯਹੋਵਾ ਦਾ ਕ੍ਰੋਧ ਇਸਰਾਏਲ ਉੱਤੇ ਬਲ ਉੱਠਿਆ, ਅਤੇ ਉਸਨੇ ਉਹਨਾਂ ਨੂੰ ਫਲਸਤੀਨ ਦੇ ਹੱਥ ਵਿੱਚ ਅਤੇ ਅਮੋਨੀਆਂ ਦੇ ਹੱਥ ਵਿੱਚ ਵੇਚ ਦਿੱਤਾ। ਉਹਨਾਂ ਨੇ ਉਸੇ ਵਰੇ ਇਸਰਾਏਲੀਆਂ ਨੂੰ ਦੁੱਖ ਦਿੱਤਾ, ਸਗੋਂ ਸਾਰੇ ਇਸਰਾਏਲੀਆਂ ਨੂੰ ਜੋ ਯਰਦਨ ਪਾਰ ਅਮੋਰੀਆਂ ਦੇ ਦੇਸ਼ ਵਿੱਚ, ਜੋ ਗਿਲਿਆਦ ਵਿੱਚ ਹੈ ਸਨ, 18 ਵਰ੍ਹਿਆਂ ਤੋੜੀ ਡਾਢਾ ਦੁੱਖ ਦਿੱਤਾ। ਅਤੇ ਅਮੋਨੀਆਂ ਨੇ ਯਰਦਨ ਦੇ ਪਾਰ ਲੰਘ ਕੇ ਯਹੂਦਾ ਅਤੇ ਬਿਨਯਾਮੀਨ ਅਤੇ ਇਫਰਾਇਮ ਦੇ ਗੋਤਾਂ ਨਾਲ ਅਜਿਹੀ ਲੜਾਈ ਕੀਤੀ, ਜੋ ਇਸਰਾਏਲੀ ਡਾਢੇ ਔਖੇ ਹੋਏ। ਤਦ ਇਸਰਾਏਲੀਆਂ ਨੇ ਯਹੋਵਾ ਅੱਗੇ ਚਿल्ला ਕੇ ਆਖਿਆ, ਅਸਾਂ ਤੇਰਾ ਪਾਪ ਕੀਤਾ, ਜੋ ਆਪਣੇ ਪਰਮੇਸ਼ਰ ਨੂੰ ਛੱਡ ਕੇ ਬਾਲ ਦੀ ਪੂਜਾ ਕੀਤੀ। ਅਤੇ ਯਹੋਵਾ ਨੇ ਇਸਰਾਏਲੀਆਂ ਨੂੰ ਆਖਿਆ, ਭਲਾ ਮੈਂ ਤੁਹਾਨੂੰ ਮਿਸਰੀਆਂ, ਅਮੋਰੀਆਂ, ਅਮੋਨੀਆਂ ਅਤੇ ਫਲਿਸਤੀਆਂ ਦੇ ਹੱਥੋਂ ਨਹੀਂ ਛੁਡਾਇਆ? ਸਿਦੋਨੀਆਂ, ਅਮਾਲੇਕੀਆਂ ਅਤੇ ਮੌਨੀਆਂ ਨੇ ਵੀ ਤੁਹਾਨੂੰ ਔਖਾ ਕੀਤਾ, ਔਰ ਤੁਸਾਂ ਮੇਰੇ ਅੱਗੇ ਦੁਹਾਈ ਦਿੱਤੀ, ਸੋ ਮੈਂ ਉਹਨਾਂ ਦੇ ਹੱਥੋਂ ਵੀ ਤੁਹਾਨੂੰ ਛੁਡਾਇਆ। ਤਾਂ ਵੀ ਤੁਸੀਂ ਮੈਨੂੰ ਛੱਡ ਕੇ ਓਪਰਿਆਂ ਦੇਵਤਿਆਂ ਦੀ ਪੂਜਾ ਕੀਤੀ। ਸੋ ਹੁਣ ਮੈਂ ਤੁਹਾਡਾ ਹੋਰ ਛੁਟਕਾਰਾ ਨਹੀਂ ਕਰਾਂਗਾ। ਤੁਸੀਂ ਜਾਓ ਅਤੇ ਉਹਨਾਂ ਦੇਵਤਿਆਂ ਅੱਗੇ ਚਿल्लाओ, ਜਿਨ੍ਹਾਂ ਨੂੰ ਤੁਸਾਂ ਮੰਨ ਲਿਆ ਹੈ, ਜੋ ਉਹ ਤੁਹਾਨੂੰ ਤੁਹਾਡੇ ਔਖੇ ਦੇ ਵੇਲੇ ਛੁਡਾਉਣ। ਫਿਰ ਇਸਰਾਏਲੀਆਂ ਨੇ ਯਹੋਵਾ ਨੂੰ ਆਖਿਆ, ਅਸਾਂ ਪਾਪ ਤਾਂ ਕੀਤਾ ਹੈ, ਪਰ ਜਿਹੜਾ ਤੇਰੇ ਵੇਖਣ ਵਿੱਚ ਚੰਗਾ ਦਿਸੇ ਉਹ ਸਾਡੇ ਨਾਲ ਕਰ, ਹੁਣ ਸਾਡਾ ਛੁਟਕਾਰਾ ਕਰ। ਤਾਂ ਉਹਨਾਂ ਨੇ ਆਪਣੇ ਦੇਵਤਿਆਂ ਨੂੰ ਆਪਣੇ ਵਿੱਚ ਕੱਢ ਦਿੱਤਾ ਅਤੇ ਪ੍ਰਭੂ ਦੀ ਭਗਤੀ ਕੀਤੀ। ਤਾਂ ਉਹਦਾ ਜੀ ਇਸਰਾਏਲ ਦੇ ਦੁੱਖ ਨਾਲ ਦੁਖੀ ਹੋਇਆ। ਉਸ ਵੇਲੇ ਅਮੋਨੀ ਇਕੱਠੇ ਹੋਏ ਅਤੇ ਉਹਨਾਂ ਗਿਲਿਆਦ ਵਿੱਚ ਤੰਬੂ ਲਾਏ, ਅਤੇ ਇਸਰਾਏਲ ਨੇ ਰਲ ਕੇ ਮਿਸਰ ਵਿੱਚ ਤੰਬੂ ਲਾਏ। ਤਾਂ ਗਿਲਿਆਦ ਦੇ ਲੋਕਾਂ ਅਤੇ ਸਰਦਾਰਾਂ ਨੇ ਆਪੋ ਵਿੱਚ ਆਖਿਆ, ਉਹ ਕਿਹੜਾ ਮਨੁੱਖ ਹੈ ਜੋ ਅਮੋਨੀ ਨਾਲ ਲੜਾਈ ਛੜੇਗਾ? ਉਹ ਸਾਰੇ ਗਿਲਿਆਦ ਦੇ ਵਾਸੀਆਂ ਦਾ ਪ੍ਰਮੁੱਖ ਬਣੇਗਾ। ਨਿਆਂਇਆਂ ਅਧਿਆਇ 11। ਗਿਲਿਆਦ ਵਿੱਚ ਯਿਫਤਾ ਨਾਮੇ ਮਨੁੱਖ ਵੱਡਾ ਸੂਰਮਾ ਸੀ। ਉਹ ਇੱਕ ਕੰਜਰੀ ਦਾ ਜਣਿਆ ਹੋਇਆ ਸੀ, ਅਤੇ ਯਿਫਤਾ ਦਾ ਪਿਓ ਗਿਲਿਆਦ ਸੀ। ਅਤੇ ਗਿਲਿਆਦ ਦੀ ਤੀਵੀਂ ਉਸ ਦਾ ਪੁੱਤਰ ਜਣੀ। ਅਤੇ ਜਾਂ ਉਸ ਤੀਵੀਂ ਦੇ ਪੁੱਤਰ ਵੱਡੇ ਹੋਏ ਤਾਂ ਉਹਨਾਂ ਨੇ ਯਿਫਤਾ ਨੂੰ ਛੇਕ ਕੇ ਉਹਨੂੰ ਆਖਿਆ, ਸਾਡੇ ਪਿਓ ਦੇ ਘਰ ਵਿੱਚ ਤੇਰੀ ਪਤੀ ਨਹੀਂ, ਤੂੰ ਓਪਰੀ ਤੀਵੀਂ ਦਾ ਜਣਿਆ ਹੋਇਆ ਜੋ ਹੈ। ਤਦ ਯਿਫਤਾ ਆਪਣੇ ਭਰਾਵਾਂ ਦੇ ਕੋਲ ਭੱਜ ਕੇ ਤੋਬ ਦੇ ਦੇਸ਼ ਵਿੱਚ ਜਾ ਵਸਿਆ, ਅਤੇ ਯਿਫਤਾ ਦੇ ਕੋਲ ਲੁੱਚੇ ਲੋਕ ਇਕੱਠੇ ਹੋਏ, ਅਤੇ ਉਹ ਉਹਦੇ ਨਾਲ ਤੁਰਦੇ ਫਿਰਦੇ ਸਨ। ਅਜਿਹਾ ਹੋਇਆ ਜੋ ਕੁਝ ਚਿਰ ਪਿੱਛੋਂ ਅਮੋਨੀ ਇਸਰਾਏਲੀਆਂ ਨਾਲ ਲੜਨ ਲੱਗੇ, ਅਤੇ ਇਉਂ ਹੋਇਆ ਭਈ ਜਾਂ ਅਮੋਨੀ ਇਸਰਾਏਲ ਨਾਲ ਲੜਨ ਲੱਗੇ ਤਾਂ ਤੋਬ ਦੇਸ਼ ਵਿੱਚੋਂ ਯਿਫਤਾ ਨੂੰ ਮੋੜ ਲਿਆਉਣ ਲਈ ਗਿਲਿਆਦ ਦੇ ਬਜ਼ੁਰਗ ਗਏ। ਸੋ ਉਹਨਾਂ ਨੇ ਯਿਫਤਾ ਨੂੰ ਆਖਿਆ, ਆ ਸਾਡਾ ਆਗੂ ਬਣ, ਜੋ ਅਸੀਂ ਅਮੋਨੀਆਂ ਦੇ ਨਾਲ ਲੜੀਏ। ਯਿਫਤਾ ਨੇ ਗਿਲਿਆਦ ਦੇ ਬਜ਼ੁਰਗਾਂ ਨੂੰ ਆਖਿਆ, ਭਲਾ ਤੁਸਾਂ ਮੇਰੇ ਨਾਲ ਵੈਰ ਨਹੀਂ ਕੀਤਾ ਅਤੇ ਮੇਰੇ ਪਿਓ ਦੇ ਘਰ ਵਿੱਚੋਂ ਮੈਨੂੰ ਨਹੀਂ ਕੱਢ ਦਿੱਤਾ?
ਸੋ ਹੁਣ ਬਿਪਤਾ ਦੇ ਵੇਲੇ ਤੁਸੀਂ ਮੇਰੇ ਕੋਲ ਕਿਉਂ ਆਏ ਹੋ? ਗਿਲਿਆਦ ਦੇ ਬਜ਼ੁਰਗਾਂ ਨੇ ਯਿਫਤਾ ਨੂੰ ਆਖਿਆ, ਅਸੀਂ ਤੇਰੇ ਕੋਲ ਫਿਰ ਇਸ ਲਈ ਆਏ ਹਾਂ ਜੋ ਤੂੰ ਸਾਡੇ ਨਾਲ ਚੱਲੇ ਅਤੇ ਅਮੋਨੀਆਂ ਨਾਲ ਲੜਾਈ ਕਰੇ ਅਤੇ ਸਾਡਾ ਸਾਰੀ ਗਿਲਿਆਦ ਦੇ ਵਾਸੀਆਂ ਦਾ ਪ੍ਰਮੁੱਖ ਬਣੇ। ਯਿਫਤਾ ਨੇ ਗਿਲਿਆਦ ਦੇ ਬਜ਼ੁਰਗਾਂ ਨੂੰ ਆਖਿਆ, ਭਈ ਜੇ ਅਮੋਨੀਆਂ ਨਾਲ ਲੜਾਈ ਕਰਨ ਨੂੰ ਤੁਸੀਂ ਫੇਰ ਮੈਨੂੰ ਆਪਣੇ ਨਾਲ ਲੈ ਚੱਲਦੇ ਹੋ, ਤਦ ਜੇ ਕਦੇ ਯਹੋਵਾ ਉਹਨਾਂ ਨੂੰ ਮੇਰੇ ਅੱਗੇ ਹਰਾ ਦੇਵੇ ਤਾਂ ਭਲਾ ਮੈਂ ਤੁਹਾਡਾ ਪ੍ਰਮੁੱਖ ਬਣ ਜਾਵਾਂਗਾ। ਗਿਲਿਆਦ ਦੇ ਬਜ਼ੁਰਗਾਂ ਨੇ ਯਿਫਤਾ ਨੂੰ ਉੱਤਰ ਦਿੱਤਾ, ਯਹੋਵਾ ਸਾਡੇ ਵਿੱਚ ਗਵਾਹ ਹੋਵੇ, ਅਸੀਂ ਨਿਸੰਗ ਤੇਰੇ ਆਖ ਨੂੰ ਅਨੁਸਾਰ ਵਰਤਾਂਗੇ। ਤਾਂ ਯਿਫਤਾ ਗਿਲਿਆਦ ਦੇ ਬਜ਼ੁਰਗਾਂ ਨਾਲ ਤੁਰਿਆ ਅਤੇ ਉਹਨੂੰ ਲੋਕਾਂ ਨੇ ਆਪਣੇ ਪ੍ਰਮੁੱਖ ਅਤੇ ਆਗੂ ਬਣਾਇਆ। ਅਤੇ ਯਿਫਤਾ ਨੇ ਮਿਸਫਾ ਵਿੱਚ ਯਹੋਵਾ ਦੇ ਅੱਗੇ ਆਪਣੀਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ। ਤਾਂ ਯਿਫਤਾ ਨੇ ਅਮੋਨੀਆਂ ਦੇ ਰਾਜਾ ਕੋਲ ਹਲਕਾਰੀ ਕਰ ਕੇ ਆਖਿਆ, ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਉੱਤੇ ਮੇਰੇ ਦੇਸ਼ ਨਾਲ ਲੜਾਈ ਕਰਨ ਨੂੰ ਚੜ ਆਇਆ ਹੈ? ਅਮੋਨੀਆਂ ਦੇ ਰਾਜਾ ਨੇ ਯਿਫਤਾ ਦੇ ਹਲਕਾਰੇ ਨੂੰ ਉੱਤਰ ਦਿੱਤਾ, ਇਸ ਲਈ ਪਰ ਜਿਸ ਵੇਲੇ ਇਸਰਾਏਲੀ ਮਿਸਰ ਤੋਂ ਨਿਕਲ ਆਏ ਸਨ ਤਾਂ ਉਹਨਾਂ ਨੇ ਮੇਰਾ ਦੇਸ਼ ਅਰਨੋਨ ਤੋਂ ਲੈ ਕੇ ਯਬੋਕ ਅਤੇ ਯਰਦਨ ਤੱਕ ਖੋਲਿਆ ਸੀ, ਸੋ ਹੁਣ ਉਹ ਦੇਸ਼ ਨੂੰ ਸੁਲਹ ਸਫਾਈ ਨਾਲ ਮੋੜ ਦੇ। ਤਦ ਯਿਫਤਾ ਨੇ ਹਲਕਾਰਿਆਂ ਨੂੰ ਅਮੋਨੀਆਂ ਦੇ ਰਾਜਾ ਕੋਲ ਫਿਰ ਘੱਲਿਆ ਅਤੇ ਉਹਨੂੰ ਆਖਿਆ, ਯਿਫਤਾ ਇਹ ਆਖਦਾ ਹੈ ਜੋ ਇਸਰਾਏਲ ਨੇ ਮੁਆਬ ਦਾ ਦੇਸ਼ ਅਤੇ ਅਮੋਨੀਆਂ ਦੇ ਦੇਸ਼ ਨਹੀਂ ਸੀ ਖੋਲਿਆ। ਪਰ ਜਿਸ ਵੇਲੇ ਇਸਰਾਏਲੀ ਮਿਸਰ ਤੋਂ ਨਿਕਲ ਆਏ ਸਨ ਅਤੇ ਲਾਲ ਸਮੁੰਦਰ ਤੋੜੀ ਉਜਾੜ ਵਿੱਚ ਕਾਦੇਸ਼ ਤੀਕਰ ਤੁਰ ਆਏ, ਉਸ ਵੇਲੇ ਇਸਰਾਏਲੀਆਂ ਨੇ ਅਦੋਮ ਦੇ ਰਾਜਾ ਦੀ ਵੱਲ ਹਲਕਾਰੇ ਕੱਲੇ ਜੋ ਸਾਨੂੰ ਆਪਣੇ ਦੇਸ਼ ਵਿੱਚੋਂ ਦੀ ਲੰਘਣ ਦੇ। ਪਰ ਅਦੋਮ ਦੇ ਰਾਜਾ ਨੇ ਉਹਨਾਂ ਦੀ ਨਾ ਸੁਣੀ ਅਤੇ ਇਸੇ ਤਰ੍ਹਾਂ ਉਹਨਾਂ ਨੇ ਮੁਆਬ ਦੇ ਰਾਜਾ ਨੂੰ ਕਾਹ ਕਰ ਲਿਆ ਅਤੇ ਉਹਨੇ ਵੀ ਨਾ ਮੰਨਿਆ। ਸੋ ਇਸਰਾਏਲੀ ਕਾਦੇਸ਼ ਵਿੱਚ ਠਹਿਰੇ। ਤਦ ਉਹ ਉਜਾੜ ਵਿੱਚੋਂ ਦੀ ਤੁਰ ਪਏ ਅਤੇ ਅਦੋਮ ਦੇ ਦੇਸ਼ ਅਤੇ ਮੁਆਬ ਦੇ ਦੇਸ਼ ਦੇ ਦੁਆਲੇ ਪਹੁੰਚ ਕੇ ਮੁਆਬ ਦੇ ਦੇਸ਼ ਦੀ ਚੜ੍ਹਦੀ ਵੱਲੋਂ ਆ ਨਿਕਲੇ ਅਤੇ ਅਰਨੋਨ ਦੇ ਪਰਲੇ ਪਾਸੇ ਤੰਬੂ ਲਾਏ, ਪਰ ਮੁਆਬ ਦੇ ਬੰਨੇ ਵਿੱਚ ਨਾ ਮੁੜੇ, ਕਿਉਂ ਜੋ ਅਰਨੋਨ ਮੁਆਬ ਦਾ ਬੰਨਾ ਸੀ। ਤਦ ਇਸਰਾਏਲੀਆਂ ਨੇ ਅਮੋਰੀਆਂ ਦੇ ਰਾਜਾ ਸਿਹੋਨ ਦੇ ਕੋਲ ਜੋ ਹਸ਼ਬੋਨ ਦਾ ਰਾਜਾ ਸੀ ਹਲਕਾਰੀ ਕਰ ਲਏ ਅਤੇ ਇਸਰਾਏਲ ਨੇ ਉਸ ਨੂੰ ਆਖਿਆ, ਸਾਡੀ ਬੇਨਤੀ ਹੈ ਜੋ ਆਪਣੇ ਦੇਸ਼ ਵਿੱਚੋਂ ਦੀ ਸਾਨੂੰ ਆਪਣੇ ਥਾਂ ਵੱਲ ਲੰਘਣ ਦਿਓ। ਪਰ ਸਿਹੋਨ ਨੇ ਇਸਰਾਏਲ ਉਤੇ ਪ੍ਰਤੀਤ ਨਾ ਕੀਤੀ ਜੋ ਉਹਨਾਂ ਨੂੰ ਆਪਣੇ ਬੰਨੇ ਉੱਤੋਂ ਦੀ ਲੰਘਣ ਦੇਵੇ। ਸਗੋਂ ਸਿਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਲਏ ਅਤੇ ਯਹਾਸ ਵਿੱਚ ਤੰਬੂ ਲਾ ਕੇ ਇਸਰਾਏਲ ਨਾਲ ਲੜਿਆ। ਅਤੇ ਯਹੋਵਾ ਇਸਰਾਏਲੀਆਂ ਦੇ ਪਰਮੇਸ਼ਰ ਨੇ ਸਿਹੋਨ ਨੂੰ ਉਸ ਦੀ ਸਾਰੀ ਫੌਜ ਸਣੇ ਇਸਰਾਏਲ ਦੇ ਹੱਥਾਂ ਵਿੱਚ ਕਰ ਦਿੱਤਾ ਅਤੇ ਉਹਨਾਂ ਨੇ ਉਹਨਾਂ ਨੂੰ ਮਾਰ ਲਿਆ। ਸੋ ਇਸ ਤਰ੍ਹਾਂ ਇਸਰਾਏਲੀਆਂ ਨੇ ਉਸ ਦੇਸ਼ ਦੇ ਵਾਸੀ ਅਮੋਰੀਆਂ ਦੇ ਸਾਰੇ ਦੇਸ਼ ਨੂੰ ਮੱਲ ਲਿਆ ਅਤੇ ਉਹਨਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੋੜੀ ਅਤੇ ਉਜਾੜੋਂ ਲੈ ਕੇ ਯਰਦਨ ਤੋੜੀ ਅਮੋਰੀਆਂ ਦੇ ਸਾਰੇ ਬੰਨਿਆਂ ਨੂੰ ਮੱਲ ਲਿਆ। ਸੋ ਹੁਣ ਯਹੋਵਾ ਇਸਰਾਏਲ ਦੇ ਪਰਮੇਸ਼ਰ ਨੇ ਅਮੋਰੀਆਂ ਨੂੰ ਆਪਣੀ ਪ੍ਰਜਾ ਇਸਰਾਏਲ ਦੇ ਅੱਗੇ ਪੱਤੀ ਤੋਂ ਕੱਢ ਦਿੱਤਾ, ਤਾਂ ਭਲਾ ਤੂੰ ਉਹਦਾ ਪੱਤੀਦਾਰ ਬਣੇਗਾ? ਜੋ ਤੇਰਾ ਦੇਵਤਾ ਕਮੋਸ਼ ਤੈਨੂੰ ਪੱਤੀ ਵਿੱਚ ਦਿੰਦਾ ਹੈ, ਭਲਾ ਉਹਨੂੰ ਤੂੰ ਕਬਜ਼ੇ ਵਿੱਚ ਲੈ। ਨਿਆਂਇਆਂ ਅਧਿਆਇ 12। ਇਫਰਾਇਮ ਦੇ ਲੋਕ ਇਕੱਠੇ ਹੋ ਕੇ ਉੱਤਰ ਵੱਲ ਗਏ ਅਤੇ ਯਿਫਤਾ ਨੂੰ ਆਖਿਆ, ਤੂੰ ਜੋ ਅਮੋਨੀ ਨਾਲ ਲੜਾਈ ਕਰਨ ਨੂੰ ਪਾਰ ਲੰਘਿਆ ਤਾਂ ਸਾਨੂੰ ਕਿਉਂ ਨਹੀਂ ਦੱਸਿਆ ਜੋ ਅਸੀਂ ਵੀ ਤੇਰੇ ਨਾਲ ਜਾਂਦੇ? ਸੋ ਹੁਣ ਅਸੀਂ ਤੇਰੇ ਘਰ ਨੂੰ ਤੇਰੇ ਸਾਹਮਣੇ ਫੂਕ ਸੁੱਟਾਂਗੇ। ਤਾਂ ਯਿਫਤਾ ਨੇ ਉਹਨਾਂ ਨੂੰ ਉੱਤਰ ਦਿੱਤਾ, ਮੇਰਾ ਅਤੇ ਮੇਰੇ ਲੋਕਾਂ ਦਾ ਅਮੋਨੀ ਨਾਲ ਵੱਡਾ ਝਗੜਾ ਹੋ ਰਿਹਾ ਅਤੇ ਜਦ ਮੈਂ ਤੁਹਾਨੂੰ ਸੱਦਿਆ ਤਾਂ ਤੁਸੀਂ ਉਹਨਾਂ ਦੇ ਹੱਥੋਂ ਮੈਨੂੰ ਨਾ ਛੁਡਾਇਆ। ਜਦ ਮੈਂ ਇਹ ਡਿੱਠਾ ਜੋ ਤੁਹਾਡੇ ਵੱਲੋਂ ਬਚਾਓ ਨਹੀਂ ਹੁੰਦਾ ਤਾਂ ਮੈਂ ਆਪਣੀ ਜਿੰਦ ਤਲੀ ਉੱਤੇ ਰੱਖੀ ਅਤੇ ਪਾਰ ਲੰਘ ਕੇ ਅਮੋਨੀਆ ਦਾ ਸਾਹਮਣਾ ਕੀਤਾ ਅਤੇ ਯਹੋਵਾ ਨੇ ਉਹਨਾਂ ਨੂੰ ਮੇਰੇ ਹੱਥ ਸੌਂਪ ਦਿੱਤਾ। ਸੋ ਤੁਸੀਂ ਅੱਜ ਦੇ ਦਿਨ ਕਿਸ ਲਈ ਮੇਰੇ ਉੱਤੇ ਚੜ ਆਏ ਹੋ ਜੋ ਮੇਰੇ ਨਾਲ ਲੜੋ? ਤਦ ਯਿਫਤਾ ਨੇ ਸਭਨਾਂ ਗਿਲਿਆਦੀਆਂ ਨੂੰ ਇਕੱਠੇ ਕਰਕੇ ਇਫਰਾਮੀਆਂ ਨਾਲ ਲੜਾਈ ਕੀਤੀ ਅਤੇ ਗਿਲਿਆਦੀਆਂ ਨੇ ਇਫਰਾਮੀਆਂ ਨੂੰ ਮਾਰ ਲਿਆ। ਇਸ ਲਈ ਜੋ ਉਹ ਆਖਦੇ ਸਨ, ਤੁਸੀਂ ਗਿਲਿਆਦੀ ਇਫਰਾਇਮ ਦੇ ਭਗੌੜੇ ਹੋ ਜੋ ਇਫਰਾਮੀਆਂ ਅਤੇ ਮਨੁਸ਼ਿਆਂ ਦੇ ਵਿਚਕਾਰ ਰਹਿੰਦੇ ਹੋ। ਅਤੇ ਗਿਲਿਆਦੀਆਂ ਨੇ ਯਰਦਨ ਦੀਆਂ ਪਤਨਾਂ ਨੂੰ ਜੋ ਇਫਰਾਮੀਆਂ ਦੇ ਸਾਹਮਣੇ ਸਨ ਮੱਲ ਲਿਆ। ਅਤੇ ਅਜਿਹਾ ਹੋਇਆ ਕਿ ਜਾਂ ਕੋਈ ਇਫਰਾਇਮੀ ਭੱਜਾ ਹੋਇਆ ਆਣ ਕੇ ਬੋਲਿਆ, ਮੈਨੂੰ ਪਾਰ ਲੰਘਣ ਦਿਓ, ਤਾਂ ਗਿਲਿਆਦੀਆਂ ਨੇ ਉਹਨੂੰ ਪੁੱਛਿਆ, ਤੂੰ ਇਫਰਾਇਮੀ ਹੈ? ਜੇ ਉਹਨੇ ਆਖਿਆ ਨਹੀਂ, ਤਾਂ ਉਹਨੇ ਉਸ ਨੂੰ ਆਖਿਆ, ਭਲਾ ਕਹੋ ਤਾਂ ਸ਼ਿਬੁਲਤ। ਅਤੇ ਉਹਨੇ ਆਖਿਆ ਸ਼ਿਬੁਲਤ। ਇਸ ਲਈ ਜੋ ਇਹ ਗੱਲ ਉਹਦੀ ਜੀਭ ਉੱਤੇ ਠੀਕ ਨਹੀਂ ਚੜ੍ਹਦੀ ਸੀ ਤਾਂ ਉਹਨਾਂ ਨੇ ਉਸ ਨੂੰ ਫੜ ਕੇ ਯਰਦਨ ਦੀਆਂ ਪਤਨਾਂ ਕੋਲ ਵੱਢ ਸੁੱਟਿਆ ਅਤੇ ਉਸ ਵੇਲੇ 42,000 ਇਫਰਾਇਮੀ ਵੱਢੇ ਗਏ। ਯਿਫਤਾ ਨੇ 6 ਵਰ੍ਹੇ ਤੋੜੀ ਇਸਰਾਏਲ ਦਾ ਨਿਆਂ ਕੀਤਾ। ਇਹਦੇ ਪਿੱਛੋਂ ਯਿਫਤਾ ਗਿਲਿਆਦੀ ਮਰ ਗਿਆ ਅਤੇ ਗਿਲਿਆਦ ਦੇ ਕਿਸੇ ਸ਼ਹਿਰ ਵਿੱਚ ਦੱਬਿਆ ਗਿਆ। ਉਹਦੇ ਪਿੱਛੋਂ ਇਬਸਾਨ ਬੈਤਲਹਮੀ ਇਸਰਾਏਲ ਦਾ ਨਿਆਈ ਬਣਿਆ। ਉਹਦੇ 30 ਪੁੱਤਰ ਅਤੇ 30 ਧੀਆਂ ਸਨ। ਸੋ 30 ਧੀਆਂ ਉਹਨੇ ਪਰਦੇਸ ਵਿਆਹੀਆਂ ਅਤੇ ਆਪਣੇ 30 ਪੁੱਤਰਾਂ ਦੇ ਲਈ ਪਰਦੇਸੋਂ 30 ਨੂੰਹਾਂ ਲਿਆਇਆ ਅਤੇ 17 ਵਰ੍ਹੇ ਤੋੜੀ ਉਹ ਇਸਰਾਏਲੀਆਂ ਦਾ ਨਿਆਈ ਬਣਿਆ ਰਿਹਾ। ਤਦ ਇਬਸਾਨ ਮਰ ਗਿਆ ਅਤੇ ਬੈਤਲਹਮ ਵਿੱਚ ਦੱਬਿਆ ਗਿਆ। ਉਹਦੇ ਪਿੱਛੋਂ ਜ਼ਬੂਲੂਨੀ ਐਲੋਨ ਇਸਰਾਏਲੀਆਂ ਦਾ ਨਿਆਈ ਹੋਇਆ ਅਤੇ ਉਹ 10 ਵਰ੍ਹੇ ਤੋੜੀ ਇਸਰਾਏਲੀਆਂ ਦਾ ਨਿਆਈ ਬਣਿਆ ਰਿਹਾ।
ਅਤੇ ਜ਼ਬੂਲੂਨੀ ਐਲੋਨ ਮਰ ਗਿਆ ਅਤੇ ਜ਼ਬੂਲੂਨ ਦੇ ਦੇਸ਼ ਵਿੱਚ ਅਯਲੋਨ ਵਿੱਚ ਦਬਿਆ ਗਿਆ। ਉਹਦੇ ਪਿੱਛੋਂ ਹਿਲੇਲ ਫਿਰਾਤੋਨੀ ਦਾ ਪੁੱਤਰ ਅਬਦੋਨ ਇਸਰਾਇਲ ਦਾ ਨਿਆਈ ਬਣਿਆ। ਉਹਦੇ 40 ਪੁੱਤਰ ਅਤੇ 30 ਪੋਤਰੇ ਸਨ, ਜਿਹੜੇ 17 ਖੋਤੀਆਂ ਦੇ ਬੱਚਿਆਂ ਉੱਤੇ ਚੜ੍ਹਦੇ ਸਨ। ਉਹਨੇ 8 ਵਰੇ ਇਸਰਾਇਲੀਆਂ ਉੱਤੇ ਨਿਆਂ ਕੀਤਾ। ਤਾਂ ਹਿਲੇਲ ਫਿਰਾਤੋਨੀ ਦਾ ਪੁੱਤਰ ਅਬਦੋਨ ਮਰ ਗਿਆ ਅਤੇ ਅਮਾਲੇਕ ਦੇ ਪਹਾੜ ਵਿੱਚ ਇਫਰਾਇਮ ਦੇ ਦੇਸ਼ ਵਿੱਚ ਫਿਰਾਤੋਨ ਦੇ ਵਿੱਚ ਦਬਿਆ ਗਿਆ। ਨਿਆਂਇਆਂ ਅਧਿਆਇ 13। ਇਸਰਾਏਲੀਆਂ ਨੇ ਯਹੋਵਾ ਦੀ ਨਿਗਾਹ ਵਿੱਚ ਫੇਰ ਬਦੀ ਕੀਤੀ ਅਤੇ ਯਹੋਵਾ ਨੇ ਉਹਨਾਂ 40 ਵਰਿਆਂ ਤੋੜੀ ਫਿਲਿਸਤੀਨ ਦੇ ਹੱਥ ਸੌਂਪ ਦਿੱਤਾ। ਦਾਨ ਦੇ ਟੱਬਰ ਵਿੱਚੋਂ ਇੱਕ ਜਣਾ ਮਨੋਆ ਨਾਮੇ ਸਾਰਾ ਦਾ ਸੀ। ਉਹਦੀ ਪਤਨੀ ਬਾਂਝ ਸੀ ਅਤੇ ਉਹ ਕੋਈ ਬਾਲ ਨਾ ਜਣੀ। ਯਹੋਵਾ ਦੇ ਦੂਤ ਨੇ ਉਸ ਤੀਵੀਂ ਨੂੰ ਦਰਸ਼ਨ ਦੇ ਕੇ ਆਖਿਆ, ਵੇਖ, ਤੂੰ ਬਾਂਝ ਹੈ ਅਤੇ ਜਣਦੀ ਨਹੀਂ, ਪਰ ਤੂੰ ਗਰਭਣੀ ਹੋਵੇਂਗੀ ਅਤੇ ਪੁੱਤਰ ਜਣੇਗੀ। ਸੋ ਹੁਣ ਧਿਆਨ ਰੱਖੀ ਅਤੇ ਦਾਖਰਸ ਜਾਂ ਕੋਈ ਅਮਲ ਵਾਲੀ ਚੀਜ਼ ਨਾ ਪੀਵੀਂ ਅਤੇ ਅਸ਼ੁੱਧ ਵਸਤਾਂ ਨਾ ਖਾਵੀਂ, ਕਿਉਂ ਜੋ ਵੇਖ, ਤੂੰ ਗਰਭਣੀ ਹੋਵੇਂਗੀ ਅਤੇ ਪੁੱਤਰ ਜਣੇਗੀ। ਉਹਦੇ ਸਿਰ ਉੱਤੇ ਉਸ ਤਰ੍ਹਾਂ ਕਦੇ ਨਾ ਲੱਗੇ, ਇਸ ਲਈ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ਰ ਦਾ ਨਜ਼ੀਰ ਹੋਵੇਗਾ ਅਤੇ ਉਹ ਫਿਲਿਸਤੀਆਂ ਦੇ ਹੱਥੋਂ ਇਸਰਾਏਲੀਆਂ ਦਾ ਬਚਾਓ ਕਰਨ ਲੱਗੇਗਾ। ਤਦ ਉਸ ਤੀਵੀਂ ਨੇ ਆਪਣੇ ਪਤੀ ਨੂੰ ਆਣ ਆਖਿਆ, ਜੋ ਇੱਕ ਪਰਮੇਸ਼ਰ ਦਾ ਬੰਦਾ ਮੇਰੇ ਕੋਲ ਆਇਆ। ਉਹਦੀ ਡੌਲ ਪਰਮੇਸ਼ਰ ਦੇ ਦੂਤ ਵਰਗੀ ਡਾਢੀ ਡਰਾਉਣੀ ਸੀ ਅਤੇ ਮੈਂ ਉਸ ਨੂੰ ਨਹੀਂ ਪੁੱਛਿਆ ਦੁੱਧ ਕਿੱਥੋਂ ਦਾ ਹੈ, ਅਤੇ ਉਸਨੇ ਵੀ ਮੈਨੂੰ ਆਪਣਾ ਨਾਮ ਨਹੀਂ ਦੱਸਿਆ। ਪਰ ਉਸਨੇ ਮੈਨੂੰ ਆਖਿਆ, ਵੇਖ, ਤੂੰ ਗਰਭਣੀ ਹੋਵੇਂਗੀ ਅਤੇ ਪੁੱਤਰ ਜਣੇਗੀ। ਸੋ ਹੁਣ ਤੂੰ ਦਾਖਰਸ ਜਾਂ ਕੋਈ ਅਮਲ ਵਾਲੀ ਚੀਜ਼ ਨਾ ਪੀਵੀਂ ਅਤੇ ਨਾ ਕੋਈ ਅਸ਼ੁੱਧ ਵਸਤ ਖਾਵੀਂ, ਕਿਉਂ ਜੋ ਉਹ ਮੁੰਡਾ ਢਿੱਡ ਤੋਂ ਹੀ ਮਰਨ ਦੇ ਦਿਨ ਤੋੜੀ ਪਰਮੇਸ਼ਰ ਦਾ ਨਜ਼ੀਰ ਹੋਵੇਗਾ। ਤਦ ਮਨੋਆ ਨੇ ਯਹੋਵਾ ਅੱਗੇ ਬੇਨਤੀ ਕਰਕੇ ਆਖਿਆ, ਹੇ ਪ੍ਰਭੂ, ਅਜਿਹਾ ਕਰ ਜੋ ਉਹ ਪਰਮੇਸ਼ਰ ਦਾ ਬੰਦਾ ਜਿਹਨੂੰ ਤੈਂ ਘੱਲਿਆ ਸੀ ਅਸਾਂ ਲੋਕਾਂ ਕੋਲ ਫੇਰ ਆਵੇ ਅਤੇ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਜੰਮੇਗਾ ਉਸ ਨਾਲ ਅਸੀਂ ਕਿਕਰ ਕਰੀਏ। ਪਰਮੇਸ਼ਰ ਨੇ ਮਨੋਆ ਦੀ ਆਵਾਜ਼ ਸੁਣੀ ਅਤੇ ਪਰਮੇਸ਼ਰ ਦਾ ਦੂਤ ਉਸ ਤੀਵੀਂ ਕੋਲ ਪੈਲੀ ਵਿੱਚ ਬੈਠਿਆ ਹੋਇਆ ਫੇਰ ਆਇਆ। ਪਰ ਉਸ ਵੇਲੇ ਉਸ ਦਾ ਪਤੀ ਮਨੋਆ ਉਸ ਦੇ ਕੋਲ ਨਹੀਂ ਸੀ। ਸੋ ਉਸ ਤੀਵੀਂ ਨੇ ਛੇਤੀ ਨਾਲ ਭੱਜ ਕੇ ਆਪਣੇ ਪਤੀ ਮਨੋਆ ਨੂੰ ਜਾ ਦੱਸਿਆ ਅਤੇ ਉਹਨੂੰ ਆਖਿਆ, ਵੇਖ, ਉਹ ਮਨੁੱਖ ਜੋ ਉਸ ਦਿਨ ਮੇਰੇ ਕੋਲ ਆਇਆ ਸੀ, ਸੋ ਹੁਣ ਫੇਰ ਮੈਨੂੰ ਦਿਸ ਪਿਆ। ਤਾਂ ਮਨੋਆ ਉੱਠ ਕੇ ਆਪਣੀ ਪਤਨੀ ਦੇ ਮਗਰ ਤੁਰਿਆ ਅਤੇ ਉਸ ਮਨੁੱਖ ਕੋਲ ਆਇਆ ਅਤੇ ਉਸ ਨੂੰ ਆਖਣ ਲੱਗਾ, ਕਿ ਤੂੰ ਉਹ ਮਨੁੱਖ ਹੈ ਜਿਸ ਨੇ ਇਸ ਤੀਵੀਂ ਨਾਲ ਗੱਲਾਂ ਕੀਤੀਆਂ? ਉਸ ਨੇ ਆਖਿਆ, ਮੈਂ ਉਹ ਹਾਂ। ਤਦ ਮਨੋਆ ਨੇ ਆਖਿਆ, ਜ਼ਿਕਰ ਤੇ ਆਖਿਆ ਹੈ ਉਕਰੀ ਹੋਵੇ, ਪਰ ਉਹ ਮੁੰਡਾ ਕਿਵੇਂ ਹੋਵੇਗਾ ਅਤੇ ਕੀ ਕੰਮ ਕਰੇਗਾ? ਯਹੋਵਾ ਦੇ ਦੂਤ ਨੇ ਮਨੋਆ ਨੂੰ ਆਖਿਆ, ਉਹਨਾਂ ਸਭਨਾਂ ਵਸਤਾਂ ਤੋਂ ਜੋ ਮੈਂ ਆਖੀਆਂ ਹਨ ਇਹ ਤੀਵੀਂ ਸੰਗ ਕੇ ਰਹੇ। ਕੋਈ ਅਜਿਹੀ ਵਸਤ ਜੋ ਦਾਖ ਦੀ ਹੋਵੇ ਸੋ ਇਹ ਨਾ ਖਾਵੇ, ਅਤੇ ਦਾਖ ਦਾ ਰਸ ਜਾਂ ਕੋਈ ਅਮਲ ਨਾ ਪੀਵੇ, ਅਤੇ ਅਸ਼ੁੱਧ ਵਸਤ ਨਾ ਖਾਵੇ। ਇਹਨਾਂ ਸਭਨਾਂ ਆਗਿਆਂ ਦਾ ਚੇਤਾ ਰੱਖੇ ਜੋ ਮੈਂ ਉਸ ਨੂੰ ਆਖੀਆਂ ਹਨ। ਤਾਂ ਮਨੋਆ ਨੇ ਯਹੋਵਾ ਦੇ ਦੂਤ ਨੂੰ ਆਖਿਆ, ਅਸੀਂ ਤੈਨੂੰ ਅਟਕਾ ਛੱਡੀਏ, ਪੈਸੇ ਤੇਰੇ ਲਈ ਇੱਕ। ਨਿਆਂਇਆਂ ਅਧਿਆਇ 14। ਸਮਸੂਨ ਤਿਮਨਾਤ ਵੱਲ ਉਤਰ ਗਿਆ ਅਤੇ ਤਿਮਨਾਤ ਵਿੱਚ ਫਿਲਿਸਤੀਆਂ ਦੀਆਂ ਧੀਆਂ ਵਿੱਚੋਂ ਉਹਨੂੰ ਇੱਕ ਤੀਵੀਂ ਡਿੱਠੀ ਅਤੇ ਉਹਨੇ ਉਤਾਹ ਜਾ ਕੇ ਆਪਣੇ ਪਿਤਾ ਆਪਣੀ ਮਾਤਾ ਨੂੰ ਦੱਸਿਆ, ਜੋ ਫਿਲਿਸਤੀਆਂ ਦੀਆਂ ਧੀਆਂ ਵਿੱਚੋਂ ਤਿਮਨਾਤ ਵਿੱਚ ਮੈਂ ਇੱਕ ਤੀਵੀਂ ਡਿੱਠੀ ਹੈ, ਸੋ ਉਹਨੂੰ ਲਿਆਓ ਜੋ ਮੇਰੀ ਵਹੁਟੀ ਬਣੇ। ਤਦ ਉਹਦੇ ਪਿਤਾ ਔਰ ਉਹਦੀ ਮਾਤਾ ਨੇ ਆਖਿਆ, ਭਲਾ ਤੇਰੇ ਭਾਈਚਾਰੇ ਦੀਆਂ ਧੀਆਂ ਵਿੱਚੋਂ ਅਤੇ ਮੇਰੇ ਸਾਰੇ ਲੋਕਾਂ ਵਿੱਚੋਂ ਤੂੰ ਵਹੁਟੀ ਲੈਣ ਲਈ ਗਿਆ ਹੈ? ਸਮਸੂਨ ਨੇ ਆਪਣੇ ਪਿਤਾ ਨੂੰ ਆਖਿਆ, ਮੈਨੂੰ ਇਹੀ ਲੈ ਦਿਓ, ਕਿਉਂ ਜੋ ਮੇਰੀਆਂ ਅੱਖਾਂ ਵਿੱਚ ਉਹ ਜਚਦੀ ਹੈ। ਪਰ ਉਹਦੇ ਮਾਪੇ ਨਾ ਸਮਝੇ ਜੋ ਇਹ ਯਹੋਵਾ ਦੀ ਵੱਲੋਂ ਹੈ ਸੀ, ਜੋ ਫਿਲਿਸਤੀਆਂ ਨਾਲ ਲੜਾਈ ਕਰਨ ਦਾ ਇੱਕ ਪੱਜ ਲੱਭਦਾ ਸੀ। ਉਸ ਵੇਲੇ ਫਿਲਿਸਤੀ ਇਸਰਾਏਲ ਉੱਤੇ ਰਾਜ ਕਰਦੇ ਸਨ। ਤਦ ਸਮਸੂਨ ਅਤੇ ਉਹਦੇ ਮਾਪੇ ਤਿਮਨਾਤ ਵੱਲ ਉਤਰੇ ਅਤੇ ਤਿਮਨਾਤ ਦੇ ਦਾਖ ਦੇ ਬਾਗਾਂ ਵਿੱਚ ਅਪੜੇ। ਤਾਂ ਵੇਖੋ, ਇੱਕ ਜਵਾਨ ਬੱਬਰ ਸ਼ੇਰ ਉਹਦੇ ਸਾਹਮਣੇ ਆ ਗੱਜਿਆ। ਤਾਂ ਯਹੋਵਾ ਦਾ ਆਤਮਾ ਸਮਸੂਨ ਉੱਤੇ ਜ਼ੋਰ ਨਾਲ ਆਇਆ ਅਤੇ ਭਾਵੇਂ ਉਹਦੇ ਹੱਥ ਵਿੱਚ ਕੁਝ ਵੀ ਨਹੀਂ ਸੀ, ਪਰ ਉਹਨੇ ਉਸ ਨੂੰ ਇਉਂ ਪਾੜਿਆ ਜੇਕਰ ਭਟੂਰੇ ਨੂੰ ਪਾੜਦੇ ਹਨ, ਅਤੇ ਇਹ ਗੱਲ ਜੋ ਉਹਨੇ ਕੀਤੀ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਨਾ ਦੱਸੀ। ਫਿਰ ਉਹ ਲੈ ਗਿਆ ਅਤੇ ਉਸ ਤੀਵੀਂ ਨਾਲ ਗੱਲਾਂ ਕੀਤੀਆਂ ਅਤੇ ਉਹ ਸਮਸੂਨ ਦੀਆਂ ਅੱਖਾਂ ਵਿੱਚ ਜਚ ਗਈ। ਕੁਝ ਚਿਰ ਪਿੱਛੋਂ ਉਹ ਮੁਕਲਾਵੇ ਲਈ ਗਿਆ ਅਤੇ ਰਾਹ ਤੋਂ ਲਾਂਭੇ ਹੋ ਕੇ ਬੱਬਰ ਸ਼ੇਰ ਦੀ ਲੋਥ ਵੇਖਣ ਗਿਆ, ਅਤੇ ਵੇਖੋ, ਉੱਥੇ ਬੱਬਰ ਸ਼ੇਰ ਦੀ ਲੋਥ ਵਿੱਚ ਸ਼ਹਿਦ ਦੀਆਂ ਮੱਖੀਆਂ ਦਾ ਝੁੰਡ ਅਤੇ ਸ਼ਹਿਦ ਵੀ ਸੀ। ਅਤੇ ਉਹਨੂੰ ਹੱਥ ਵਿੱਚ ਫੜ ਕੇ ਖਾਂਦਾ ਖਾਂਦਾ ਤੁਰ ਪਿਆ ਅਤੇ ਆਪਣੇ ਮਾਪਿਆਂ ਕੋਲ ਆਇਆ ਔਰ ਉਹਨਾਂ ਨੂੰ ਵੀ ਕੁਝ ਦਿੱਤਾ ਅਤੇ ਉਹਨਾਂ ਨੇ ਵੀ ਖਾਧਾ। ਪਰ ਉਹਨਾਂ ਨੂੰ ਇਹ ਨਾ ਦੱਸਿਆ, ਮੈਂ ਇਹ ਸ਼ਹਿਦ ਬੱਬਰ ਸ਼ੇਰ ਦੀ ਲੋਥ ਵਿੱਚੋਂ ਕੱਢਿਆ ਹੈ।
ਫਿਰ ਉਹਦਾ ਪਿਤਾ ਉਹ ਤੀਵੀਂ ਦੇ ਘਰ ਲੈ ਗਿਆ ਅਤੇ ਉੱਥੇ ਸਮਸੂਨ ਨੇ ਦਾਉਤ ਦਿੱਤੀ, ਕਿਉਂਕਿ ਜਵਾਨਾਂ ਦੀ ਇਹੋ ਰੀਤ ਸੀ। ਅਤੇ ਅਜਿਹਾ ਹੋਇਆ ਕਿ ਜਦ ਉੱਥੋਂ ਦੇ ਲੋਕਾਂ ਨੇ ਉਹਨੂੰ ਡਿੱਠਾ ਤਾਂ 30 ਜਾਂਜੀ ਲਿਆਏ ਜੋ ਉਹਦੇ ਨਾਲ ਰਹਿਣ। ਸਮਸੂਨ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਡੇ ਅੱਗੇ ਇੱਕ ਬੁਝਾਰਤ ਪਾਉਣਾ, ਸੋ ਜੇ ਕਦੀ ਤੁਸੀਂ ਦਾਊਦ ਦੀਆਂ 70 ਦਿਨਾਂ ਵਿੱਚ ਉਹਨੂੰ ਬੁੱਝ ਲਓ ਅਤੇ ਮੈਨੂੰ ਦੱਸੋ ਤਾਂ ਮੈਂ 30 ਝਗਲੇ ਔਰ 30 ਜੋੜੇ ਬਸਤਰ ਤੁਹਾਨੂੰ ਦਿਆਂਗਾ। ਅਤੇ ਜੇ ਤੁਸੀਂ ਨਾ ਦੱਸ ਸਕੋ ਤਾਂ 30 ਝਗਲੇ ਔਰ 30 ਜੋੜੇ ਬਸਤਰ ਤੁਸੀਂ ਮੈਨੂੰ ਦੇ ਦੇਣੇ। ਉਹ ਬੋਲੇ, ਆਪਣੀ ਬੁਝਾਰਤ ਪਾ ਤਾਂ ਜੋ ਅਸੀਂ ਸੁਣੀਏ। ਤਾਂ ਉਹਨੇ ਆਖਿਆ, ਖਾਣ ਵਾਲੇ ਵਿੱਚੋਂ ਭੋਜਨ ਨਿਕਲਿਆ ਅਤੇ ਤਕੜੇ ਵਿੱਚੋਂ ਮਿਠਾਸ, ਅਤੇ ਉਹ 3 ਦਿਨਾਂ ਵਿੱਚ ਇਸ ਬੁਝਾਰਤ ਨੂੰ ਨਾ ਬੁੱਝ ਸਕੇ। 7ਵੇਂ ਦਿਨ ਉਹਨੇ ਸਮਸੂਨ ਦੀ ਵਹੁਟੀ ਨੂੰ ਆਖਿਆ, ਸਾਡੇ ਲਈ ਆਪਣੇ ਭਰਤੇ ਨੂੰ ਫਲੂਣੀਆਂ ਦੇ ਜੋ ਸਾਥੋਂ ਬੁਝਾਰਤ ਬੁਝਾਵੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਓ ਦੇ ਘਰ ਨੂੰ ਅੱਗ ਨਾਲ ਸਾੜ ਸੁੱਟਾਂਗੇ। ਪਰ ਇਸੇ ਵਾਸਤੇ ਹੀ ਤੁਸੀਂ ਸਾਨੂੰ ਸੱਦਿਆ ਸੀ ਕਿ ਜੋ ਕੁਝ ਸਾਡਾ ਹੈ ਤੁਸੀਂ ਆਪਣਾ ਕਰ ਲਓ। ਤਦ ਸਮਸੂਨ ਦੀ ਵਹੁਟੀ ਉਹਦੇ ਅੱਗੇ ਰੋ ਕੇ ਬੋਲੀ, ਤੂੰ ਮੇਰੇ ਨਾਲ ਵੈਰ ਹੀ ਰੱਖਦਾ ਹੈ ਅਤੇ ਮੈਨੂੰ ਪਿਆਰ ਨਹੀਂ ਕਰਦਾ। ਤੈਂ ਮੇਰੇ ਲੋਕਾਂ ਦੇ ਪਰਿਵਾਰ ਅੱਗੇ ਇੱਕ ਬੁਝਾਰਤ ਪਾਈ ਔਰ ਮੈਨੂੰ ਨਾ ਦੱਸੀ। ਉਹਨੇ ਉਸ ਨੂੰ ਆਖਿਆ, ਵੇਖ, ਮੈਂ ਆਪਣੇ ਪਿਓ ਅਤੇ ਮਾਂ ਨੂੰ ਵੀ ਦੱਸੀ, ਸੋ ਭਲਾ ਮੈਂ ਤੈਨੂੰ ਦੱਸਾਂ। ਸੋ ਉਹ ਉਹਦੇ ਅੱਗੇ ਦਾਊਦ ਦੀਆਂ ਉਹਨਾਂ 7 ਦਿਨਾਂ ਤੋੜੀ ਰੋਂਦੀ ਰਹੀ। ਅਤੇ 7ਵੇਂ ਦਿਨ ਅਜਿਹਾ ਹੋਇਆ ਜੋ ਉਹਨੇ ਉਸ ਨੂੰ ਦੱਸ ਦਿੱਤੀ, ਕਿਉਂ ਜੋ ਉਸਨੇ ਉਹਨੂੰ ਵੱਡਾ ਔਖਾ ਕੀਤਾ ਸੀ। ਸੋ ਉਸਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਦੱਸ ਦਿੱਤੀ। ਅਤੇ ਉਸ ਸ਼ਹਿਰ ਦੇ ਲੋਕਾਂ ਨੇ 7ਵੇਂ ਦਿਨ ਸੂਰਜ ਲੈਣ ਤੋਂ ਪਹਿਲਾਂ ਉਹਨੂੰ ਆਖਿਆ, ਸ਼ਹਿਦ ਨਾਲੋਂ ਮਿੱਠਾ ਕੀ ਹੈ ਅਤੇ ਬੱਬਰ ਸ਼ੇਰ ਨਾਲੋਂ ਤਕੜਾ ਕੌਣ? ਤਾਂ ਉਹਨੇ ਉਹਨਾਂ ਨੂੰ ਆਖਿਆ, ਜੇ ਕਦੀ ਤੁਸੀਂ ਮੇਰੀ ਵੱਛੀ ਨੂੰ ਹਲਗ ਨਾ ਜਿਉਂਦੇ ਤਾਂ ਮੇਰੀ ਬੁਝਾਰਤ ਕਦੀ ਨਾ ਬੁਝਦੇ। ਫੇਰ ਯਹੋਵਾ ਦਾ ਆਤਮਾ ਡਾਢੇ ਜ਼ੋਰ ਨਾਲ ਉਹਦੇ ਉੱਤੇ ਆਇਆ ਅਤੇ ਉਹ ਅਸ਼ਕਲੋਨ ਨੂੰ ਲੈ ਗਿਆ ਅਤੇ ਉਹਨੇ 30 ਮਨੁੱਖ ਵੱਢੇ ਅਤੇ ਉਹਨਾਂ ਦੇ ਬਸਤਰ ਲਾ ਕੇ ਉਹ ਕੱਪੜੇ ਬੁਝਾਰਤ ਬੁੱਝਣ ਵਾਲਿਆਂ ਨੂੰ ਦੇ ਦਿੱਤੇ। ਸੋ ਉਹਦਾ ਕ੍ਰੋਧ ਜਾਗਿਆ ਤਾਂ ਉਹ ਆਪਣੇ ਪਿਤਾ ਦੇ ਘਰ ਨੂੰ ਉਤਾਂਹ ਤੁਰ ਪਿਆ। ਪਰ ਸਮਸੂਨ ਦੀ ਵਹੁਟੀ ਉਹਦੇ ਇੱਕ ਮਿੱਤਰ ਨੂੰ ਦਿੱਤੀ ਗਈ ਜੋ ਉਹਦਾ ਸਾਥੀ ਸੀ। ਨਿਆਂਇਆਂ ਅਧਿਆਇ 15। ਪਰ ਕੁਝ ਚਿਰ ਪਿੱਛੋਂ ਕਣਕ ਦੀਆਂ ਵਾਢੀਆਂ ਸਮੇਂ ਇਉਂ ਹੋਇਆ ਜੋ ਸਮਸੂਨ ਇੱਕ ਪਠੋਰਾ ਲੈ ਕੇ ਆਪਣੀ ਤੀਵੀਂ ਨੂੰ ਮਿਲਣ ਗਿਆ ਅਤੇ ਆਖਿਆ, ਮੈਂ ਆਪਣੀ ਵਹੁਟੀ ਕੋਲ ਕੋਠੜੀ ਵਿੱਚ ਜਾਵਾਂਗਾ। ਪਰ ਉਹਦੇ ਸਹੁਰੇ ਨੇ ਉਹਨੂੰ ਅੰਦਰ ਨਾ ਜਾਣ ਦਿੱਤਾ। ਅਤੇ ਉਹਦੇ ਸਹੁਰੇ ਨੇ ਆਖਿਆ, ਮੈਂ ਸੱਚਮੁੱਚ ਜਾਣਿਆ ਜੋ ਤੈਂ ਉਹਦੇ ਨਾਲ ਟਾਢਾ ਵੈਰ ਕੀਤਾ, ਇਸ ਲਈ ਉਹ ਮੈਂ ਤੇਰੇ ਮਿੱਤਰ ਨੂੰ ਦੇ ਦਿੱਤੀ। ਭਲਾ ਉਸਦੀ ਨਿੱਕੀ ਭੈਣ ਉਸ ਨਾਲ ਸੋਹਣੀ ਨਹੀਂ, ਸੋ ਉਹਦੇ ਥਾਂ ਉਹਨੂੰ ਲੈ ਲੈ। ਸਮਸੂਨ ਨੇ ਉਹਨਾਂ ਨੂੰ ਆਖਿਆ, ਇਸ ਵੇਲੇ ਫਲਿਸਤੀਨ ਦੇ ਸਨਮੁਖ ਮੈਂ ਨਿਰਦੋਸ਼ ਠਹਿਰਾਂਗਾ, ਜਿਸ ਵੇਲੇ ਮੈਂ ਉਹਨਾਂ ਨਾਲ ਬੁਰਾਈ ਕਰਾਂਗਾ। ਅਤੇ ਸਮਸੂਨ ਨੇ 300 ਲੂੰਬੜੀਆਂ ਨੂੰ ਜਾ ਫੜਿਆ ਅਤੇ ਦੋਹਾਂ ਦੀ ਪੂਛ ਨਾਲ ਪੂਛ ਅੜਾਈ ਅਤੇ ਦੋਹਾਂ ਪੂਛਾਂ ਵਿੱਚ ਮਸ਼ਾਲਾ ਬੰਨ੍ਹੀਆਂ। ਤਾਂ ਮਸ਼ਾਲਾ ਬਾਲ ਕੇ ਫਲਿਸਤੀਨ ਦੀਆਂ ਖਲੋਤੀਆਂ ਪੈਲੀਆਂ ਵਿੱਚ ਲੂੰਬੜੀ ਛੱਡ ਦਿੱਤੀਆਂ। ਸੋ ਉਹਨੇ ਪੁਲੀਆਂ ਤੋਂ ਲੈ ਕੇ ਪੱਕੀਆਂ ਪੈਲੀਆਂ ਤੱਕ ਅਤੇ ਕਊਆਂ ਦੇ ਬਾਗ ਵੀ ਸਾੜ ਦਿੱਤੇ। ਤਦ ਫਲਿਸਤੀਆਂ ਨੇ ਆਖਿਆ, ਇਹ ਕਿਸ ਨੇ ਕੀਤਾ ਹੈ? ਉਹ ਬੋਲੇ, ਤਿਮਨਾਥੀ ਦੇ ਜਵਾਈ ਸਮਸੂਨ ਨੇ, ਇਸ ਲਈ ਜੋ ਉਹਨੇ ਉਹਦੀ ਵਹੁਟੀ ਖੋਹ ਕੇ ਉਹਦੇ ਮਿੱਤਰ ਨੂੰ ਦੇ ਦਿੱਤੀ। ਤਦ ਫਲਿਸਤੀ ਚੜ ਆਏ ਅਤੇ ਉਸਦੀ ਤੀਵੀਂ ਨੂੰ ਔਰ ਉਹਦੇ ਪਿਓ ਨੂੰ ਅੱਗ ਨਾਲ ਫੂਕ ਸੁੱਟਿਆ। ਸਮਸੂਨ ਨੇ ਉਹਨਾਂ ਨੂੰ ਆਖਿਆ, ਜੇ ਤੁਸੀਂ ਇਹੋ ਜਿਹਾ ਵਰਤਾਰਾ ਕਰੋ ਤਾਂ ਮੈਂ ਜ਼ਰੂਰ ਤੁਹਾਤੋਂ ਵੱਟਾ ਲਵਾਂਗਾ ਤਾਂ ਸ਼ਾਂਤ ਕਰਾਂਗਾ। ਫਿਰ ਉਹਨੇ ਉਹਨਾਂ ਨੂੰ ਦਬਾ ਕੇ ਵੱਡੀ ਵਾਢ ਕੀਤੀ ਅਤੇ ਉੱਥੋਂ ਲੈ ਕੇ ਇਟਾਮ ਪੱਥਰ ਦੀ ਇੱਕ ਗੁਫਾ ਵਿੱਚ ਜਾ ਰਿਹਾ। ਤਾਂ ਫਲਿਸਤੀ ਚੜੇ ਅਤੇ ਯਹੂਦਾ ਦੇ ਦੇਸ਼ ਦੇ ਵਿਚਕਾਰ ਤੰਬੂ ਲਾਏ ਅਤੇ ਲਹਿ ਵਿੱਚ ਖਿੰਡ ਗਏ। ਅਤੇ ਯਹੂਦਾ ਦੇ ਲੋਕਾਂ ਨੇ ਉਹਨਾਂ ਨੂੰ ਆਖਿਆ, ਤੁਸੀਂ ਕਾਹਨੂੰ ਸਾਡੇ ਉੱਤੇ ਚੜ ਆਏ ਹੋ? ਉਹਨਾਂ ਆਖਿਆ, ਅਸੀਂ ਸਮਸੂਨ ਨੂੰ ਬੰਨਣ ਆਏ ਹਾਂ ਕਿ ਜਿਹੀ ਉਹਨੇ ਸਾਡੇ ਨਾਲ ਕੀਤੀ ਤੇ ਅਸੀਂ ਉਹਦੇ ਨਾਲ ਕਰੀਏ। ਤਦ ਯਹੂਦਾ ਦੇ 3000 ਜਵਾਨਾਂ ਨੇ ਇਟਾਮ ਪੱਥਰ ਦੀ ਉਸ ਗੁਫਾ ਉੱਤੇ ਜਾ ਕੇ ਸਮਸੂਨ ਨੂੰ ਆਖਿਆ, ਤੈਨੂੰ ਖਬਰ ਨਹੀਂ ਜੋ ਸਾਡੇ ਉੱਤੇ ਫਲਿਸਤੀ ਰਾਜ ਕਰਦੇ ਹਨ? ਸੋ ਤੂੰ ਸਾਡੇ ਨਾਲ ਇਹ ਕੀ ਕੀਤੀ? ਉਹਨੇ ਉਹਨਾਂ ਨੂੰ ਆਖਿਆ, ਜਿਹੀ ਉਹਨਾਂ ਨੇ ਮੇਰੇ ਨਾਲ ਕੀਤੀ ਤੇਹੀ ਮੈਂ ਉਹਨਾਂ ਨਾਲ ਕੀਤੀ। ਅਤੇ ਉਹਨਾਂ ਨੇ ਉਹਨੂੰ ਆਖਿਆ, ਅਸੀਂ ਇਸ ਲਈ ਆਏ ਹਾਂ ਜੋ ਤੈਨੂੰ ਬੰਨ ਕੇ ਫਲਿਸਤੀਆਂ ਦੇ ਹੱਥ ਸੌਂਪ ਦੇਵੀਏ। ਤਾਂ ਸਮਸੂਨ ਨੇ ਉਹਨਾਂ ਨੂੰ ਆਖਿਆ, ਮੇਰੇ ਨਾਲ ਸਹੁੰ ਖਾਓ ਵੀ ਅਸੀਂ ਆਪ ਤੇਰੇ ਉੱਤੇ ਹੱਲਾ ਨਾ ਕਰਾਂਗੇ। ਤਾਂ ਉਹਨਾਂ ਨੇ ਉਹਨੂੰ ਉੱਤਰ ਦੇ ਕੇ ਆਖਿਆ, ਨਹੀਂ, ਪਰ ਅਸੀਂ ਤੈਨੂੰ ਕੁੱਟ ਕੇ ਬੰਨਾਂਗੇ ਅਤੇ ਉਹਨਾਂ ਦੇ ਹੱਥ ਨੂੰ ਸੌਂਪ ਦੇਵਾਂਗੇ, ਪਰ ਤੈਨੂੰ ਮੂਹਲੋਂ ਜਾਨੋਂ ਨਾ ਮਾਰਾਂਗੇ। ਫਿਰ ਉਹਨਾਂ ਨੇ ਉਹਨੂੰ 2 ਨਵੇਂ ਰੱਸੇ ਨਾਲ ਕੜਿਆ ਅਤੇ ਪਹਾੜ ਉੱਤੋਂ ਉਹਨੂੰ ਲਾ ਲਿਆਏ। ਜਦੋਂ ਲੀਹ ਵਿੱਚ ਅਪੜਿਆ ਤਾਂ ਫਲਿਸਤੀ ਹਾਕਾਂ ਮਾਰ ਕੇ ਉਹਨੂੰ ਮਿਲੇ। ਉਸ ਵੇਲੇ ਯਹੋਵਾ ਦਾ ਆਤਮਾ ਡਾਢੇ ਜ਼ੋਰ ਨਾਲ ਉਹਦੇ ਉੱਤੇ ਆਇਆ ਅਤੇ ਉਹ ਰੱਸੇ ਜਿਹਨਾਂ ਨਾਲ ਉਹਦੀਆਂ ਬਾਹਾਂ ਬੰਨੀਆਂ ਸਨ ਅਜਿਹੇ ਹੋ ਗਏ ਜਿਵੇਂ ਅੱਗ ਨਾਲ ਸੜੇ ਹੋਏ ਸਨ ਅਤੇ ਉਹਦੇ ਹੱਥਾਂ ਦੇ ਬੰਧਨ ਖੁੱਲ ਗਏ। ਉਸ ਵੇਲੇ ਉਹਨੂੰ ਇੱਕ ਖੋਤੇ ਦੇ ਜਵਾੜੇ ਦੀ ਨਵੀਂ ਹੱਡੀ ਲੱਭ ਪਈ ਅਤੇ ਆਪਣਾ ਹੱਥ ਲੰਮਾ ਕਰਕੇ ਉਸ ਨੂੰ ਫੜ ਲਿਆ
ਅਤੇ ਉਸ ਨਾਲ 1000 ਮਨੁੱਖ ਮਾਰ ਸੁੱਟੇ। ਸਮਸੂਨ ਨੇ ਆਖਿਆ, ਇੱਕ ਖੋਤੇ ਦੀ ਜਵੜ ਦੀ ਹੱਡੀ ਨਾਲ ਤਾਂ ਢੇਰਾਂ ਦੇ ਢੇਰ ਲੱਗ ਗਏ, ਮੈਂ ਇੱਕ ਖੋਤੇ ਦੀ ਜਵੜ ਦੀ ਹੱਡੀ ਨਾਲ 1000 ਮਨੁੱਖ ਮਾਰ ਸੁੱਟੇ। ਤਾਂ ਅਜਿਹਾ ਹੋਇਆ ਕਿ ਜਦ ਨਿਆਂਇਆਂ ਅਧਿਆਇ 16 ਫੇਰ ਸਮਸੂਨ ਅਜਾ ਨੂੰ ਗਿਆ ਅਤੇ ਉੱਥੇ ਇੱਕ ਕੰਜਰੀ ਡਿੱਠੀ ਤੇ ਉਹਦੇ ਕੋਲ ਅੰਦਰ ਵੜ ਗਿਆ। ਅਤੇ ਅਜ਼ਾ ਦੇ ਲੋਕਾਂ ਨੂੰ ਖਬਰ ਹੋਈ ਜੋ ਸਮਸੂਨ ਇੱਥੇ ਆਇਆ ਹੈ, ਅਤੇ ਉਹਨੇ ਉਹਨੂੰ ਘੇਰ ਲਿਆ ਅਤੇ ਸਾਰੀ ਰਾਤ ਸ਼ਹਿਰ ਦੇ ਫਾਟਕ ਉੱਤੇ ਉਹਦੀ ਛਾਂ ਵਿੱਚ ਲੱਗੇ ਰਹੇ। ਉਹ ਸਾਰੀ ਰਾਤ ਇਹ ਆ ਕੇ ਚੁੱਪ ਚਪੀਤੇ ਰਹੇ, ਭਈ ਪ੍ਰਭਾਤ ਦੇ ਲੁਆਲੇ ਵਿੱਚ ਉਹਨੂੰ ਮਾਰ ਲਵਾਂਗੇ। ਸਮਸੂਨ ਅੱਧੀ ਰਾਤ ਤੋੜੀ ਪਿਆ ਰਿਹਾ ਅਤੇ ਅੱਧੀ ਰਾਤ ਉੱਠ ਕੇ ਡਿਓੜੀ ਦੇ ਬੋਹਿਆਂ ਨੂੰ ਅਤੇ ਦੋਹਾਂ ਬਾਹੀਆਂ ਨੂੰ ਹੌੜੇ ਸਣੇ ਲਾ ਕੇ ਅਤੇ ਉਹਨਾਂ ਨੂੰ ਮੋਢਿਆਂ ਉੱਤੇ ਚੁੱਕ ਕੇ ਉਸ ਪਹਾੜ ਦੀ ਟੀਸੀ ਉੱਤੇ ਜੋ ਹਬਰੋਨ ਦੇ ਸਾਹਮਣੇ ਹੈ ਅਪੜਾ ਦਿੱਤਾ। ਕੁਝ ਚਿਰ ਪਿੱਛੋਂ ਅਜਿਹਾ ਹੋਇਆ ਜੋ ਉਹਨੇ ਸੋਰੇਕ ਦੀ ਦੂਨ ਵਿੱਚ ਇੱਕ ਤੀਵੀਂ ਨਾਲ ਪ੍ਰੀਤ ਲਾਈ ਜਿਹਦਾ ਨਾਮ ਦਲੀਲਾ ਸੀ। ਅਤੇ ਫਰਿਸ਼ਤੀਆਂ ਦੇ ਸਰਦਾਰ ਉਸ ਤੀਵੀਂ ਕੋਲ ਚੜ ਆਏ ਅਤੇ ਉਹਨੂੰ ਆਖਿਆ, ਤੂੰ ਉਹਨੂੰ ਫਲਾਣੀਆਂ ਦੇ ਕੇ ਮਾਲੂਮ ਕਰ ਜੋ ਇਹ ਡਾਢੀ ਸ਼ਕਤੀ ਉਹਦੀ ਕਿੱਥੋਂ ਹੈ, ਅਤੇ ਉਸ ਨੂੰ ਕਿੱਕਰ ਵਸ ਕਰੀਏ ਜੋ ਉਹਨੂੰ ਬੰਨ ਕੇ ਅਧੀਨ ਕਰ ਲਈਏ। ਤਾਂ ਸਾਡੇ ਸਭਨਾਂ ਵਿੱਚੋਂ ਇੱਕ ਜਣਾ ਤੈਨੂੰ 1100 ਰੁਪਇਆ ਦੇਵੇਗਾ। ਤਾਂ ਦਲੀਲਾ ਨੇ ਸਮਸੂਨ ਨੂੰ ਆਖਿਆ, ਮੈਨੂੰ ਇਹ ਦੱਸਦਾ ਜੋ ਤੇਰੀ ਇਹ ਡਾਢੀ ਸ਼ਕਤੀ ਕਿਸ ਕਰਕੇ ਹੈ, ਅਤੇ ਤੈਨੂੰ ਕੋਈ ਕਿੱਕਰ ਬੰਨੇ ਜੋ ਤੈਨੂੰ ਅਧੀਨ ਕਰ ਲਵੇ। ਸਮਸੂਨ ਨੇ ਉਹਨੂੰ ਆਖਿਆ, ਜੇ ਕਦੀ ਉਹ ਮੈਨੂੰ 7 ਹਰੀਆਂ ਛਮਕਾਂ ਨਾਲ ਬੰਨਣ ਜੋ ਸੁੱਕ ਨਾ ਗਈਆਂ ਹੋਣ ਤਾਂ ਮੈਂ ਨਿਰਬਲ ਹੋ ਜਾਵਾਂਗਾ ਅਤੇ ਹੋਰਨਾਂ ਮਨੁੱਖਾਂ ਵਰਗਾ ਹੀ ਹੋ ਜਾਵਾਂਗਾ। ਤਦ ਫਰਿਸ਼ਤੀਆਂ ਦੇ ਸਰਦਾਰ ਨੇ 7 ਹਰੀਆਂ ਛਮਕਾਂ ਜੋ ਅਜੇ ਸੁੱਕੀਆਂ ਨਹੀਂ ਸਨ ਉਸ ਤੀਵੀਂ ਕੋਲ ਲਿਆਏ ਅਤੇ ਉਸਨੇ ਉਹਨਾਂ ਨਾਲ ਉਹਨੂੰ ਬੰਨਿਆ। 6 ਲਾਉਣ ਵਾਲੇ ਉਸਦੇ ਕੋਲ ਕੋਹੜੀ ਅੰਦਰ ਸਨ ਅਤੇ ਤੀਵੀਂ ਨੇ ਉਹਨੂੰ ਆਖਿਆ, ਹੇ ਸਮਸੂਨ, ਫਰਿਸ਼ਤੀ ਤੇਰੇ ਤੇ ਚੜ ਆਏ। ਤਾਂ ਉਹਨੇ ਛਮਕਾਂ ਨੂੰ ਇਉਂ ਤੋੜਿਆ ਜੇਕਰ ਸੜਨ ਦੀ ਲੱਟ ਜਿਹਦੇ ਵਿੱਚੋਂ ਅੱਗ ਦੇ ਸਾੜਨ ਮੁਸ਼ਕ ਆਵੇ ਸੋ ਦੀ ਸ਼ਕਤੀ ਦਾ ਪਤਾ ਨਾ ਲੱਗਾ। ਤਦ ਦਲੀਲਾ ਨੇ ਸਮਸੂਨ ਨੂੰ ਆਖਿਆ, ਵੇਖ ਤੂੰ ਮੇਰੇ ਨਾਲ ਮਖੌਲ ਕੀਤਾ ਅਤੇ ਮੈਨੂੰ ਝੂਠ ਬੋਲਿਆ, ਹੁਣ ਮੈਨੂੰ ਦੱਸ ਜੋ ਕਿੱਕਰ ਬੰਨਿਆ ਜਾਵੇ। ਉਹਨੇ ਉਹਨੂੰ ਆਖਿਆ, ਜੇ ਕਦੀ ਉਹ ਮੈਨੂੰ ਨਵੀਆਂ ਲੱਜਾਂ ਨਾਲ ਜੋ ਕਦੀ ਵਰਤਨ ਵਿੱਚ ਨਾ ਆਈਆਂ ਹੋਣ ਘੁੱਟ ਕੇ ਬੰਨਣ ਤਾਂ ਮੈਂ ਨਿਰਬਲ ਹੋਵਾਂਗਾ ਅਤੇ ਕਿਸੇ ਹੋਰ ਮਨੁੱਖ ਵਰਗੇ ਹੋ ਜਾਵਾਂਗਾ। ਤਦ ਦਲੀਲਾ ਨੇ ਕੋਰੀਆਂ ਲੱਜਾਂ ਲਿਆਂਦੀਆਂ ਅਤੇ ਉਹਨਾਂ ਨਾਲ ਉਹਨੂੰ ਬੰਨਿਆ ਅਤੇ ਉਹਨੂੰ ਆਖਿਆ, ਹੇ ਸਮਸੂਨ, ਫਲਿਸ਼ਤੀ ਤੇਰੇ ਤੇ ਚੜ ਆਏ। ਅਤੇ 6 ਲਾਉਣ ਵਾਲੇ ਕੁਰੜੀ ਵਿੱਚ ਲੁਕੇ ਹੋਏ ਸਨ, ਸੋ ਉਹਨੇ ਆਪਣੀਆਂ ਬਾਹਾਂ ਉੱਤੋਂ ਉਹਨਾਂ ਨੂੰ ਧਾਗੇ ਵਾਂਗੂ ਤੋੜ ਸੁੱਟਿਆ। ਫੇਰ ਦਲੀਲਾ ਨੇ ਸਮਸੂਨ ਨੂੰ ਆਖਿਆ, ਐਤਕੀ ਵੀ ਤੈਂ ਮੇਰੇ ਨਾਲ ਮਖੌਲ ਹੀ ਕੀਤਾ ਅਤੇ ਮੇਰੇ ਨਾਲ ਝੂਠ ਬੋਲਿਆ, ਪਰ ਮੈਨੂੰ ਦੱਸ ਜੋ ਤੂੰ ਕਿੱਕਰ ਬੰਨਿਆ ਜਾਵੇਂ। ਉਹਨੇ ਉਸ ਨੂੰ ਆਖਿਆ, ਜੇ ਤੂੰ ਮੇਰੀਆਂ 70 ਲੱਟਾਂ ਤਾਣੇ ਦੇ ਵਿੱਚ ਉਣ ਦੇਵੇ ਤਾਂ। ਤਦ ਉਸਨੇ ਕਿੱਲੀ ਨਾਲ ਉਸਨੂੰ ਕੱਸ ਕੇ ਆਖਿਆ, ਹੇ ਸਮਸੂਨ, ਫਲਿਸ਼ਤੀ ਤੇਰੇ ਤੇ ਚੜ ਆਏ। ਤਾਂ ਉਹਨੇ ਨੀਂਦਰ ਤੋਂ ਜਾਗ ਕੇ ਕਿੱਲੀ ਨੂੰ ਤਾਣੇ ਪੁੱਟ ਸੁੱਟਿਆ। ਨਿਆਂਇਆਂ ਅਧਿਆਇ 17 ਇਫਰਾਇਮ ਦੇ ਪਹਾੜ ਵਿੱਚ ਮੀਕਾ ਨਾਮੇ ਇੱਕ ਮਨੁੱਖ ਸੀ ਅਤੇ ਉਹਨੇ ਆਪਣੀ ਮਾਂ ਨੂੰ ਆਖਿਆ, ਉਹ 1100 ਰੁਪਏ ਜੋ ਤੇਰੇ ਤੋਂ ਖੜੇ ਗਏ ਸਨ ਜਿਨ੍ਹਾਂ ਪਿੱਛੇ ਤੂੰ ਤਿਰਕਾਰਾਂ ਦਿੱਤੀਆਂ ਅਤੇ ਮੇਰੇ ਕੰਨ ਵੀ ਸੁਣ ਦਿੱਤੀਆਂ, ਵੇਖ ਉਹ ਚਾਂਦੀ ਮੇਰੇ ਕੋਲ ਹੈ। ਉਹਦੀ ਮਾਂ ਬੋਲੀ, ਹੇ ਮੇਰੇ ਪੁੱਤਰ, ਯਹੋਵਾ ਤੈਨੂੰ ਅਸੀਸ ਦੇਵੇ। ਅਤੇ ਉਹਨੇ ਉਹ 1100 ਰੁਪਏ ਆਪਣੀ ਮਾਂ ਨੂੰ ਮੋੜ ਦਿੱਤਾ। ਤਾਂ ਉਹਦੀ ਮਾਂ ਨੇ ਆਖਿਆ, ਇਹ ਚਾਂਦੀ ਮੈਂ ਆਪਣੇ ਹੱਥੀਂ ਯਹੋਵਾ ਦੇ ਲਈ ਜ਼ਰੂਰ ਚੜ੍ਹਤ ਕੀਤੀ ਸੀ, ਭਈ ਮੈਂ ਆਪਣੇ ਪੁੱਤਰ ਨੂੰ ਦੇਵਾਂ, ਭਈ ਉਹ ਇੱਕ ਉਕਰੀ ਹੋਈ ਔਰ ਇੱਕ ਢਾਲਵੀ ਮੂਰਤ ਬਣਾਵੇ। ਸੋ ਹੁਣ ਮੈਂ ਤੈਨੂੰ ਮੋੜ ਦਿੰਦੀ ਹਾਂ। ਜਾਂ ਉਹਨੇ ਉਹ ਰੁਪਏ ਆਪਣੀ ਮਾਂ ਨੂੰ ਮੋੜ ਦਿੱਤੇ ਤਾਂ ਉਹਦੀ ਮਾਂ ਨੇ 200 ਰੁਪਇਆ ਲੈ ਕੇ ਢਾਲਣ ਵਾਲੇ ਨੂੰ ਦਿੱਤਾ ਅਤੇ ਉਸਨੇ ਉਹਨਾਂ ਨਾਲ ਇੱਕ ਉਕਰੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਈ। ਸੋ ਉਹ ਮੀਕਾ ਦੇ ਘਰ ਰਹੀ ਅਤੇ ਉਸ ਮਨੁੱਖ ਮੀਕਾ ਦਾ ਇੱਕ ਠਾਕਰ ਦੁਆਰਾ ਬਣਿਆ ਅਤੇ ਉਹਨੇ ਇੱਕ 에ਫੋਦ ਅਤੇ ਤਰਾਫੀਮ ਨੂੰ ਬਣਾਇਆ ਅਤੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਥਾਪਿਆ। ਸੋ ਉਹ ਉਸਦੇ ਲਈ ਪੁਰੋਹਿਤ ਹੋਇਆ। ਉਸ ਵੇਲੇ ਇਸਰਾਏਲ ਵਿੱਚ ਪਾਤਸ਼ਾਹ ਕੋਈ ਨਹੀਂ ਸੀ। ਸਭੇ ਮਨੁੱਖ ਜੋ ਕੁਝ ਉਹਨੂੰ ਚੰਗਾ ਲੱਗੇ ਉਹ ਕਰਦੇ ਸਨ। ਯਹੂਦਾ ਦੇ ਟੱਬਰ ਦਾ ਬੈਤਲਹਮ ਯਹੂਦਾ ਵਿੱਚ ਇੱਕ ਜਵਾਨ ਲੇਵੀ ਸੀ ਜੋ ਉੱਥੇ ਆ ਵਸਿਆ। ਉਹ ਮਨੁੱਖ ਬੈਤਲਹਮ ਯਹੂਦਾ ਤੋਂ ਇਸ ਲਈ ਨਿਕਲਿਆ ਸੀ ਭਈ ਜਿੱਥੇ ਟਿਕਾਣਾ ਲੱਭੇ ਜਾ ਰਹੇ। ਸੋ ਤੁਰਦਿਆਂ ਤੁਰਦਿਆਂ ਇਫਰਾਇਮ ਦੇ ਪਹਾੜ ਮੀਕਾ ਦੇ ਘਰ ਅੱਪੜ ਪਿਆ। ਮੀਕਾ ਨੇ ਉਹਨੂੰ ਆਖਿਆ, ਤੂੰ ਕਿੱਥੋਂ ਆਇਆ ਹੈ? ਉਸਨੇ ਉਹਨੂੰ ਆਖਿਆ, ਮੈਂ ਬੈਤਲਹਮ ਯਹੂਦਾ ਦਾ ਲੇਵੀ ਹਾਂ ਅਤੇ ਇਸ ਲਈ ਤੁਰਿਆ ਹਾਂ ਕਿ ਜਿੱਥੇ ਕਿਤੇ ਟਿਕਾਣਾ ਲੱਭੇ ਉੱਥੇ ਜਾ ਰਹਾ। ਮੀਕਾ ਨੇ ਉਸਨੂੰ ਆਖਿਆ, ਮੇਰੇ ਕੋਲ ਰਹੋ ਅਤੇ ਮੇਰਾ ਪਿਓ ਅਤੇ ਪੁਰੋਹਿਤ ਬਣ ਅਤੇ ਮੈਂ ਤੈਨੂੰ 10 ਰੁਪਏ ਵਰਾ ਅਤੇ ਇੱਕ ਜੋੜਾ ਲੀੜਿਆਂ ਦਾ ਅਤੇ ਰੋਟੀ ਵੀ ਦਿਆਂਗਾ। ਸੋ ਲੇਵੀ ਅੰਦਰ ਗਿਆ। ਇਹ ਲੇਵੀ ਉਸ ਮਨੁੱਖ ਦੇ ਕੋਲ ਰਹਿਣ ਵਿੱਚ ਰਾਜੀ ਹੋਇਆ ਅਤੇ ਉਹ ਜਵਾਨ ਇੱਕ ਉਹਦੇ ਪੁੱਤਰਾਂ ਵਰਗਾ ਹੋਇਆ। ਤਾਂ ਮੀਕਾ ਨੇ ਉਸ ਲੇਵੀ ਨੂੰ ਥਾਪਿਆ। ਸੋ ਉਹ ਜਵਾਨ ਉਹਦਾ ਪੁਰੋਹਿਤ ਬਣਿਆ
ਅਤੇ ਮੀਕਾ ਦੇ ਘਰ ਵਿੱਚ ਰਿਹਾ। ਤਦ ਮੀਕਾ ਨੇ ਆਖਿਆ, ਹੁਣ ਮੈਂ ਜਾਣਦਾ ਹਾਂ ਜੋ ਯਹੋਵਾ ਮੇਰਾ ਭਲਾ ਕਰੇਗਾ, ਇਸ ਲਈ ਜੋ ਇੱਕ ਲੇਵੀ ਮੇਰਾ ਪੁਰੋਹਿਤ ਹੈ। ਨਿਆਂਇਆਂ ਅਧਿਆਇ 18। ਉਹਨੇ ਦਿਨ ਇਸਰਾਏਲ ਦਾ ਪਾਤਸ਼ਾਹ ਕੋਈ ਨਹੀਂ ਸੀ, ਅਤੇ ਉਹਨੇ ਦਿਨ ਦਾਨ ਦਾ ਗੋਤ ਆਪਣੇ ਵਸਣ ਨੂੰ ਕੋਈ ਪੱਤੀ ਢੂੰਡਦਾ ਸੀ। ਇਸ ਲਈ ਉਹਨੇ ਉਹਨਾਂ ਨੂੰ ਉਸ ਦਿਨ ਤੋੜੀ ਇਸਰਾਏਲ ਦੀਆਂ ਗੋਤਾਂ ਵਿੱਚ ਪੂਰੀ ਪੱਤੀ ਨਹੀਂ ਮਿਲੀ ਸੀ। ਸੋ ਦਾਨੀਆਂ ਨੇ ਆਪਣੇ ਟੱਬਰ ਦੇ 5 ਸੂਰਮੇ ਆਪਣੇ ਬੰਨਿਓ ਸਾਰਾ ਅਤੇ ਅਸ਼ਤਾਓਲ ਵਿੱਚੋਂ ਕੱਲੇ, ਤਾਂ ਜੋ ਉਹ ਉਸ ਦੇਸ਼ ਦਾ ਖੋਜ ਕੱਢਣ ਅਤੇ ਉਸ ਦੀ ਸੂਹ ਲੈਣ। ਉਹਨਾਂ ਨੂੰ ਆਖਿਆ, ਭਈ ਜਾਓ ਅਤੇ ਦੇਸ਼ ਦੀ ਸੂਹ ਲਓ। ਜਦ ਉਹ ਇਫਰਾਇਮ ਦੇ ਪਹਾੜ ਮੀਕਾ ਦੇ ਘਰ ਆਏ ਤਾਂ ਉੱਥੇ ਉਤਰ ਪਏ। ਜਦ ਮੀਕਾ ਦੇ ਘਰ ਕੋਲ ਅੱਪੜੇ ਤਾਂ ਉਹਨਾਂ ਨੇ ਉਸ ਲੇਵੀ ਜਵਾਨ ਦੀ ਆਵਾਜ਼ ਪਛਾਣੀ ਅਤੇ ਉਧਰ ਮੁੜ ਕੇ ਉਸ ਨੂੰ ਆਖਿਆ, ਇੱਥੇ ਤੈਨੂੰ ਕੌਣ ਲਿਆਇਆ ਅਤੇ ਤੂੰ ਇੱਥੇ ਕੀ ਕਰਦਾ ਹੈ ਅਤੇ ਇੱਥੇ ਤੇਰਾ ਕੀ ਵਿਹਾਰ ਹੈ? ਉਸ ਨੇ ਉਹਨਾਂ ਨੂੰ ਆਖਿਆ, ਮੀਕਾ ਨੇ ਮੇਰੇ ਨਾਲ ਇਸ ਤਰ੍ਹਾਂ ਵਿਹਾਰ ਕੀਤਾ ਹੈ ਅਤੇ ਮੈਨੂੰ ਤਲਬ ਉੱਤੇ ਰੱਖਿਆ ਹੈ ਅਤੇ ਮੈਂ ਉਹਦਾ ਪੁਰੋਹਿਤ ਬਣਿਆ ਹਾਂ। ਉਹਨਾਂ ਨੇ ਉਸ ਨੂੰ ਆਖਿਆ, ਪਰਮੇਸ਼ਰ ਕੋਲੋਂ ਸਲਾਹ ਲਓ ਜੋ ਅਸੀਂ ਜਾਣੀਏ ਕਿ ਜਿਸ ਰਾਹ ਦੇ ਵਿੱਚ ਅਸੀਂ ਤੁਰਦੇ ਹਾਂ ਸਾਡੇ ਲਈ ਸਫਲ ਹੋਵੇਗਾ ਕਿ ਨਹੀਂ। ਤਾਂ ਉਸ ਪੁਰੋਹਿਤ ਨੇ ਉਹਨਾਂ ਨੂੰ ਆਖਿਆ, ਸੁਖ ਸਾਨ ਨਾਲ ਜਾਓ, ਕਿਉਂ ਜੋ ਜਿਹਦੇ ਵਿੱਚ ਤੁਸੀਂ ਤੁਰੇ ਹੋ ਤੁਹਾਡਾ ਇਹੋ ਪੈਂਡਾ ਯਹੋਵਾ ਦੇ ਸਾਹਮਣੇ ਹੈ। ਸੋ 5 ਜਣੇ ਜਾ ਨਿਕਲੇ ਅਤੇ ਲਾਇਸ਼ ਵਿੱਚ ਆਏ। ਉੱਥੋਂ ਦੇ ਲੋਕਾਂ ਨੂੰ ਉਹਨਾਂ ਨੇ ਡਿੱਠਾ ਜੋ ਨਿਚਿੰਤ ਸਿਦੋਨੀਆ ਵਾਂਗੂ ਸੁਖ ਸਾਨ ਨਾਲ ਰਹਿੰਦੇ ਹਨ ਅਤੇ ਉਸ ਦੇਸ਼ ਵਿੱਚ ਹਾਕਮ ਕੋਈ ਨਹੀਂ ਸੀ। ਸੋ ਉਹਨਾਂ ਨੂੰ ਕਿਸੇ ਗੱਲ ਵਿੱਚ ਔਖ ਦੇਵੇ ਅਤੇ ਸਿਦੋਨੀਆ ਤੋਂ ਉਹ ਦੂਰ ਸਨ ਅਤੇ ਕਿਸੇ ਆਦਮੀ ਨਾਲ ਉਹਨਾਂ ਦਾ ਕੁਝ ਕੰਮ ਨਹੀਂ ਸੀ। ਸੋ ਉਹ ਸਾਰਾ ਤੋਂ ਅਸ਼ਤਾਓਲ ਵਿੱਚ ਆਪਣੇ ਭਰਾਵਾਂ ਕੋਲ ਮੁੜ ਆਏ ਅਤੇ ਉਹਨਾਂ ਦੇ ਭਰਾਵਾਂ ਨੇ ਉਹਨਾਂ ਨੂੰ ਪੁੱਛਿਆ, ਜੋ ਤੁਸੀਂ ਕੀ ਆਖਦੇ ਹੋ? ਉਹ ਬੋਲੇ, ਉਠੋ ਜੇ ਅਸੀਂ ਉਹਨਾਂ ਉੱਤੇ ਚੜ੍ਹਾਈ ਕਰੀਏ, ਕਿਉਂ ਜੋ ਅਸੀਂ ਉਹ ਦੇਸ਼ ਡਿੱਠਾ ਹੈ ਅਤੇ ਵੇਖੋ ਉਹ ਡਾਢਾ ਚੰਗਾ ਹੈ ਅਤੇ ਤੁਸੀਂ ਐਵੇਂ ਬੈਠੇ ਹੋ। ਹੁਣ ਤੁਸੀਂ ਤੁਰਨ ਵਿੱਚ ਅਤੇ ਉਸ ਦੇਸ਼ ਦੇ ਜਿੱਤਣ ਵਿੱਚ ਢਿੱਲ ਨਾ ਲਾਓ। ਜਿਸ ਵੇਲੇ ਤੁਰੋਗੇ ਤਾਂ ਇੱਕ ਨਿਚਿੰਤ ਲੋਕਾਂ ਵਿੱਚ ਅਤੇ ਮੋਕਲੇ ਦੇਸ਼ ਵਿੱਚ ਵੜੋਗੇ, ਕਿਉਂ ਜੋ ਪਰਮੇਸ਼ਰ ਨੇ ਉਹਨੂੰ ਤੁਹਾਡੇ ਹੱਥ ਸੌਂਪ ਦਿੱਤਾ ਹੈ। ਉਹ ਇੱਕ ਅਜਿਹਾ ਦੇਸ਼ ਹੈ ਜਿਸ ਦੇ ਵਿੱਚ ਸੰਸਾਰ ਦੀਆਂ ਸਾਰੀਆਂ ਵਸਤਾਂ ਵਿੱਚੋਂ ਕਿਸੇ ਦਾ ਘਾਟਾ ਨਹੀਂ। ਤਦ ਦਾਨੀਆਂ ਦੇ ਟੱਬਰ ਵਿੱਚੋਂ ਸਾਰਾ ਅਤੇ ਅਸ਼ਤਾਓਲ ਦੇ 600 ਮਨੁੱਖ ਸ਼ਸਤਰ ਬੰਨੇ ਹੋਏ ਤੁਰ ਪਏ। ਉਹ ਚੜੇ ਅਤੇ ਯਹੂਦਾ ਦੇ ਦੇਸ਼ ਦੇ ਕਿਰੀਅਤ ਯਾਰੀਮ ਵਿੱਚ ਅੱਪੜ ਕੇ ਤੰਬੂ ਲਾਏ। ਇਸ ਲਈ ਅੱਜ ਦੇ ਦਿਨ ਤੀਕ ਉਸ ਥਾਂ ਨੂੰ ਉਹ ਮਹਾਨੇਦਾਨ ਆਖਦੇ ਹਨ। ਵੇਖੋ, ਇਹ ਕਿਰੀਅਤ ਯਾਰੀਮ ਦੇ ਮਗਰ ਹੈ। ਉੱਥੋਂ ਲੰਘ ਕੇ ਇਫਰਾਇਮ ਦੇ ਪਹਾੜ ਵਿੱਚ ਅੱਪੜ ਪਏ ਅਤੇ ਮੀਕਾ ਦੇ ਘਰ ਵਿੱਚ ਆਏ। ਤਦ ਉਹਨਾਂ 5 ਮਨੁੱਖਾਂ ਨੇ ਜਿਹੜੇ ਲਾਇਸ਼ ਦੇ ਦੇਸ਼ ਵਿੱਚ ਖੋਜ ਕਰਨ ਲਈ ਗਏ ਸਨ ਆਪਣੇ ਭਰਾਵਾਂ ਨੂੰ ਆਖਿਆ, ਤੁਹਾਨੂੰ ਖਬਰ ਹੈ ਜੋ ਇਹਨਾਂ ਘਰਾਂ ਵਿੱਚ ਇੱਕ ਇਫੋਦ ਅਤੇ ਤਰਾਫੀਮ ਅਤੇ ਉਕਰੀ ਹੋਈ ਅਤੇ ਢਲੀ ਹੋਈ ਮੂਰਤ ਹੈ। ਸੋ ਹੁਣ ਵਿਚਾਰੋ ਜੋ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਤਦ ਉਹ ਉਸ ਦੇ ਵੱਲ ਗਏ ਅਤੇ ਉਸ ਲੇਵੀ ਜਵਾਨ ਦੀ ਸੁਖ ਸਾਂਦ ਪੁੱਛੀ। ਸੋ ਉਹ 600 ਦਾਨੀ ਸ਼ਸਤਰਬੰਦ ਜਵਾਨ ਲਾਂਘੇ ਦੇ ਫਾਟਕ ਪੁਰ ਖਲੋਤੇ ਰਹੇ ਅਤੇ ਉਹਨਾਂ 5 ਨੇ ਜੋ ਦੇਸ਼ ਦੇ ਖੋਜ ਕੱਢਣ ਲਈ ਨਿਕਲੇ ਸਨ ਘਰ ਦੇ ਵਿੱਚ ਵੜ ਕੇ ਉਕਰੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਇਫੋਦ ਅਤੇ ਤਰਾਫੀਮ ਲੈ ਲਿਆ। ਅਤੇ ਪੁਰੋਹਿਤ ਉਸ ਦੇ 600 ਮਨੁੱਖਾਂ ਨਾਲ ਸ਼ਸਤਰਬੰਦ ਸਨ ਲਾਂਘੇ ਦੇ ਫਾਟਕ ਉੱਤੇ ਖਲੋਤਾ ਸੀ। ਸੋ ਜਦ ਉਹਨਾਂ ਨੇ ਮੀਕਾ ਦੇ ਘਰ ਵਿੱਚ ਵੜ ਕੇ ਉਕਰੀ ਹੋਈ ਮੂਰਤ, ਇਫੋਦ, ਤਰਾਫੀਮ ਅਤੇ ਢਾਲੀ ਹੋਈ ਮੂਰਤ ਚੁੱਕ ਲਈ ਤਾਂ ਪੁਰੋਹਿਤ ਨੇ ਉਹਨਾਂ ਨੂੰ ਆਖਿਆ, ਤੁਸੀਂ ਕੀ ਕਰਦੇ ਹੋ? ਤਦ ਉਹਨਾਂ ਨੇ ਉਸ ਨੂੰ ਆਖਿਆ, ਚੁੱਪ ਕਰ, ਆਪਣੇ ਮੂੰਹ ਅੱਗੇ ਹੱਥ ਦੇ ਅਤੇ ਸਾਡੇ ਨਾਲ ਤੁਰ ਕੇ ਸਾਡਾ ਪਿਓ ਅਤੇ ਪੁਰੋਹਿਤ ਬਣ। ਭਲਾ ਤੈਨੂੰ ਇੱਕ ਮਨੁੱਖ ਦੇ ਘਰ ਪੁਰੋਹਿਤ ਹੋਣਾ ਚੰਗਾ ਹੈ ਜਾਂ ਇੱਕ ਗੋਤ ਇਸਰਾਏਲੀਆਂ ਦੇ ਇੱਕ ਟੱਬਰ ਦਾ ਪੁਰੋਹਿਤ ਹੋਣਾ? ਤਾਂ ਪੁਰੋਹਿਤ ਦਾ ਮਨ ਆਨੰਦ ਹੋ ਗਿਆ ਅਤੇ ਉਹ ਇਫੋਦ, ਤਰਾਫੀਮ ਅਤੇ ਉਕਰੀ ਹੋਈ ਮੂਰਤ ਨੂੰ ਲੈ ਕੇ ਲੋਕਾਂ ਦੇ ਵਿਚਕਾਰ ਆਇਆ। ਉਪਰੰਤ ਉਹ ਮੁੜੇ ਅਤੇ ਤੁਰ ਪਏ ਅਤੇ ਬਾਲਕਾਂ, ਡੰਗਰਾਂ ਅਤੇ ਸਾਰੇ ਨਿਕਸੁਕ ਨੂੰ ਅੱਗੇ ਕਰਕੇ ਲੰਘ ਨਿਕਲੇ। ਜਦ ਉਹ ਮੀਕਾ ਦੇ ਘਰ ਤੋਂ ਕੁਝ ਹੀ ਦੂਰ ਗਏ ਤਾਂ ਮੀਕਾ ਦੇ ਘਰ ਦੇ ਆਲੇ ਦੁਆਲੇ ਦੇ ਵਾਸੀ ਇਕੱਠੇ ਹੋ ਕੇ ਦਾਨੀਆਂ ਕੋਲ ਜਾ ਪੜੇ ਅਤੇ ਦਾਨੀਆਂ ਨੂੰ ਉਹਨਾਂ ਨੇ ਜਾ ਕੇ ਵੰਗਾਰਿਆ। ਤਾਂ ਉਹਨਾਂ ਨੇ ਆਪਣੇ ਮੂੰਹ ਮੋੜੇ ਔਰ ਮੀਕਾ ਨੂੰ ਆਖਿਆ, ਤੈਨੂੰ ਕੀ ਹੋਇਆ ਜੋ ਅੜੀ ਟੋਲੀ ਨਾਲ ਆਉਂਦਾ ਹੈ? ਉਹਨੇ ਆਖਿਆ, ਕੀ ਤੁਸੀਂ ਮੇਰੇ ਦੇਵਤਿਆਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਸੀ ਅਤੇ ਮੇਰੇ ਪੁਰੋਹਿਤ ਨੂੰ ਲੈ ਕੇ ਤੁਰ ਪਏ? ਤਾਂ ਹੁਣ ਪਿੱਛੇ ਮੇਰਾ ਕੀ ਰਹਿ ਗਿਆ? ਅਤੇ ਫਿਰ ਤੁਸੀਂ ਆਖਦੇ ਹੋ ਜੋ ਤੈਨੂੰ ਕੀ ਹੋਇਆ? ਤਦ ਦਾਨੀਆਂ ਨੇ ਉਹਨੂੰ ਆਖਿਆ, ਤੇਰੀ ਆਵਾਜ਼ ਸਾਡੇ ਵਿੱਚ ਸੁਣਾਈ ਨਾ ਦੇਵੇ, ਮਤੇ ਕੌੜੇ ਮਨੁੱਖ ਤੇਰੇ ਉੱਤੇ ਉੱਠ ਪੈਣ, ਸੋ ਤੂੰ ਆਪਣੇ ਅਤੇ ਆਪਣੇ ਟੱਬਰ ਦੀ ਜਿੰਦ ਦੇ ਨਾਸ ਕਰਨ ਦਾ ਕਾਰਨ ਬਣੇ। ਤਾਂ ਦਾਨੀ ਆਪਣੇ ਰਾਹ ਤੁਰ ਪਏ ਅਤੇ ਜਦ ਮੀਕਾ ਨੇ ਡਿੱਠਾ ਭਈ ਉਹ ਮੇਰੇ ਨਾਲੋਂ ਤਕੜੇ ਹਨ ਤਾਂ ਮੂੰਹ ਪਾ ਕੇ ਘਰ ਨੂੰ ਮੁੜ ਆਇਆ। ਅਤੇ ਉਹਨਾਂ ਨੇ ਮੀਕਾ ਦੀਆਂ ਬਣਾਈਆਂ ਹੋਈਆਂ ਵਸਤਾਂ ਪੁਰੋਹਿਤ ਸਣੇ ਲੈ ਲਈਆਂ
ਅਤੇ ਲੈਸ਼ ਵਿੱਚ ਉਹਨਾਂ ਲੋਕਾਂ ਕੋਲ ਅਪੜ ਪਏ ਜੋ ਸੁਖੀ ਅਤੇ ਨਿਚਿੰਤ ਸਨ, ਅਤੇ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ ਅਤੇ ਸ਼ਹਿਰ ਨੂੰ ਸਾੜ ਸੁੱਟਿਆ। ਅਤੇ ਉਹਨਾਂ ਦਾ ਸਹਾਇਕ ਕੋਈ ਨਹੀਂ ਸੀ, ਕਿਉਂਕਿ ਉਹ ਸੈਦੋਨ ਤੋਂ ਦੂਰ ਸੀ ਅਤੇ ਕਿਸੇ ਨਾਲ ਵਿਵਹਾਰ ਨਹੀਂ ਕਰਦੇ ਸਨ, ਅਤੇ ਉਹ ਬੈਤਰਹੋਬ ਦੀ ਦੂਨ ਵਿੱਚ ਸੀ। ਅਤੇ ਉਹਨਾਂ ਨੇ ਉਹ ਸ਼ਹਿਰ ਫਿਰ ਬਣਾਇਆ ਅਤੇ ਉਸ ਵਿੱਚ ਵਸੇ, ਅਤੇ ਉਸ ਸ਼ਹਿਰ ਦਾ ਨਾਮ ਦਾਨ ਰੱਖਿਆ, ਅਤੇ ਆਪਣੇ ਪਿਓ ਦਾਨ ਦੇ ਨਾਂ ਉੱਤੇ ਜੋ ਇਸਰਾਏਲ ਲਈ ਜੰਮਿਆ ਸੀ, ਪਰ ਪਹਿਲਾਂ ਉਸ ਸ਼ਹਿਰ ਦਾ ਨਾਮ ਲਾਇਸ਼ ਸੀ। ਨਿਆਂਇਆਂ ਅਧਿਆਇ 19 ਦਿਨੀ ਇਸਰਾਏਲੀਆਂ ਦਾ ਕੋਈ ਪਾਤਸ਼ਾਹ ਨਹੀਂ ਸੀ। ਅਤੇ ਅਜਿਹਾ ਹੋਇਆ ਜੋ ਇੱਕ ਲੇਵੀ ਮਨੁੱਖ ਨੇ, ਜਿਹੜਾ ਇਫਰਾਇਮ ਦੇ ਪਹਾੜ ਦੇ ਪਰੇ ਰਹਿੰਦਾ ਸੀ, ਬੈਤਲਹਮ ਯਹੂਦਾ ਤੋਂ ਆਪਣੇ ਲਈ ਇੱਕ ਸੁਰੀਤ ਨੂੰ ਲੈ ਲਿਆ। ਉਹਦੀ ਸੁਰੀਤ ਉਹਦੇ ਨਾਲ ਕੁਕਰਮ ਕਰਕੇ ਉਹਦੇ ਕੋਲੋਂ ਬੈਤਲਹਮ ਯਹੂਦਾ ਵਿੱਚ ਆਪਣੇ ਪਿਓ ਕੇ ਜਾ ਕੇ 4 ਮਹੀਨੇ ਉੱਥੇ ਰਹੀ। ਅਤੇ ਉਹਦਾ ਪਰਤਾ ਉੱਠਿਆ ਅਤੇ ਉਹਦੇ ਮਗਰ ਗਿਆ, ਜੋ ਉਹਨੂੰ ਮਿੱਠੀਆਂ ਗੱਲਾਂ ਕਰਕੇ ਮੋੜ ਲਿਆਵੇ। ਅਤੇ ਉਹਦੇ ਨਾਲ ਇੱਕ ਟਹਿਲੂਆ ਔਰ 2 ਖੋਤੇ ਸਨ। ਸੋ ਉਹ ਉਸ ਨੂੰ ਆਪਣੇ ਪਿਓ ਕੇ ਘਰ ਲੈ ਗਈ। ਅਤੇ ਜਦੋਂ ਛੋਕਰੀ ਦੇ ਪਿਓ ਨੇ ਉਹਨੂੰ ਡਿੱਠਾ ਤਾਂ ਉਹਦੇ ਮਿਲਣ ਨਾਲ ਆਨੰਦ ਹੋ ਗਿਆ। ਸੋ ਉਹਦੇ ਸਹੁਰੇ ਅਰਥਾਤ ਛੋਕਰੀ ਦੇ ਪਿਓ ਨੇ ਉਹਨੂੰ ਅਟਕਾ ਛੱਡਿਆ, ਅਤੇ ਉਹ 3 ਦਿਨ ਉਸ ਦੇ ਨਾਲ ਰਿਹਾ, ਅਤੇ ਉਹਨਾਂ ਨੇ ਖਾਧਾ ਪੀਤਾ ਔਰ ਉੱਥੇ ਟਿਕੇ ਰਹੇ। ਚੌਥੇ ਦਿਨ ਜਦ ਪ੍ਰਭਾਤ ਉੱਠੇ ਤਾਂ ਅਜਿਹਾ ਹੋਇਆ ਜੋ ਵਿਦਿਆ ਹੋਣ ਲਈ ਉੱਠ ਖਲੋਤਾ, ਤਾਂ ਛੋਕਰੀ ਦੇ ਪਿਓ ਨੇ ਆਪਣੇ ਜਵਾਈ ਨੂੰ ਆਖਿਆ, ਗਰਾਈ ਕੋ ਰੋਟੀ ਖਾ ਕੇ ਆਨੰਦ ਹੋ ਲੈ, ਫਿਰ ਆਪਣੇ ਰਾਹ ਪੈ ਜਾ। ਸੋ ਉਹ ਦੋਵੇਂ ਬੈਠ ਗਏ ਅਤੇ ਉਹਨਾਂ ਰਲ ਕੇ ਖਾਧਾ ਪੀਤਾ। ਅਤੇ ਛੋਕਰੀ ਦੇ ਪਿਓ ਨੇ ਉਸ ਮਨੁੱਖ ਨੂੰ ਆਖਿਆ ਸੀ, ਭਈ ਰਾਜੇ ਰਹੋ ਅਤੇ ਸਾਰੀ ਰਾਤ ਟਿਕੋ ਔਰ ਆਪਣੇ ਮਨ ਨੂੰ ਆਨੰਦ ਕਰੋ। ਫਿਰ ਉਹ ਮਨੁੱਖ ਵਿਦਿਆ ਹੋਣ ਨੂੰ ਉੱਠ ਖੜੋਤਾ ਅਤੇ ਉਹਦਾ ਸਹੁਰਾ ਉਸ ਨਾਲ ਹੱਥ ਬੰਨ ਬੈਠਾ। ਤਾਂ ਫਿਰ ਉਹਨੇ ਰਾਤ ਉੱਥੇ ਹੀ ਕੱਟੀ। ਅਤੇ 5ਵੇਂ ਦਿਨ ਤੜਕੇ ਹੀ ਉੱਠਿਆ। ਜੋ ਵਿਦਿਆ ਹੋਵਾਂ ਤਾਂ ਛੋਕਰੀ ਦੇ ਪਿਓ ਨੇ ਉਹਨੂੰ ਆਖਿਆ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਜੋ ਤੂੰ ਆਪਣੇ ਮਨ ਨੂੰ ਆਨੰਦ ਕਰ ਅਤੇ ਦਿਨ ਢਲਦੇ ਤੋੜੀ ਠਹਿਰ ਜਾਵੀਂ। ਅਤੇ ਦੋਹਾਂ ਨੇ ਇਕੱਠਿਆਂ ਖਾਧਾ। ਜਦੋਂ ਮਨੁੱਖ ਅਤੇ ਉਹਦੀ ਸੁਰੀਤ ਅਤੇ ਉਹਦਾ ਟਹਿਲੂਆ ਸਾਰੇ ਉੱਠੇ ਜੋ ਵਿਦਿਆ ਹੋਈਏ, ਤਾਂ ਛੋਕਰੀ ਦੇ ਪਿਓ ਉਹਦੇ ਸਹੁਰੇ ਨੇ ਉਹਨੂੰ ਆਖਿਆ, ਵੇਖ ਤਿਕਾਲਾ ਹੁੰਦੀ ਜਾਂਦੀਆਂ ਹਨ, ਅਤੇ ਮੈਂ ਤੁਹਾਡੇ ਤਰਲੇ ਕਰਨਾ ਹਾਂ ਜੋ ਰਾਤ ਨੂੰ ਤੁਸੀਂ ਇੱਥੇ ਰਹੋ। ਵੇਖੋ ਦਿਨ ਲਹਿੰਦਾ ਜਾਂਦਾ ਹੈ, ਰਹਿ ਪੋ ਭਈ ਤੇਰਾ ਮਨ ਆਨੰਦ ਹੋਵੇ। ਅਤੇ ਮੁਨੇਰੀ ਉੱਠ ਕੇ ਆਪਣੇ ਨਾਲ ਤੁਰ ਪਿਓ, ਜੋ ਤੂੰ ਆਪਣੇ ਡੇਰੇ ਵੱਲ ਵਿਦਿਆ ਹੋਵੇਂ। ਪਰ ਉਸ ਰਾਤ ਰਹਿਣ ਵਿੱਚ ਉਹ ਮਨੁੱਖ ਰਾਜੀ ਨਾ ਹੋਇਆ। ਸੋ ਵਿਦਾ ਹੋ ਕੇ ਉੱਠ ਤੁਰਿਆ ਅਤੇ ਯਬੂਸ ਦੇ ਲਾਗੇ ਆਪੜ ਪਿਆ, ਜਿਹਨੂੰ ਯਰੂਸ਼ਲਮ ਆਖਦੇ ਹਨ। ਅਤੇ ਉਹਦੇ ਨਾਲ 2 ਖੋਤੇ ਕਾਠੀ ਪਈ ਅਤੇ ਸੁਰੀਤ ਵੀ ਉਹਦੇ ਨਾਲ ਸੀ। ਜਦੋਂ ਯਬੂਸ ਦੇ ਨੇੜੇ ਆਪੜੇ ਤਾਂ ਦਿਨ ਬਹੁਤ ਹੀ ਲੈ ਗਿਆ ਸੀ। ਤਾਂ ਟਹਿਲੂਏ ਨੇ ਆਪਣੇ ਸਵਾਮੀ ਨੂੰ ਆਖਿਆ, ਆਓ ਜੀ ਅਸੀਂ ਯਬੂਸੀਆਂ ਦੇ ਇਸ ਸ਼ਹਿਰ ਵਿੱਚ ਵੜ ਕੇ ਇੱਥੇ ਰਹੀਏ। ਪਰ ਉਸਦੇ ਸਵਾਮੀ ਨੇ ਉਸ ਨੂੰ ਆਖਿਆ, ਪਰਾਏ ਸ਼ਹਿਰ ਵਿੱਚ ਜੋ ਇਸਰਾਏਲੀਆਂ ਦਾ ਨਹੀਂ ਅਸੀਂ ਨਹੀਂ ਵੜਦੇ, ਪਰ ਅਸੀਂ ਗਿਬਾ ਵੱਲ ਲੰਘ ਜਾਵਾਂਗੇ। ਅਤੇ ਆਪਣੇ ਟਹਿਲੂਏ ਨੂੰ ਆਖਿਆ, ਤੁਰ ਇਹਨਾਂ ਥਾਂ ਵਿੱਚੋਂ ਕਿਸੇ ਇੱਕ ਵੱਲ ਚੱਲੀਏ, ਜਾਂ ਗਿਬਾ ਨੂੰ ਜਾਂ ਰਮਾ ਨੂੰ, ਜੋ ਉੱਥੇ ਰਾਤ ਰਹੀਏ। ਸੋ ਉਹ ਉੱਥੋਂ ਲੰਘ ਕੇ ਪੈਂਡਾ ਕਰਦੇ ਰਹੇ। ਅਤੇ ਜਦ ਬਿਨਯਾਮੀਨ ਦੇ ਗਿਬਾ ਦੇ ਨੇੜੇ ਆਏ ਤਾਂ ਸੂਰਜ ਲਹਿ ਗਿਆ। ਸੋ ਉਹ ਉੱਥੇ ਭੌਂ ਪਏ ਜੋ ਗਿਬਾ ਵਿੱਚ ਵੜ ਕੇ ਉੱਥੇ ਰਹੀਏ। ਜਾਂ ਉਹ ਵੜ ਗਿਆ ਤੇ ਸ਼ਹਿਰ ਦੇ ਇੱਕ ਚੌਂਕ ਵਿੱਚ ਬੈਠ ਗਿਆ, ਕਿਉਂਕਿ ਉੱਥੇ ਅਜਿਹਾ ਕੋਈ ਨਹੀਂ ਸੀ ਜੋ ਉਹਨਾਂ ਨੂੰ ਰਾਤ ਟਿਕਾਉਣ ਲਈ ਆਪਣੇ ਘਰ ਲੈ ਜਾਂਦਾ। ਤਾਂ ਵੇਖੋ ਸੰਧੇ ਵੇਲੇ ਇੱਕ ਬੁੱਢਾ ਪੈਲੀ ਵਿੱਚੋਂ ਕੰਮ ਧੰਦਾ ਮੁਕਾ ਕੇ ਉੱਥੇ ਆ ਨਿਕਲਿਆ। ਇਹ ਵੀ ਇਫਰਾਇਮ ਦੇ ਪਹਾੜ ਦਾ ਸੀ, ਜੋ ਗਿਬਾ ਵਿੱਚ ਆ ਵਸਿਆ ਸੀ, ਪਰ ਉੱਥੋਂ ਦੇ ਵਾਸੀ ਬਿਨਯਾਮੀਨੀ ਸਨ। ਉਹਨੇ ਅੱਖਾਂ ਚੁੱਕ ਕੇ ਡਿੱਠਾ ਪਈ ਇੱਕ ਰਾਹੀ ਸ਼ਹਿਰ ਦੇ ਚੌਂਕ ਵਿੱਚ ਹੈ। ਸੋ ਉਸ ਬੁੱਢੇ ਨੇ ਆਖਿਆ, ਤੂੰ ਆਇਆ ਕਿੱਥੋਂ ਹੈ ਅਤੇ ਜਾਣਾ ਕਿੱਥੇ ਹੈ? ਉਸ ਨੇ ਉਹਨੂੰ ਆਖਿਆ, ਅਸੀਂ ਬੈਤਲਹਮ ਯਹੂਦਾ ਤੋਂ ਆਏ ਅਤੇ ਇਫਰਾਇਮ ਦੇ ਪਹਾੜ ਦੇ ਪਰਲੇ ਪਾਸੇ ਜਾਣਾ ਹੈ। ਮੈਂ ਉੱਥੋਂ ਦਾ ਹਾਂ। ਮੈਂ ਬੈਤਲਹਮ ਯਹੂਦਾ ਨੂੰ ਗਿਆ ਸਾਂ ਅਤੇ ਹੁਣ ਯਹੋਵਾ ਦੇ ਘਰ ਵੱਲ ਜਾਂਦਾ ਹਾਂ। ਇੱਥੇ ਅਜਿਹਾ ਮਨੁੱਖ ਕੋਈ ਨਹੀਂ ਜੋ ਸਾਨੂੰ ਆਪਣੇ ਘਰ ਉਤਾਰੇ। ਭਾਵੇਂ ਸਾਡੇ ਖੋਤਿਆਂ ਦਾ ਤਾਂ ਦਾਣਾ ਪੱਠਾ ਸਾਡੇ ਕੋਲ ਹੈ, ਅਤੇ ਮੇਰੇ ਔਰ ਤੇਰੀ ਟਹਿਲਣ ਦੇ ਅਤੇ ਇਸ ਜਵਾਨ ਦੇ ਲਈ ਜੋ ਤੇਰੇ ਸੇਵਕਾਂ ਦੇ ਨਾਲ ਹੈ, ਰੋਟੀ ਅਤੇ ਦਾਖ ਰਸ ਵੀ ਹੈ। ਕਿਸੇ ਵਸਤ ਦਾ ਘਾਟਾ ਨਹੀਂ ਹੈ। ਉਸ ਬੁੱਢੇ ਨੇ ਆਖਿਆ, ਤੈਨੂੰ ਸੁੱਖ ਸੰਦ ਹੋਵੇ, ਤੇਰੀ ਸਾਰੀ ਲੋੜ ਸਾਡੇ ਸਿਰ ਤੇ ਹੋਵੇ, ਪਰ ਤੂੰ ਚੌਂਕ ਵਿੱਚ ਕਦਾਚਿਤ ਨਾ ਰਹਿ। ਸੋ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਹਦੇ ਖੋਤਿਆਂ ਨੂੰ ਪੱਠੇ ਪਾਏ ਅਤੇ ਉਹਨਾਂ ਨੇ ਆਪਣੇ ਪੈਰ ਧੋਤੇ ਔਰ ਖਾਧਾ ਪੀਤਾ। ਜਿਸ ਵੇਲੇ ਉਹ ਆਪਣੇ ਮਨ ਆਨੰਦ ਕਰੇ ਸਨ, ਤਾਂ ਵੇਖੋ ਉਸ ਸ਼ਹਿਰ ਦੇ ਲੋਕਾਂ ਵਿੱਚੋਂ ਜੋ ਬਲਿਆਲ ਵੰਸ਼ੀ ਸਨ, ਕਈ ਉਸ ਘਰ ਦੇ ਦੁਆਲੇ ਆਣ ਪਏ ਅਤੇ ਬੂਹਾ ਖੜਕਾ ਕੇ ਉਸ ਘਰ ਵਾਲੇ ਅਰਥਾਤ ਬੁੱਢੇ ਨੂੰ ਆਖਣ ਲੱਗੇ ਕਿ ਜਿਹੜਾ ਤੇਰੇ ਘਰ ਆਇਆ ਹੈ, ਉਸ ਮਨੁੱਖ ਨੂੰ ਕੱਢ ਲਿਆ ਜੋ ਅਸੀਂ ਉਹਨੂੰ ਜਾਣੀਏ। ਉਸ ਮਨੁੱਖ ਨੇ ਅਰਥਾਤ ਘਰ ਵਾਲੇ ਨੇ ਬਾਹਰ ਨਿਕਲ ਕੇ ਉਹਨਾਂ ਨੂੰ ਆਖਿਆ, ਨਹੀਂ ਮੇਰੇ ਭਰਾਓ, ਅਜਿਹੀ ਬਦੀ ਨਾ ਕਰਨਾ, ਕਿਉਂਕਿ ਇਹ ਮਨੁੱਖ ਸਾਡੇ ਘਰ ਆਇਆ ਹੈ, ਇਸ ਲਈ ਇਹ ਮੂਰਖਤਾ ਹੀ ਨਾ ਕਰੋ।
ਵੇਖੋ, ਇੱਥੇ ਮੇਰੀ ਕੁਆਰੀ ਧੀ ਉਸ ਦੀ ਸੁਰੀਤ ਹਨ, ਮੈਂ ਉਹਨਾਂ ਨੂੰ ਕੱਢ ਲਿਆਉਣਾ। ਤੁਸੀਂ ਉਹਨਾਂ ਦੀ ਬੇਪਤੀ ਕਰੋ ਅਤੇ ਜੋ ਤੁਹਾਨੂੰ ਚੰਗਾ ਦਿਸੇ ਉਹ ਉਹਨਾਂ ਨਾਲ ਕਰੋ, ਪਰ ਇਸ ਮਨੁੱਖ ਨਾਲ ਅਜਿਹੀ ਮੂਰਖਤਾਈ ਨਾ ਕਰੋ। ਪਰ ਉਹ ਲੋਕ ਉਹਦੀ ਗੱਲ ਨਹੀਂ ਮੰਨਦੇ ਸਨ, ਸੋ ਉਹ ਮਨੁੱਖ ਆਪਣੀ ਸੁਰੀਤ ਨੂੰ ਫੜ ਕੇ ਉਹਨਾਂ ਕੋਲ ਬਾਹਰ ਕੱਢ ਲਿਆ ਅਤੇ ਉਹਨਾਂ ਨੇ ਉਸ ਦੇ ਨਾਲ ਸੰਗ ਕੀਤਾ ਅਤੇ ਸਾਰੀ ਰਾਤ ਸਵੇਰ ਤੋੜੀ ਉਸ ਨੂੰ ਛੇੜਦੇ ਰਹੇ ਅਤੇ ਜਦ ਪਹੁ ਫੁੱਟੀ ਤਾਂ ਉਸ ਨੂੰ ਛੱਡ ਗਏ। ਅਤੇ ਉਹ ਤੀਵੀਂ ਮੁਨੇਰੀ ਆਣ ਕੇ ਜਿੱਥੇ ਉਹਦਾ ਭਰਤਾ ਸੀ ਉਸ ਮਨੁੱਖ ਦੇ ਘਰ ਦੇ ਬੂਹੇ ਤੇ ਡਿੱਗ ਪਈ ਜਦ ਤੀਕਰ ਦਿਨ ਨਾ ਚੜਿਆ। ਉਸਦੇ ਭਰਤਾ ਨੇ ਸਵੇਰੇ ਉੱਠ ਕੇ ਘਰ ਦੇ ਬੂਹੇ ਖੋਲੇ ਅਤੇ ਤੁਰਨ ਨੂੰ ਬਾਹਰ ਨਿਕਲਿਆ ਤਾਂ ਵੇਖੋ, ਉਹ ਤੀਵੀਂ ਜਿਹੜੀ ਉਹਦੀ ਸੁਰੀਤ ਸੀ ਘਰ ਦੇ ਬੂਹੇ ਉੱਤੇ ਪਈ ਸੀ ਅਤੇ ਉਸਦੇ ਹੱਥ ਸਰਦਲ ਨਾਲ ਲੱਗੇ ਹੋਏ ਸਨ। ਉਸ ਨੇ ਆਖਿਆ, ਉੱਠ ਤੁਰੀਏ, ਪਰ ਉੱਤਰ ਕੁਝ ਨਾ ਮਿਲਿਆ। ਤਦ ਉਹਨੇ ਆਪਣੇ ਖੋਤੇ ਉੱਤੇ ਉਸ ਨੂੰ ਧਰ ਲਿਆ ਅਤੇ ਉੱਠ ਕੇ ਆਪਣੇ ਘਰ ਵੱਲ ਤੁਰ ਪਿਆ ਅਤੇ ਘਰ ਅੱਪੜ ਕੇ ਉਹਨੇ ਛੁਰੀ ਲਈ ਅਤੇ ਆਪਣੀ ਸੁਰੀਤ ਨੂੰ ਅੰਗਾਂ ਤੋਂ ਅੰਗ 12 ਟੋਟੇ ਕੀਤੇ ਅਤੇ ਇਸਰਾਏਲ ਦੀਆਂ ਸਾਰਿਆਂ ਬੰਨਿਆਂ ਵਿੱਚ ਭੇਜੇ। ਤਾਂ ਅਜਿਹਾ ਹੋਇਆ ਕਿ ਜਿਸ ਕਿਸੇ ਨੇ ਇਹ ਡਿੱਠਾ ਉਹ ਬੋਲਿਆ, ਜਦੋਂ ਤੋਂ ਇਸਰਾਏਲੀ ਮਿਸਰੋਂ ਨਿਕਲ ਆਏ ਅੱਜ ਦੇ ਦਿਨ ਤੱਕ ਅਜਿਹਾ ਕੰਮ ਨਹੀਂ ਹੋਇਆ, ਨਾ ਕਿਸੇ ਨੇ ਡਿੱਠਾ। ਇਸ ਵੱਲ ਧਿਆਨ ਕਰੋ ਅਤੇ ਸਲਾਹ ਕਰਕੇ ਬੋਲੋ। ਨਿਆਂਇਆਂ ਅਧਿਆਇ 20। ਤਦ ਸਾਰੇ ਇਸਰਾਏਲੀ ਨਿਕਲ ਕੇ ਦਾਨ ਤੋਂ ਲੈ ਕੇ ਬੇਰਸ਼ੇਬਾ ਤੋੜੀ ਗਿਲਾਦ ਦੇ ਦੇਸ਼ ਸਣੇ ਸਾਰੀ ਮੰਡਲੀ ਇੱਕ ਮਨੁੱਖ ਵਾਂਗੂ ਯਹੋਵਾ ਦੇ ਸਨਮੁਖ ਮਿਸਪਾ ਵਿੱਚ ਇਕੱਠੀ ਹੋਈ ਅਤੇ ਸਭਨਾਂ ਲੋਕਾਂ ਦੇ ਅਰਥਾਤ ਇਸਰਾਏਲ ਦੇ ਸਾਰਿਆਂ ਗੋਤਾਂ ਦੇ ਸਰਦਾਰਾਂ ਦੇ ਜੋ ਪਰਮੇਸ਼ਰ ਦੇ ਲੋਕਾਂ ਦੀ ਸਭਾ ਵਿੱਚ ਆਏ 4 ਲੱਖ ਤਲਵਾਰਧਾਰੀ ਪਿਆਦੇ ਸਨ। ਅਤੇ ਬਿਨਯਾਮੀਨ ਨੇ ਸੁਣਿਆ ਜੋ ਇਸਰਾਏਲੀ ਮਿਸਪਾ ਵਿੱਚ ਇਕੱਠੇ ਹੋਏ ਹਨ ਅਤੇ ਇਸਰਾਏਲੀਆਂ ਨੇ ਆਖਿਆ, ਦੱਸੋ ਜੋ ਇਹ ਬਦੀ ਕਿੱਕਰ ਹੋਈ। ਤਾਂ ਉਸ ਲੇਵੀ ਨੇ ਜੋ ਵੱਡੀ ਹੋਈ ਤੀਵੀਂ ਦਾ ਭਰਤਾ ਸੀ ਉੱਤਰ ਦੇ ਕੇ ਆਖਿਆ, ਮੈਂ ਆਪਣੀ ਗੋਲੀ ਸਣੇ ਬਿਨਯਾਮੀਨ ਦੇ ਗਿਬਾ ਵਿੱਚ ਰਾਤ ਟਿਕਣ ਲਈ ਆਇਆ ਸਾਂ ਅਤੇ ਗਿਬਾ ਦੇ ਲੋਕ ਮੇਰੇ ਉੱਤੇ ਆ ਪਏ ਅਤੇ ਰਾਤ ਨੂੰ ਘਰ ਦੇ ਉਦਾਲੇ ਮੇਰੀ ਛੇ ਵਿੱਚ ਬੈਠੇ ਅਤੇ ਮੈਨੂੰ ਮਾਰਿਆ ਚਾਹੁੰਦੇ ਸਨ ਅਤੇ ਮੇਰੀ ਸੁਰੀਤ ਨਾਲ ਅਜਿਹਾ ਅਨੇਰ ਮਾਰਿਆ ਜੋ ਉਹ ਮਰ ਗਈ। ਸੋ ਮੈਂ ਆਪਣੀ ਸੁਰੀਤ ਨੂੰ ਲੈ ਕੇ ਟੋਟੇ ਟੋਟੇ ਕਰਕੇ ਉਹਨੂੰ ਇਸਰਾਏਲ ਦੀ ਪੱਤੀ ਦੇ ਸਾਰੇ ਦੇਸ਼ ਵਿੱਚ ਘੱਲਿਆ, ਕਿਉਂ ਜੋ ਇਸਰਾਏਲ ਦੇ ਵਿਚਕਾਰ ਉਹਨਾਂ ਨੇ ਲੁਚਪੁਣਾ ਅਤੇ ਮੂਰਖਤਾਈ ਕੀਤੀ। ਵੇਖੋ ਸਭ ਇਸਰਾਏਲੀਓ, ਇੱਥੇ ਤੁਸੀਂ ਸਲਾਹ ਤੇ ਮਤ ਦੱਸੋ। ਤਦ ਸਾਰੇ ਲੋਕ ਇੱਕ ਮਨੁੱਖ ਵਾਕਰ ਉੱਠੇ ਅਤੇ ਬੋਲੇ, ਜੋ ਸਾਡੇ ਵਿੱਚੋਂ ਆਪਣੀ ਤੰਬੂ ਵੱਲ ਕੋਈ ਨਾ ਜਾਵੇਗਾ ਅਤੇ ਸਾਡੇ ਵਿੱਚੋਂ ਆਪਣੇ ਘਰ ਵੱਲ ਕੋਈ ਨਾ ਮੁੜੇਗਾ, ਪਰ ਹੁਣ ਗਿਬਾ ਨਾਲ ਗੱਲ ਕਰਾਂਗੇ। ਸੋ ਅਸੀਂ ਗੁਣੇ ਪਾ ਕੇ ਉਹਦੇ ਉੱਤੇ ਚੜ੍ਹਾਈ ਕਰਾਂਗੇ ਅਤੇ ਅਸੀਂ ਇਸਰਾਏਲ ਦੇ ਸਭਨਾਂ ਗੋਤਾਂ ਵਿੱਚੋਂ 100 ਵਿੱਚੋਂ 10 ਅਤੇ 1000 ਵਿੱਚੋਂ 100 ਅਤੇ 10,000 ਵਿੱਚੋਂ 1000 ਮਨੁੱਖ ਲੋਕਾਂ ਦੀ ਰਸਤ ਲਿਆਉਣ ਲਈ ਵੱਖਰੇ ਕਰਾਂਗੇ। ਤਾਂ ਜਿਸ ਵੇਲੇ ਲੋਕ ਬਿਨਯਾਮੀਨ ਦੇ ਗਿਬਾ ਵਿੱਚ ਆਉਣ ਤਾਂ ਉਹਨਾਂ ਨਾਲ ਉਸੇ ਮੂਰਖਤਾਈ ਦੇ ਅਨੁਸਾਰ ਕਰਨ ਜਿਹੜੀ ਉਹਨਾਂ ਇਸਰਾਏਲ ਵਿੱਚ ਕੀਤੀ ਹੈ। ਸੋ ਸਾਰੇ ਇਸਰਾਏਲੀ ਇੱਕ ਮਨੁੱਖ ਵਾਂਗੂ ਜੁੜ ਕੇ ਉਸ ਸ਼ਹਿਰ ਦੇ ਵਿਰੁੱਧ ਇਕੱਠੇ ਹੋਏ। ਇਸਰਾਏਲ ਦੀਆਂ ਗੋਤਾਂ ਨੇ ਬਿਨਯਾਮੀਨ ਦੇ ਸਾਰੇ ਗੋਤ ਵਿੱਚ ਮਨੁੱਖ ਘੱਲ ਕੇ ਇਉਂ ਆਖਿਆ, ਭਈ ਇਹ ਕੀ ਬਦੀ ਹੈ ਜੋ ਤੁਹਾਡੇ ਵਿਚਕਾਰ ਹੋਈ ਹੈ। ਹੁਣ ਉਹਨਾਂ ਮਨੁੱਖਾਂ ਨੂੰ ਅਰਥਾਤ ਬਲਿਆਲ ਵੰਸ਼ੀਆਂ ਨੂੰ ਜੋ ਗਿਬਾ ਵਿੱਚ ਹਨ ਸਾਡੇ ਹੱਥ ਸੌਂਪ ਦਿਓ, ਜੋ ਅਸੀਂ ਉਹਨਾਂ ਨੂੰ ਵੱਢ ਸੁੱਟੀਏ ਅਤੇ ਇਸਰਾਏਲ ਵਿੱਚੋਂ ਕਲੰਕ ਹਟਾ ਦਈਏ। ਪਰ ਬਿਨਯਾਮੀਨੀਆਂ ਨੇ ਆਪਣੇ ਇਸਰਾਏਲੀ ਭਰਾਵਾਂ ਦਾ ਆਖਾ ਨਾ ਮੰਨਿਆ, ਸਗੋਂ ਬਿਨਯਾਮੀਨੀ ਸ਼ਹਿਰ ਵਿੱਚੋਂ ਗਿਬਾ ਵਿੱਚ ਆ ਕੇ ਇਕੱਠੇ ਹੋਏ ਜੋ ਇਸਰਾਏਲੀਆਂ ਨਾਲ ਲੜਨ ਲਈ ਨਿਕਲਣ। ਅਤੇ ਬਿਨਯਾਮੀਨੀ ਜੋ ਉਸ ਵੇਲੇ ਸ਼ਹਿਰ ਵਿੱਚ ਇਕੱਠੇ ਗਿਣੇ ਗਏ, ਸੋ ਗਿਬਿਆ ਦੇ ਵਾਸੀ 700 ਚੁਣੇ ਹੋਏ ਜਵਾਨਾਂ ਤੋਂ ਬਿਨਾਂ 26,000 ਤਲਵਾਰਧਾਰੀ ਸੂਰਮੇ ਸਨ। ਇਹਨਾਂ ਸਭਨਾਂ ਲੋਕਾਂ ਵਿੱਚੋਂ 700 ਚੁਣੇ ਹੋਏ ਜਵਾਨ ਖੱਬੇ ਸਨ। ਸਭੇ ਪੱਥਰ ਦੇ ਨਾਲ ਬਿੰਨੀ ਕੌਡੀ ਦਾ ਨਿਸ਼ਾਨਾ ਢੂੰਡਦੇ ਸਨ ਅਤੇ ਉਗਦੇ ਨਹੀਂ ਸਨ। ਅਤੇ ਇਸਰਾਏਲ ਦੇ ਲੋਕ ਬਿਨਯਾਮੀਨੋਂ ਬਾਝ 4 ਲੱਖ ਤਲਵਾਰਧਾਰੀ ਸਨ ਅਤੇ ਇਹ ਸਭ ਯੋਧੇ ਸਨ। ਇਸਰਾਏਲੀ ਉੱਠ ਕੇ ਬਤੇਲ ਨੂੰ ਚੜ੍ਹ ਗਏ ਅਤੇ ਪਰਮੇਸ਼ਰ ਤੋਂ ਸਲਾਹ ਪੁੱਛੀ, ਭਈ ਸਾਡੇ ਵਿੱਚੋਂ ਬਿਨਯਾਮੀਨੀ ਨਾਲ। ਇਸਰਾਏਲੀ ਉੱਠ ਕੇ ਬੈਤੇਲ ਨੂੰ ਚੜ੍ਹ ਗਏ ਅਤੇ ਪਰਮੇਸ਼ਰ ਤੋਂ ਸਲਾਹ ਪੁੱਛੀ, ਭਈ ਸਾਡੇ ਵਿੱਚੋਂ ਬਿਨਯਾਮੀਨੀ ਨਾਲ ਲੜਾਈ ਕਰਨ ਨੂੰ ਪਹਿਲੇ ਕੌਣ ਚੜੇ। ਯਹੋਵਾ ਨੇ ਆਖਿਆ, ਪਹਿਲੇ ਯਹੂਦਾ। ਸੋ ਇਸਰਾਏਲੀ ਨੇ ਸਵੇਰੇ ਉੱਠ ਕੇ ਗਿਬਿਆ ਦੇ ਸਾਹਮਣੇ ਤੰਬੂ ਲਾਏ ਅਤੇ ਇਸਰਾਏਲ ਦੇ ਮਨੁੱਖ ਬਿਨਯਾਮੀਨ ਨਾਲ ਲੜਨ ਨਿਕਲੇ ਅਤੇ ਇਸਰਾਏਲ ਦੇ ਮਨੁੱਖ ਗਿਬਿਆ ਵਿੱਚ ਉਹਨਾਂ ਦੇ ਸਾਹਮਣੇ ਪਾਲ ਬਨ ਕੇ ਲੜਾਈ ਦੇ ਲਈ ਆ ਖਲੋਤੇ। ਤਾਂ ਬਿਨਯਾਮੀਨੀਆਂ ਨੇ ਗਿਬਾ ਤੋਂ ਨਿਕਲ ਕੇ ਉਸ ਦਿਨ 22,000 ਇਸਰਾਏਲ ਨੂੰ ਵੱਢ ਕੇ ਖੇਹ ਵਿੱਚ ਰਲਾ ਦਿੱਤਾ। ਅਤੇ ਨਿਆਂਇਆਂ ਅਧਿਆਇ 21। ਇਸਰਾਏਲ ਦੇ ਲੋਕਾਂ ਨੇ ਮਿਸਰ ਵਿੱਚ ਸਹੁੰ ਖਾਧੀ ਸੀ ਭਈ ਸਾਡੇ ਵਿੱਚੋਂ ਕੋਈ ਆਪਣੀ ਧੀ ਬਿਨਯਾਮੀਨ ਵਿੱਚ ਵਿਆਹੁਣ ਲਈ ਨਾ ਦੇਵੇਗਾ। ਲੋਕ ਬੈਤਲ ਵਿੱਚ ਆਏ ਅਤੇ ਸੰਧਿਆ ਤੋੜੀ ਉੱਥੇ ਪਰਮੇਸ਼ਰ ਦੇ ਅੱਗੇ ਬੈਠੇ ਰਹੇ ਅਤੇ ਉੱਚੀ ਆਵਾਜ਼ ਨਾਲ ਡਾਢੇ ਰੋਏ
ਅਤੇ ਬੋਲੇ, ਹੇ ਯਹੋਵਾ ਇਸਰਾਏਲ ਦੇ ਪਰਮੇਸ਼ਰ, ਇਸਰਾਏਲ ਉੱਤੇ ਇਹ ਕੀ ਅਨਰਥ ਆਇਆ ਜੋ ਇਸਰਾਏਲ ਵਿੱਚੋਂ ਅੱਜ ਇੱਕ ਗੋਤ ਘਟ ਗਿਆ। ਤਾਂ ਅਜਿਹਾ ਹੋਇਆ ਜੋ ਅਗਲੇ ਭਲਕ ਲੋਕਾਂ ਨੇ ਸਵੇਰੇ ਉੱਠ ਕੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਅਤੇ ਸੁੱਖ ਦੀਆਂ ਭੇਟਾਂ ਚੜਾਈਆਂ। ਅਤੇ ਇਸਰਾਏਲੀਆਂ ਨੇ ਆਖਿਆ, ਜੋ ਇਸਰਾਏਲ ਦੇ ਸਾਰਿਆਂ ਗੋਤਾਂ ਵਿੱਚੋਂ ਕਿਹੜਾ ਹੈ ਜੋ ਯਹੋਵਾ ਦੇ ਸਨਮੁਖ ਸਭਾ ਦੇ ਨਾਲ ਨਹੀਂ ਚੜ ਆਇਆ, ਕਿਉਂ ਜੋ ਉਹਨਾਂ ਨੇ ਡਾਢੀ ਸਹੁੰ ਖਾਧੀ ਸੀ ਕਿ ਜਿਹੜਾ ਕੋਈ ਯਹੋਵਾ ਦੇ ਸਨਮੁਖ ਮਿਸਪਾ ਵਿੱਚ ਨਾ ਆਵੇਗਾ ਸੋ ਨਿਸੰਗ ਵੱਢਿਆ ਜਾਵੇਗਾ। ਸੋ ਇਸਰਾਏਲ ਆਪਣੇ ਭਰਾ ਬਿਨਯਾਮੀਨ ਦੇ ਕਾਰਨ ਪਛਤਾਏ ਅਤੇ ਬੋਲੇ, ਜੋ ਅੱਜ ਇਸਰਾਏਲੀਆਂ ਦਾ ਇੱਕ ਗੋਤ ਨਸ਼ਟ ਹੋ ਗਿਆ ਅਤੇ ਜਿਹੜੇ ਬਚੇ ਰਹੇ ਹਨ ਉਹਨਾਂ ਨੂੰ ਅਸੀਂ ਕਿੱਥੋਂ ਵਹੁਟੀਆਂ ਦੇਈਏ, ਕਿਉਂ ਜੋ ਅਸਾਂ ਤਾਂ ਯਹੋਵਾ ਦੀ ਸਹੁੰ ਖਾਧੀ ਹੈ ਜੋ ਅਸੀਂ ਆਪਣੀਆਂ ਧੀਆਂ ਉਹਨਾਂ ਨੂੰ ਵਿਆਹੁਣ ਲਈ ਨਹੀਂ ਦੇਣੀਆਂ। ਤਾਂ ਉਹਨਾਂ ਨੇ ਆਖਿਆ, ਇਸਰਾਏਲੀਆਂ ਵਿੱਚੋਂ ਕਿਹੜਾ ਗੋਤ ਹੈ ਜੋ ਮਿਸਪਾ ਵਿੱਚ ਯਹੋਵਾ ਦੇ ਸਨਮੁਖ ਨਹੀਂ ਚੜ ਆਇਆ। ਤਾਂ ਵੇਖੋ, ਸਭਾ ਵਿੱਚ ਇਕੱਠੇ ਹੋਣ ਲਈ ਯਾਬੇਸ਼ ਗਿਲਿਆਦ ਦੇ ਵਾਸੀ ਵਿੱਚੋਂ ਉੱਥੇ ਕੋਈ ਨਹੀਂ ਆਇਆ ਸੀ, ਕਿਉਂ ਜੋ ਜਿਸ ਵੇਲੇ ਲੋਕਾਂ ਦੀ ਗਿਣਤੀ ਕੀਤੀ ਗਈ ਸੀ ਤਾਂ ਵੇਖੋ ਯਾਬੇਸ਼ ਗਿਲਿਆਦ ਦੇ ਵਾਸੀ ਵਿੱਚ ਕੋਈ ਨਾ ਲੱਭਾ। ਤਦ ਸਭਾ ਨੇ 12,000 ਸੂਰਮੇ ਮਨੁੱਖ ਤੋਰ ਕੇ ਉਹਨਾਂ ਨੂੰ ਆਗਿਆ ਦਿੱਤੀ ਜੋ ਯਾਬੇਸ਼ ਗਿਲਿਆਦ ਦੇ ਵਾਸੀਆਂ ਨੂੰ ਤੀਵੀਆਂ ਅਤੇ ਬਾਲਕਾਂ ਸਣੇ ਤਲਵਾਰ ਦੀ ਧਾਰ ਨਾਲ ਜਾ ਕੇ ਵੱਢ ਸੁੱਟੋ ਅਤੇ ਇਹ ਕੰਮ ਕਰਨਾ ਜੋ ਸਾਰਿਆਂ ਪੁਰਸ਼ਾਂ ਅਤੇ ਉਹਨਾਂ ਤੀਵੀਆਂ ਨੂੰ ਜਿਨ੍ਹਾਂ ਮਨੁੱਖਾਂ ਨਾਲ ਸੰਗ ਕੀਤਾ ਹੋਇਆ ਹੋਵੇ ਨਾਸ ਕਰ ਦੇਣਾ। ਸੋ ਉਹਨਾਂ ਨੇ ਯਾਬੇਸ਼ ਗਿਲਿਆਦ ਦੇ ਵਾਸੀਆਂ ਵਿੱਚੋਂ 400 ਕੁਆਰੀਆਂ ਲੱਭੀਆਂ ਜਿਹੜੀਆਂ ਮਨੁੱਖਾਂ ਤੋਂ ਅਣਜਾਣ ਸਨ, ਜਿਨ੍ਹਾਂ ਨੇ ਕਿਸੇ ਨਾਲ ਸੰਗ ਨਹੀਂ ਕੀਤਾ ਸੀ। ਉਹਨਾਂ ਨੂੰ ਕਨਾਨ ਦੇ ਦੇਸ਼ ਵਿੱਚ ਸ਼ਿਲੋ ਦੇ ਡੇਰੇ ਵਿੱਚ ਲੈ ਆਏ। ਤਦ ਸਾਰੀ ਸਭਾ ਨੇ ਬਿਨਯਾਮੀਨੀਆਂ ਨੂੰ ਜੋ ਰਿਮੋਨ ਦੀ ਪਹਾੜੀ ਵਿੱਚ ਸਨ ਆਖ ਘੱਲਿਆ ਅਤੇ ਸੁਖ ਸਾਂਦ ਦਾ ਸੁਨੇਹਾ ਉਹਨਾਂ ਨੂੰ ਦਿੱਤਾ। ਸੋ ਉਸ ਵੇਲੇ ਬਿਨਯਾਮੀਨੀ ਮੁੜ ਆਏ ਅਤੇ ਉਹਨਾਂ ਨੇ ਯਾਬੇਸ਼ ਗਿਲਿਆਦ ਦੀਆਂ ਕੁੜੀਆਂ ਜਿਹੜੀਆਂ ਬਚੀਆਂ ਸਨ ਉਹਨਾਂ ਨੂੰ ਦੇ ਦਿੱਤੀਆਂ ਔਰ ਉਹਨਾਂ ਲਈ ਪੂਰੀਆਂ ਨਾ ਹੋਈਆਂ। ਲੋਕ ਬਿਨਯਾਮੀਨ ਦੇ ਲਈ ਬਹੁਤ ਪਛਤਾਏ, ਇਸ ਲਈ ਜੋ ਯਹੋਵਾ ਨੇ ਇਸਰਾਏਲ ਦੇ ਗੋਤ ਵਿੱਚ ਤੇੜ ਪਾ ਦਿੱਤੀ ਸੀ। ਤਦ ਸਭਾ ਦੇ ਬਜ਼ੁਰਗ ਬੋਲੇ, ਜਿਹੜੇ ਵਧ ਰਹੇ ਹਨ ਉਹਨਾਂ ਦੇ ਲਈ ਵਹੁਟੀਆਂ ਦਾ ਕੀ ਕਰੀਏ, ਕਿਉਂ ਜੋ ਬਿਨਯਾਮੀਨੀਆਂ ਦੀਆਂ ਸਾਰੀਆਂ ਤੀਵੀਆਂ ਮਾਰੀਆਂ ਗਈਆਂ। ਤਦ ਉਹਨਾਂ ਨੇ ਆਖਿਆ, ਇਹ ਲੋੜੀਦਾ ਹੈ ਪਰ ਜਿਹੜੇ ਬਿਨਯਾਮੀਨ ਦੇ ਵਿੱਚੋਂ ਵਧ ਰਹੇ ਹਨ ਉਹਨਾਂ ਦੇ ਲਈ ਪੱਤੀ ਰਹੇ, ਇਸ ਕਰਕੇ ਜੋ ਇਸਰਾਏਲੀਆਂ ਦਾ ਇੱਕ ਗੋਤ ਮੇਸਿਆ ਨਾ ਜਾਵੇ। ਤਦ ਵੀ ਅਸੀਂ ਤਾਂ ਉਹਨਾਂ ਨੂੰ ਵਹੁਟੀਆਂ ਦੇ ਲਈ ਆਪਣੀਆਂ ਧੀਆਂ ਨਹੀਂ ਦੇ ਸਕਦੇ, ਕਿਉਂ ਜੋ ਇਸਰਾਏਲੀ ਨੇ ਸਹੁੰ ਖਾਧੀ ਹੈ ਪਰ ਜਿਹੜਾ ਬਿਨਯਾਮੀਨੀ ਨੂੰ ਵਹੁਟੀ ਦੇਵੇ ਸੋ ਸਰਾਪੀ ਹੋਵੇ। ਤਦ ਉਹਨਾਂ ਨੇ ਆਖਿਆ, ਵੇਖੋ, ਸ਼ਿਲੋ ਵਿੱਚ ਯਹੋਵਾ ਦੇ ਲਈ ਵਰੇ ਦਾ ਪਰਬ ਹੈ, ਉਸ ਥਾਂ ਦੇ ਕੋਲ ਜੋ ਬੇਤੇਲ ਦੇ ਉੱਤਰ ਅਤੇ ਉਸ ਸੜਕ ਦੇ ਚੜ੍ਹਦੇ ਜਿਹੜੀ ਬੈਤਲੋ ਸ਼ਕਮ ਨੂੰ ਲਬੋਨਾ ਦੇ ਦੱਖਣ ਵੱਲ ਲੰਘ ਕੇ ਜਾਂਦੀ ਹੈ। ਤਦ ਉਹਨਾਂ ਨੇ ਬਿਨਯਾਮੀਨੀਆਂ ਨੂੰ ਆਗਿਆ ਦਿੱਤੀ, ਭਈ ਜਾਓ ਅਤੇ ਦਾਖ ਦੇ ਬਾਗਾਂ ਦੇ ਵਿਚਕਾਰ ਛਾਇਆ ਵਿੱਚ ਬੈਠੋ ਅਤੇ ਧਿਆਨ ਰੱਖੋ। ਵੇਖੋ, ਜੇਕਰ ਸ਼ਿਲੋ ਦੀਆਂ ਧੀਆਂ ਨੱਚਣ ਨੂੰ ਬਾਹਰ ਨਿਕਲਣ ਤਾਂ ਤੁਸੀਂ ਦਾਖ ਦੇ ਬਾਗਾਂ ਵਿੱਚੋਂ ਨਿਕਲ ਕੇ ਸ਼ਿਲੋ ਦੀਆਂ ਧੀਆਂ ਵਿੱਚੋਂ ਇੱਕ ਇੱਕ ਵਹੁਟੀ ਆਪਣੇ ਲਈ ਫੜ ਲਓ ਅਤੇ ਬਿਨਯਾਮੀਨ ਦੇ ਦੇਸ਼ ਨੂੰ ਤੁਰ ਜਾਓ। ਤਾਂ ਅਜਿਹਾ ਹੋਵੇਗਾ ਕਿ ਜਿਸ ਵੇਲੇ ਉਹਨਾਂ ਦੇ ਪਿਓ ਜਾਂ ਭਰਾ ਸਾਡੇ ਕੋਲ ਆਣ ਕੇ ਪੁਕਾਰਨਗੇ ਤਾਂ ਅਸੀਂ ਉਹਨਾਂ ਨੂੰ ਆਖਾਂਗੇ ਵੀ ਸਾਡੇ ਲਈ ਉਹਨਾਂ ਨੂੰ ਬਖਸ਼ ਦਿਓ, ਕਿਉਂ ਜੋ ਅਸਾਂ ਲੜਾਈ ਵਿੱਚ ਕਿਸੇ ਮਨੁੱਖ ਦੇ ਲਈ ਵਹੁਟੀ ਨਾ ਫੜੀ, ਨਾ ਤੁਸਾਂ ਆਪੇ ਉਹਨਾਂ ਨੂੰ ਉਹ ਕੁੜੀਆਂ ਦਿੱਤੀਆਂ ਜੋ ਤੁਸੀਂ ਅਪਰਾਧੀ ਹੁੰਦੇ। ਗੱਲ ਕਾਦੀ, ਬਿਨਯਾਮੀਨੀਆਂ ਨੇ ਅਜਿਹਾ ਹੀ ਕੀਤਾ। ਆਪਣੀ ਗਿਣਤੀ ਦੇ ਅਨੁਸਾਰ ਨੱਚਣ ਵਾਲਿਆਂ ਵਿੱਚੋਂ ਆਪਣੇ ਲਈ ਇੱਕ ਇੱਕ ਵਹੁਟੀ ਫੜ ਲਈ ਅਤੇ ਲੈ ਕੇ ਆਪਣੇ ਪਤੀ ਵੱਲ ਮੁੜ ਪਏ ਅਤੇ ਆਪਣੇ ਸ਼ਹਿਰਾਂ ਨੂੰ ਆ ਸੁਧਾਰਿਆ ਔਰ ਉਹਨਾਂ ਵਿੱਚ ਵਸੇ। ਅਤੇ ਇਸਰਾਏਲੀ ਉਸ ਵੇਲੇ ਉੱਠ ਤੁਰ ਪਏ, ਸਭੋ ਆਪੋ ਆਪਣੇ ਗੋਤ ਅਤੇ ਆਪੋ ਆਪਣੇ ਟੱਬਰ ਵਿੱਚ, ਅਤੇ ਉਹ ਸਭੇ ਉੱਥੋਂ ਆਪੋ ਆਪਣੇ ਪਤੀ ਵੱਲ ਗਏ। ਅਤੇ ਉਹਨੇ ਦਿਨ ਇਸਰਾਏਲ ਦਾ ਪਾਤਸ਼ਾਹ ਕੋਈ ਨਹੀਂ ਸੀ, ਜੋ ਕਿਸੇ ਨੂੰ ਚੰਗਾ ਦਿਸਦਾ ਸੀ ਸੋ ਕਰਦਾ ਸੀ।